शेरे पंजाब 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ। 9:15 ਹੋਏ ਨੇ ਤੇ 25 ਜੂਨ ਦਾ ਦਿਨ ਹੈ, ਵਰਾ 2021 ਦਾ ਸ਼ੁੱਕਰਵਾਰ ਹੈ। 10 ਹਾੜ ਨਾਨਕਸ਼ੇ ਸੰਮਤ 553। ਅਹਲਨ व सहलन। ਦੇਸ਼ ਪੰਜਾਬ ਦੇ ਝਰੋਖੇ 'ਚੋਂ ਗੱਲਬਾਤ ਕਰਾਂਗੇ ਤੇ ਉਸ ਤੋਂ ਬਾਅਦ ਗੁਰਭਾਰੀ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਹੈ। ਉਹਨਾਂ ਦੇ ਜੀਵਨ ਦੇ ਬਾਰੇ ਕੁਝ ਕੋਸ਼ਿਸ਼ ਕਰਾਂਗਾ ਗੱਲਬਾਤ ਕਰਨ ਦੀ। ਮਾਤ ਲੋਕ ਦੇ ਇਸ ਫੇਰੀ ਦੇ ਵਿੱਚ ਕੀ ਸਾਹਿਬ ਨੇ ਕੀਤਾ, ਵੱਡੀਆਂ ਗੱਲਾਂ ਜੱਗੋਂ ਜਿਹੜੀਆਂ ਅੱਜ ਤੱਕ ਕਿਸੇ ਨੇ ਸੀ ਕੀਤਾ। ਇਮੋਰਟਲ ਤਖਤ, ਅਕਾਲ ਦਾ ਤਖਤ, ਜਿਹੜੇ ਸਾਰੇ ਦੁਨੀਆ ਦੇ ਤਖਤਾਂ ਤੋਂ ਉੱਚਾ ਤਖਤ ਤੇ ਸਦੀਵੀ ਤਖਤ, ਉਹ ਚੜ੍ਹਦੀ ਵਰੇਸ ਦਾ ਸਮਾਂ ਤੇ ਢਾਡੀਆਂ ਨੇ ਕਿਸ ਤਰ੍ਹਾਂ ਪੱਗ ਤੇਰੀ ਕੀ ਜਹਾਂਗੀਰ ਦੀ, ਉਹ ਗੱਲਾਂ ਕਿਵੇਂ ਕੀਤੀਆਂ, ਇਸ 'ਤੇ ਗੱਲਬਾਤ ਹੋਏਗੀ। ਤੇ ਫਿਰ ਇਹਦੇ ਨਾਲ ਹੀ ਅੱਗੇ ਚੱਲਾਂਗੇ। ਪਿਛਲੇ ਦਿਨੀ ਦਿੱਲੀ ਦੇ ਪੰਜਾਬੀ ਬਾਗ ਦੇ ਵਿੱਚ ਕੁਤਬ ਮੀਨਾਰ ਤੇ ਗੇਟਵੇ ਆਫ ਇੰਡੀਆ ਦੇ ਨਾਲ ਸ਼੍ਰੀ ਦਰਬਾਰ ਸਾਹਿਬ ਦਾ ਇੱਕ ਮਾਡਲ ਬਣਾਇਆ ਗਿਆ, ਜਿਹੜਾ ਚੱਕ ਦਿੱਤਾ ਗਿਆ। ਇਹ ਵਕਤ ਦਰ ਵਕਤ ਰੱਬ ਵੱਲ ਨੂੰ ਜਾਂਦੇ ਰਾਹ ਦੇ ਵਿੱਚ ਤੁਰੇ ਜਾਂਦੇ ਲੋਕ ਅਲੱਗ-ਅਲੱਗ ਧਰਮਾਂ ਦੇ ਅਲੱਗ-ਅਲੱਗ ਪੈਂਡਿਆਂ ਦੇ ਵਿੱਚ ਇੱਕ ਦੂਜੇ ਦੇ ਰਾਹ ਦੇ ਵਿੱਚ ਕਿਉਂ ਵੜਦੇ ਆ ਕੇ, ਇਹਦੇ ਤੇ ਗੱਲਬਾਤ ਹੋਏਗੀ। ਯਾਦ ਤੇਰੀ ਵਿੱਚ ਡੁੱਬਾਂ ਤੇ ਮੈਂ ਗੋਤੇ ਖਾਈ ਜਾਵਾਂ। 604 204 0600 ਆਨ 에ਅਰ ਨੰਬਰ ਹੈਗਾ। 6042040600 ਆਨ 에ਅਰ ਤੇ 604 729 1224 6047291224 WhatsApp ਤੇ ਟੈਕਸਟ ਲਈ ਮੇਰਾ ਨੰਬਰ ਹੈ। ਅੜੀਏ ਫੁੱਲ ਝੜੀਏ ਇੱਕ ਸੋਹਣਾ ਜਿਹਾ ਮਹਾਂਦਰਾ ਨਹੀਂ, ਰੋਜ਼ ਮੇਰੇ ਸੁਪਨੇ 'ਚ ਆਮਦਾ, ਆਪ ਵੀ ਨਹੀਂ ਸੌਂਦਾ, ਨਾਲੇ ਮੈਨੂੰ ਵੀ ਨਾ ਸੌਣ ਦਿੰਦਾ, ਹਾਏ ਸੁੱਤੀ ਪਈ ਨੂੰ ਜਗਾਮਦਾ। ਮੀਡੀਆਂ ਗੁੰਦਾਵਾਂ ਕਦੇ ਗੁੱਤ ਨਹੀਂ ਕਰਾਵਾਂ, ਉਹ ਜਾਣਦਾ ਰਕਾਨਾਂ ਵਾਲੇ ਚੱਜ ਨਹੀਂ, ਜਾਪਦਾ ਹੈ ਮੈਨੂੰ ਮਾਈ ਹੀਰ ਦਾ ਉਹ ਬੱਚੜਾ ਨਹੀਂ, ਵੇਖ ਵੇਖ ਆਮਦਾ ਰੱਜ ਨਹੀਂ। ਕਿਹੜਿਆਂ ਨਹੀਂ ਬਾਗਾਂ ਦਾ ਉਹ ਮੋਰ ਹੈ ਸ਼ਬੀਲੜਾ, ਜੋ ਫਿਰਦਾ ਮੱਥੇ 'ਚ ਪਹਿਲਾਂ ਪਾਵਦਾ, ਸੁੱਤੀ ਪਈ ਨੂੰ ਜਗਾਵਦਾ। ਉਹਦੇ ਲਈ ਤਾਂ ਅੜੀਏ ਨਹੀਂ ਕੱਢ ਕੇ ਲੈ ਆਵਾਂ, ਹਾਏ ਤਾਰਿਆਂ 'ਚੋਂ ਤਾਰਿਆਂ ਦਾ ਭਾਰ ਮੈਂ, ਮਿਲ ਜਾਵੇ ਮੈਨੂੰ ਕਿਤੇ ਸਾਂਵਲਾ ਜੇ ਸੱਚੀ ਮੁੱਚੀ, ਚੁੰਨੀ ਦੀ ਹੀ ਗੰਢ ਲਵਾਂ ਮਾਰ ਮੈਂ। ਮੈਲੇ ਮੈਲੇ ਪੈਰ ਜਿਵੇਂ ਜੁਗਾਂ ਦਾ ਉਹ ਯਾਤਰੂ ਨਹੀਂ, ਧੋ ਧੋ ਕੇ ਦਿਲ 'ਚ ਟਿਕਾਮਦਾ, ਸੁੱਤੀ ਪਈ ਨੂੰ ਜਗਾਮਦਾ। ਖੌਰੇ ਮੈਨੂੰ ਹੋਈ ਜਾਂਦਾ ਦਿਨੋਂ ਦਿਨ ਕੀ ਲੱਗੇ, ਨਿੱਕੇ ਨਿੱਕੇ ਕੰਮਾਂ ਵਿੱਚ ਜੀ ਨਹੀਂ, ਤਿੰਨੇ ਡੰਗ ਪਾਉਣੀਆਂ ਮੈਂ ਚੂਰੀਆਂ ਕਾਵਾਂ ਨੂੰ, ਨਾਲੇ ਰੇਸ਼ਮਾਂ ਦੇ ਚੁਗਦੀਆਂ ਵੀ ਨਹੀਂ। ਆਸਾਂ ਦੇ ਕੌਲਿਆਂ ਨੂੰ ਕਲੀਆਂ ਕਰਾ ਕੇ ਨਹੀਂ, ਉਹ ਕੌਲਿਆਂ ਤੋਂ ਘੁੱਗੀਆਂ ਅਡਾਮਦਾ, ਸੁੱਤੀ ਪਈ ਨੂੰ ਜਗਾਮਦਾ। ਬੈਠ ਕੇ ਝਲਾਨੀ ਦੀਆਂ ਮੋਰੀਆਂ ਦੇ ਨੇੜੇ ਜਦੋਂ ਕਰਦੀਆਂ ਪੇੜੇ ਮੈਂ ਸਲੱਖਣੇ, ਬੱਖੀ ਵਿੱਚ ਸੁੱਤੇ ਪਏ ਮੋਰ ਜਾਗ ਪੈਂਦੇ, ਮੈਨੂੰ ਆਉਂਦੇ ਨਹੀਂ ਸਖੀਏ ਨਹੀਂ ਡੱਕਣੇ। ਪਿੱਪਲਾਂ ਦੇ ਜੜੀ ਫਿਰਾਂ ਭੁੱਖ ਦੀ ਸੰਧੂਰ, ਖੌਰੇ ਉਹ ਵੀ ਹੋਵੇ ਸੁਪਨੇ ਰਗਾਮਦਾ, ਸੁੱਤੀ ਪਈ ਨੂੰ ਜਗਾਮਦਾ। ਝੜਦਾ ਵਿਸਾਖ ਵਿੱਚ ਅੰਬੀਆਂ ਦਾ ਬੂਰ, ਜਿਵੇਂ ਇੰਜ ਉਹਦੇ ਪੋਟਿਆਂ 'ਚੋਂ ਸੇਕ ਨਹੀਂ, ਚਿੱਤ ਵਿੱਚ ਮੇਰੇ ਚਿੰਗਿਆੜੀਆਂ ਜੋ ਉੱਠਦੀਆਂ, ਪਾ ਨਾ ਸਕੀ ਉਹਦਾ ਮੈਂ ਭੇਤ ਨਹੀਂ। ਫਿਰ ਮੇਰੇ ਚਾਵਲ ਨੂੰ ਝਕਾਨੀ ਦੇ ਕੇ ਰਾਣੀਏ ਨਹੀਂ, ਛਿਣੋ ਛਿਣੀ ਹਵਾ ਹੋ ਜਾਮਦਾ, ਹਾਏ ਸੁੱਤੀ ਪਈ ਨੂੰ ਜਗਾਮਦਾ, ਸੁੱਤੀ ਪਈ ਨੂੰ ਜਗਾਮਦਾ। ਹਰਮਨਜੀਤ ਲਿਖਦਾ ਨਵਾਜੀ ਸਾਰਿਆਂ ਦਾ, ਜਿਹੜੇ ਵੀ ਸੁਣਨ ਨੂੰ ਬੈਠੇ ਹੋ, ਸ਼ੁਕਰ ਕਰਦਾ ਹੈ ਤੇ ਸਾਹਿਬ ਦੀ ਕਿਰਪਾ ਉਹ ਗੱਲਾਂ ਕਰਵਾਉਂਦਾ ਹੈ ਤੇ ਮੈਂ ਕਰਦਾ ਤੇ ਤੁਸੀਂ ਸੁਣਦੇ ਹੋ। ਭਾਗੇ ਵੱਡੇ ਹੁੰਦੇ ਨੇ ਜਦ ਕੋਈ ਕਿਸੇ ਨੂੰ ਸੁਣਦਾ ਹੈ। ਤੇ ਆਹ ਮੰਚ ਚੜ੍ਹਦੀ ਕਲਾ 'ਚ ਰਹੇ, ਜਿਹਨੇ ਹਰਜੀਤ ਸਿੰਘ ਗਿੱਲ ਨੂੰ ਸ਼ੇਰੇ ਪੰਜਾਬ ਵਾਲਾ ਹਰਜੀਤ ਸਿੰਘ ਗਿੱਲ ਬਣਾਇਆ। ਧੰਨਵਾਦ ਸਾਰਿਆਂ ਦਾ ਤੁਹਾਡਾ, ਸਾਹਿਬ ਕਿਰਪਾ ਰੱਖੇ, ਚੜ੍ਹਦੀ ਕਲਾ ਸਾਰੇ ਆਪਾਂ ਰਹੀਏ। ਤੇ ਨਵਕਿੰਨ ਸਿੰਘ ਪੱਤੀ ਪੰਜਾਬ ਤੋਂ ਮੇਰੇ ਨਾਲ ਨੇ। ਸੋ ਨਵਕਿੰਨ ਸਿੰਘ ਪੱਤੀ ਜੀ, ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ ਜੀ, ਸਭ ਤੋਂ ਪਹਿਲਾਂ ਤੁਹਾਨੂੰ ਤੇ ਸ਼ੇਰੇ ਪੰਜਾਬ ਰੇਡੀਓ ਦੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ, ਬਹੁਤ ਬਹੁਤ। ਤੇ ਅੱਛਾ, ਕਿਸਾਨ ਕਹਿੰਦੇ ਸਾਰੇ ਅਸੀਂ ਰਲ ਕੇ ਰਾਜਪਾਲਾਂ ਨੂੰ ਹੁਣ ਮੰਗ ਪੱਤਰ ਸੌਂਪਣ ਲੱਗੇ ਆ ਜੀ। ਜੀ ਗਿੱਲ ਸਾਹਿਬ, ਇਹ ਇਤਫਾਕ ਹੈਗਾ ਕਿ ਜਦੋਂ 6 ਮਹੀਨੇ ਪੂਰੇ ਹੋਏ ਸੀ ਕਿਸਾਨ ਸੰਘਰਸ਼ ਦੇ, ਉਦੋਂ ਭਾਰਤੀ ਜਨਤਾ ਪਾਰਟੀ ਦੇ ਵੀ 7 ਵਰ੍ਹੇ ਪੂਰੇ ਹੋਏ ਸੀਗੇ। ਉਦੋਂ ਵੀ ਕਿਸਾਨਾਂ ਨੇ ਇੱਕ ਵੱਡਾ ਪ੍ਰੋਟੈਸਟ ਆ ਜਿਹੜਾ ਉਹ ਡਿਸਟ੍ਰਿਕਟ ਲੈਵਲ ਦੇ ਉੱਤੇ, ਸਟੇਟ ਲੈਵਲ ਦੇ ਉੱਤੇ ਆਰਗੇਨਾਈਜ਼ ਕੀਤੇ ਸੀਗੇ।
ਤਾਂ ਹੁਣ 7 ਮਹੀਨੇ ਪੂਰੇ ਹੋ ਜਾਣੇ ਨੇ ਦਿੱਲੀ ਗਿਆ ਨੂੰ। 26 ਨਵੰਬਰ ਦਾ ਦਿਨ ਸੀ ਜਦੋਂ ਦਿੱਲੀ ਜਾ ਕੇ ਘੇਰੀ ਸੀਗੀ, ਤੇ ਹੁਣ 26 ਜੂਨ ਨੂੰ 7 ਮਹੀਨੇ ਪੂਰੇ ਹੋਣ ਦੇ ਉੱਤੇ ਜਿਹੜੇ ਰਾਜਪਾਲ ਨੇ ਸਾਰੇ ਸੂਬਿਆਂ ਦੀਆਂ ਰਾਜਧਾਨੀਆਂ ਦੇ ਵਿੱਚ ਰਾਜ ਭਵਨਾਂ ਦਾ ਕਈ ਥਾਂ ਘਿਰਾਓ ਹੋਊ, ਕਈ ਥਾਂ ਧਰਨੇ ਦਿੱਤੇ ਜਾਣਗੇ, ਕਈ ਥਾਂ ਮੰਗ ਪੱਤਰ ਹੋਣਗੇ। ਸੋ ਇਹ ਪ੍ਰੋਟੈਸਟ ਦਾ ਜਿਹੜਾ ਫਾਰਮ ਆ ਉਹ ਰੱਖੀ ਆ। ਦੂਸਰਾ ਇਹ ਕਿ ਅੱਜ ਜਿਹੜੀ ਐਮਰਜੈਂਸੀ ਅੱਜ ਦੇ ਦਿਨ ਲਾਈ ਸੀ ਗਿੱਲ ਸਾਹਿਬ 1975 ਦੇ ਵਿੱਚ ਇੰਦਰਾ ਗਾਂਧੀ ਨੇ। ਸੋ ਇਹ ਵੀ ਇੱਕ ਕਿਸਾਨ ਸੰਘਰਸ਼ ਦੇ ਵਿੱਚ ਨਵਾਂ ਐਪੀਸੋਡ ਆ ਜਿਹੜਾ ਉਹ ਜੋੜਿਆ ਗਿਆ ਹੈਗਾ ਕਿ 7 ਮਹੀਨੇ ਕਿਸਾਨ ਸੰਘਰਸ਼ ਦੇ ਪੂਰੇ ਹੋਏ ਨੇ ਔਰ ਐਮਰਜੈਂਸੀ ਦਾ ਜਿਹੜਾ ਦਿਨ ਹੈ, ਜਿਸ ਕਰਕੇ ਰਾਜਪਾਲਾਂ ਨੂੰ ਮੰਗ ਪੱਤਰ ਆ ਜਿਹੜੇ ਦਿੱਤੇ ਜਾਣਗੇ ਕਿ ਉਦੋਂ ਐਮਰਜੈਂਸੀ ਇੰਦਰਾ ਗਾਂਧੀ ਨੇ ਲਾਈ ਸੀ ਐਲਾਨ ਕਰਕੇ। ਹੁਣ ਅਣਐਲਾਨੀਆਂ ਤੌਰ ਦੇ ਉੱਤੇ ਐਮਰਜੈਂਸੀ ਹੈ ਜਿਹੜੀ ਉਹੋ ਜਿਹੇ ਹਾਲਾਤ ਹੀ ਪੈਦਾ ਕੀਤੇ ਹੋਏ ਨੇ। ਫਰੀਡਮ ਆਫ ਸਪੀਚ ਔਰ ਇਸ ਤੋਂ ਇਲਾਵਾ ਲਿਖਣ ਦੀ ਆਜ਼ਾਦੀ, ਬੋਲਣ ਦੀ ਆਜ਼ਾਦੀ, ਸਾਰੇ ਤਰ੍ਹਾਂ ਦੀ ਆਜ਼ਾਦੀ ਹੈ ਜਿਹੜੀ ਉਹ ਸਰਕਾਰ ਖੋਹ ਰਹੀ ਹੈਗੀ ਔਰ ਅਜਿਹੇ ਕਾਨੂੰਨ ਥੋਪ ਰਹੀ ਆ ਕਾਲੇ ਕਿ ਜਿਹੜੇ ਕਾਨੂੰਨਾਂ ਦੇ ਖਿਲਾਫ ਜੇ ਪ੍ਰੋਟੈਸਟ ਕਰਦੇ ਆ ਤਾਂ ਉਹਦਾ ਵੀ ਅਧਿਕਾਰ ਨਹੀਂ ਦਿੱਤਾ ਜਾ ਰਿਹਾ, ਲੋਕਾਂ ਦੀ ਆਵਾਜ਼ ਨਹੀਂ ਸੁਣੀ ਜਾ ਰਹੀ। ਸੋ ਕੱਲ੍ਹ ਨੂੰ ਆਪਣੇ ਪੰਜਾਬ ਤੇ ਹਰਿਆਣਾ ਦੇ ਕਿਸਾਨ ਨੇ ਜਿਹੜੇ ਉਹ ਚੰਡੀਗੜ੍ਹ ਦੇ ਵਿੱਚ ਪ੍ਰੋਟੈਸਟ ਕਰਨਗੇ। ਪੰਜਾਬ ਵਾਲੇ ਕਿਸਾਨਾਂ ਨੇ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਇਕੱਠੇ ਹੋਣ ਦਾ ਜਿਹੜਾ ਉਹ ਤੈਅ ਕੀਤਾ ਗਾ। ਅੰਬ ਸਾਹਿਬ ਗੁਰਦੁਆਰਾ ਤੋਂ ਇੱਕ ਮਾਰਚ ਚੱਲੇਗਾ ਚੰਡੀਗੜ੍ਹ ਦੇ ਲਈ। ਹੁਣ ਤੱਕ ਚੰਡੀਗੜ੍ਹ ਪ੍ਰਸ਼ਾਸਨ ਦਾ ਇਹੀ ਰਿਹਾ ਗਾ, ਪਹਿਲਾਂ ਮਟਕਾ ਚੌਂਕ ਗਿੱਲ ਸਾਹਿਬ ਧਰਨੇ ਲੱਗਦੇ ਹੁੰਦੇ ਸੀ, ਹਰੇਕ ਪ੍ਰੋਟੈਸਟ ਚੰਡੀਗੜ੍ਹ ਹੁੰਦਾ ਸੀ, ਲੇਕਿਨ ਉਸ ਤੋਂ ਬਾਅਦ ਸਰਕਾਰਾਂ ਨੇ ਜਿਹੜਾ ਚੰਡੀਗੜ੍ਹ ਦੇ ਵਿੱਚ ਪ੍ਰੋਟੈਸਟ ਕਰਨੇ ਬੰਦ ਕਰਾ ਦਿੱਤੇ। ਚੰਡੀਗੜ੍ਹ ਤਾਂ ਸਾਡੇ ਪੰਜਾਬ ਦੀ ਰਾਜਧਾਨੀ ਹੈ, ਸਾਡੇ ਲੋਕਾਂ ਦਾ ਹੱਕ ਹੈ, ਸਾਡੇ ਲੋਕਾਂ ਦਾ ਰਾਈਟ ਹੈ ਕਿ ਚੰਡੀਗੜ੍ਹ ਦੇ ਵਿੱਚ ਜਾਣ, ਬੋਲਣ, ਆਪਦੀ ਗੱਲ ਰੱਖਣ। ਲੇਕਿਨ ਚੰਡੀਗੜ੍ਹ ਪ੍ਰਸ਼ਾਸਨ ਨੇ ਕਹਿਤਾ ਵੀ ਜੇ ਤੁਸੀਂ ਇੱਥੇ ਪ੍ਰੋਟੈਸਟ ਕਰਨਾ, ਕਈ ਸਾਲ ਪਹਿਲਾਂ ਦੀ ਗੱਲ ਆ, ਤੁਹਾਨੂੰ ਅਸੀਂ ਇੱਕ ਬਾਹਰ ਥਾਂ ਦਿੰਦੇ ਹਾਂ ਵੀ ਆਜ਼ਾਦ ਬੀਆਬਾਨ ਦੇ ਵਿੱਚ ਔਰ ਉੱਥੇ ਪ੍ਰੋਟੈਸਟ ਕਰੋ। ਉਸ ਤੋਂ ਬਾਅਦ ਫਿਰ ਬਾਦਲ ਪਿੰਡ ਨੂੰ ਹੋ ਗਏ ਲੋਕ, ਪਟਿਆਲੇ ਨੂੰ ਹੋ ਗਏ ਪ੍ਰੋਟੈਸਟ ਕਰਨ ਵਾਲੇ, ਚੰਡੀਗੜ੍ਹ ਨਹੀਂ ਗਏ। ਸੋ ਕੱਲ੍ਹ ਨੂੰ ਵੀ ਘੇਰਿਆ ਜਾ ਸਕਦਾ ਜੀ ਜਦੋਂ ਅੰਬ ਸਾਹਿਬ ਗੁਰਦੁਆਰਾ ਮੋਹਾਲੀ ਤੋਂ ਮਾਰਚ ਸ਼ੁਰੂਗਾ ਕਿਸਾਨਾਂ ਦਾ, ਤਾਂ ਉਸ ਤੋਂ ਬਾਅਦ ਕਿਸ ਤਰ੍ਹਾਂ ਦਾ ਫੈਸਲਾ ਲੀਡਰਸ਼ਿਪ ਲੈਂਦੀ ਹੈ ਉਹ ਦੇਖਣਾ ਹੋਊਗਾ। ਸੋ ਸਭ ਦੀਆਂ ਨਜ਼ਰਾਂ ਕੱਲ੍ਹ ਨੂੰ ਜਿਹੜਾ ਚੰਡੀਗੜ੍ਹ ਦੇ ਵਿੱਚ ਪ੍ਰੋਟੈਸਟ ਹੋਣਾ ਹੈ, ਜਿਹੜਾ ਪੰਜਾਬ ਤੇ ਹਰਿਆਣਾ ਦੇ ਗਵਰਨਰ ਨੂੰ ਮੰਗ ਪੱਤਰ ਦੇਣਾ, ਉਹਦੇ 'ਤੇ ਲੱਗੀਆਂ ਹੋਈਆਂ ਜੀ ਗੱਲ ਸਾਹਿਬ। ਅੱਛਾ ਜੀ, ਇਹ ਅਗਲੀ ਦੱਸਿਓ ਰਾਜਨੀਤੀ ਵਾਲੇ ਪਾਸੇ ਨੂੰ ਆਈਏ ਸਭ ਤੋਂ ਪਸੰਦੀਦਾ ਵਿਸ਼ਾ ਜਿੰਨੇ ਬਾਹਰ ਪੰਜਾਬੀ ਬੈਠੇ ਆ, ਇਹਦੇ ਤੇ ਚਾਹੇ ਘੰਟਿਆਂ ਵੱਧੀ ਗੱਲ ਕਰੀ ਚੱਲੋ। ਲੰਗਾਹ ਆਉਣੀ ਕਹਿੰਦੇ ਕਰੋ ਮਾਫ, ਫਿਰ ਹੁਣ ਵੋਟਾਂ ਦੀ ਤਿਆਰੀ ਹੋ ਰਹੀ ਹੈ ਮੈਨੂੰ ਲੱਗਦਾ ਹੈ। ਜੀ ਗਿੱਲ ਸਾਹਿਬ, ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਲੰਗਾਹ ਨੂੰ ਪਹਿਲਾਂ ਇਹ ਪੁੱਛਣਾ ਚਾਹੀਦਾ ਵੀ ਤੂੰ ਮਾਫੀ ਕਾਹਦੀ ਮੰਗਦਾ। ਤੁਸੀਂ ਇਹ ਦੇਖੋ ਵੀ ਜਿਹੜੀ ਕੋਰਟ ਹੈ, ਕੋਰਟ ਦੇ ਵਿੱਚ ਉਹ ਕਹਿੰਦਾ ਵੀ ਮੈਂ ਤਾਂ ਬੇਗੁਨਾਹ ਗਾ, ਔਰ ਇਹ ਤਾਂ ਸਭ ਨੂੰ ਪਤਾ ਹੈ, ਵੀਡੀਓ ਵਾਇਰਲ ਹੋਈ ਆ ਕਿ ਜਿਹੜਾ ਇਹਨੇ ਬੱਜਰ ਗਲਤੀ ਕੀਤੀ ਹੈ, ਗੁਨਾਹ ਕੀਤਾ ਇਹਨੇ, ਉਸ ਦੀ ਮਤਲਬ ਆਪਦੇ ਮਾਂ-ਬਾਪ ਨੂੰ ਜਿਹੜਾ ਸਭ ਤੋਂ ਮਾੜੀ ਗੱਲ ਹੈ ਗਿੱਲ ਸਾਹਿਬ ਇਹ ਮੋਹਰਾ ਬਣਾ ਰਿਹਾ। ਹੁਣ ਅੱਜ ਵੀ ਜਦੋਂ ਇਹ ਗਿਆ ਗਾ ਅੰਮ੍ਰਿਤਸਰ ਸਾਹਿਬ, ਅੱਜ ਵੀ ਜਦੋਂ ਇਹਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਜਿਹੜਾ ਕਿਹਾ ਗਾ ਕਿ ਮੈਨੂੰ ਮਾਫ ਕੀਤਾ ਜਾਵੇ, ਮੇਰੀ ਪੰਥ ਦੇ ਵਿੱਚ ਵਾਪਸੀ ਕੀਤੀ ਜਾਵੇ, ਤਾਂ ਉਦੋਂ ਵੀ ਇਹ ਕਹਿ ਰਿਹਾ ਸੀਗਾ, ਕਹਿੰਦਾ ਕਿ ਮੇਰੇ ਮਾਂ-ਬਾਪ ਨੇ ਜਿਹੜੇ ਉਹ 90 ਸਾਲਾਂ ਦੇ ਹੋਏ ਨੇ, ਉਹਨਾਂ ਦਾ ਕੀ ਪਤਾ ਹੈ, ਤੇ ਉਹ ਚਾਹੁੰਦੇ ਨੇ ਕਿ ਸਾਡਾ ਮੁੰਡਾ ਗਾ ਜਿਹੜਾ ਉਹ ਪੰਥ ਦੇ ਵਿੱਚ ਵਾਪਸੀ ਕਰੇ। ਸੋ ਮਾਂ-ਬਾਪ ਦਾ ਤਾਂ ਇਹਦੇ ਵਿੱਚ ਕਸੂਰ ਵੀ ਕੋਈ ਨਹੀਂ ਹੈ। ਗੱਲ ਕਰ ਲੰਗਾਹ ਕਿਉਂ ਆਪਦੇ ਮਾਂ-ਬਾਪ ਨੂੰ ਇੱਥੇ ਵਿੱਚ ਲਿਆ ਰਿਹਾ ਗਾ। ਹੁਣ ਸਵਾਲ ਤਾਂ ਇਹ ਹੈਗਾ ਕਿ ਇਹ ਵੀ ਗੱਲ ਚੱਲ ਰਹੀ ਆ, ਉਹ ਕਹਿੰਦਾ ਵੀ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਇੱਕ ਥਾਂ ਕਿਹਾ ਗਾ ਕਿ ਜਿਹੜਾ ਵਿਅਕਤੀ ਹੈ ਜਿਹੜਾ ਉਹ ਪਛਤਾਪ ਕਰੇ, ਮਾਫੀ ਮੰਗੇ, ਉਹਨੂੰ ਲੜ ਲਾਇਆ ਜਾ ਸਕਦਾ ਗਾ। ਤੇ ਇਹ ਵੀ ਪਤਾ ਲੱਗਿਆ ਪਿਛਲੇ 72 ਦਿਨ ਤੋਂ ਇਹ ਅਕਾਲ ਤਖ਼ਤ ਸਾਹਿਬ ਇਹ ਮੱਥਾ ਟੇਕਣ ਦੇ ਲਈ ਆ ਰਿਹਾ ਔਰ ਉੱਥੇ ਬੈਠ ਕੇ ਪਾਠ ਵੀ ਕਰਦਾ। ਸੋ ਅੱਜ ਉਹਨੇ ਮੀਡੀਆ ਨਾਲ, ਪ੍ਰੈਸ ਨਾਲ ਗੱਲਬਾਤ ਕੀਤੀ ਆ, ਬੜੀ ਬੇਬਾਕੀ ਨਾਲ ਗੱਲ ਕਰ ਰਿਹਾ ਗਿੱਲ ਸਾਹਿਬ, ਉਹ ਜਿਵੇਂ ਉਹਨੇ ਕੁਝ ਕੀਤਾ ਹੀ ਨਹੀਂ ਹੁੰਦਾ। ਕਹਿੰਦਾ ਜੀ ਮੈਨੂੰ ਮਾਫੀ ਹੈ ਜਿਹੜੀ ਉਹ ਮਿਲਣੀ ਚਾਹੀਦੀ ਆ ਅਕਾਲ ਤਖ਼ਤ ਸਾਹਿਬ ਤੋਂ, ਐਗਜ਼ਾਮਪਲਾਂ ਵੀ ਦੇ ਰਿਹਾ ਗਾ ਉਹ। ਔਰ ਹੁਣ ਇਹ ਪਤਾ ਲੱਗਿਆ ਗਾ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਆਖਿਆ ਗਾ ਕਿ ਇਸ ਮਾਮਲੇ ਨੂੰ 5 ਸਿੰਘ ਸਾਹਿਬਾਨ ਦੀ ਮੀਟਿੰਗ ਦੇ ਵਿੱਚ ਵਿਚਾਰਿਆ ਜਾਊਗਾ। ਸੋ ਹੋ ਸਕਦਾ ਇਹਨੂੰ ਮਾਫ ਕਰਕੇ ਪੰਥ 'ਚ ਵਾਪਸੀ ਕਰਵਾ ਲਈ ਜਾਵੇ। ਲੇਕਿਨ ਫਿਰ ਜੋ ਡੇਰਾ ਮੁਖੀ ਦੇ ਨਾਲ ਜਿਸ ਤਰ੍ਹਾਂ ਦੇ ਹਾਲਾਤ ਬਣੇ ਅੱਜ ਤੱਕ, ਮਤਲਬ ਇਸ ਵਿਸ਼ੇ ਦੇ ਉੱਤੇ ਅਕਾਲੀ ਦਲ ਘਿਰਦਾ ਨਜ਼ਰ ਆ ਰਿਹਾ ਜੀ। ਬਿਲਕੁਲ ਜੀ, ਤਿਆਰੀ ਆ, ਲੈ ਆਉਣਗੇ। ਬਾਕੀ ਮੰਨਣ ਦੀ ਹੁੰਦੀ ਹੈ ਸੰਗਤਾਂ, ਜੇ ਨਹੀਂ ਮੰਨਣੀ ਤਾਂ ਨਹੀਂ ਮੰਨਣੀ। ਅੱਛਾ, ਬਾਦਲ ਹੋਰਾਂ ਤੋਂ ਜਿਹੜੀ ਸਿੱਟ 'ਚ ਪੁੱਛਗਿੱਛ ਹੋਈ ਹੈ ਉਹਦਾ ਵੀ ਰੇੜਕਾ ਪੈ ਗਿਆ। ਮਜੀਠੀਆ ਹੋਣੀ ਕਹਿੰਦੇ ਵੀ ਜਾਲੀ DSP ਕਰਕੇ ਪੁੱਛਗਿੱਛ। ਜੀ ਗਿੱਲ ਸਾਹਿਬ, ਇਹ ਬਿਕਰਮਜੀਤ ਮਜੀਠੀਆ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਆ। ਅਕਾਲੀ ਦਲ ਉਦੋਂ ਦਾ ਹੀ ਕਹੀ ਜਾਂਦਾ ਗਾ, ਇਹਨਾਂ ਨੇ ਉਦੋਂ ਵੀ ਇਲਜ਼ਾਮ ਲਾਇਆ ਸੀਗਾ ਕਿਉਂਕਿ ਇਹਦੇ ਤੇ ਵਾਦ ਵਿਵਾਦ ਇਸ ਕਰਕੇ ਖੜਾ ਹੋਇਆ ਕਿ ਜਿਹੜਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਗਿੱਲ ਸਾਹਿਬ ਆਰਡਰ ਕੀਤਾ ਸੀ, ਉਹ 'ਚ ਉਹਨਾਂ ਨੇ ਕਿਹਾ ਸੀ ਕਿ 3 IPS ਅਫਸਰਾਂ ਦੀ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਓ, ਪੰਜਾਬ ਸਰਕਾਰ ਨੂੰ ਹੁਕਮ ਕੀਤਾ ਸੀ ਉਹ ਇਨਵੈਸਟੀਗੇਟ ਕਰੇ।
ਨਾਲ ਉਹਨਾਂ ਨੇ ਹਾਈ ਕੋਰਟ ਨੇ ਕਿਹਾ ਸੀ ਕਿ ਇਹ ਮੀਡੀਆ 'ਚ ਨਹੀਂ ਜਾਣੀ ਚਾਹੀਦੀ ਇਨਵੈਸਟੀਗੇਸ਼ਨ, ਸਿੱਧੀ ਆ ਜਿਹੜੀ ਅਦਾਲਤ 'ਚ ਆਉਣੀ ਚਾਹੀਦੀ ਆ, ਔਰ ਵਿਚਾਲੇ ਮਤਲਬ ਕਿਤੇ ਵੀ ਇਹ ਲੀਕ ਨਹੀਂ ਹੋਣੀ ਚਾਹੀਦੀ। ਉਸ ਤੋਂ ਬਾਅਦ ਜਦੋਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਕੋਲੇ ਟੀਮ ਪੁੱਛਗਿੱਛ ਕਰਨ ਗਈ ਤਾਂ ਜਿਹੜੇ 3 IPS ਆਫੀਸਰ ਸਿਲੈਕਟ ਕੀਤੇ ਨੇ ਇਸ ਟੀਮ ਦੇ ਵਿੱਚ ਪੰਜਾਬ ਸਰਕਾਰ ਨੇ, ਉਹਨਾਂ ਦੇ 2 IPS ਆਫੀਸਰ ਸੀਗੇ, LK ਯਾਦਵ ਜੀ ਜਿਹੜੇ ADGP ਨੇ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਟੀਮ ਬਣੀ ਆ, ਉਹ ਉੱਥੇ ਮੌਜੂਦ ਸੀ। ਲੇਕਿਨ ਉੱਥੇ ਨਾਲ ਤੀਸਰੇ ਇੱਕ ਮੈਂਬਰ ਸੀਗੇ ਵਿਜੇ ਸਿੰਗਲਾ ਜੀ, ਔਰ ਅਕਾਲੀ ਦਲ ਵਾਲਿਆਂ ਨੇ ਉਹਨਾਂ ਨੂੰ ਪਛਾਣ ਲਿਆ। ਉਹ ਕਹਿੰਦੇ ਵੀ ਇਹ ਤਾਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ 'ਚ ਹੈ ਨਹੀਂ ਵਿਜੇ ਸਿੰਗਲਾ ਤਾਂ ਉਸ ਤੋਂ ਬਾਅਦ ਸਰਕਾਰ ਦਾ ਤਰਕ ਇਹ ਆਇਆ ਵੀ ਅਸੀਂ ਉਹ ਦੇਖੋ ਉਹ ਰਿਟਾਇਰਡ ਲਾ ਆਫੀਸਰ ਨੇ, ਇਹਨਾਂ ਨੇ ਕਿਹਾ ਕਿ ਉਹ ਸਲਾਹਕਾਰ ਲਾਏ ਨੇ ਅਸੀਂ ਤਾਂ ਕਿ ਲੀਗਲ ਰਾਇ ਦਿੱਤੀ ਜਾਵੇ। ਹੁਣ ਬਿਕਰਮਜੀਤ ਮਜੀਠੀਆ ਦਾ ਕਹਿਣਾ ਇਹ ਹੈ ਕਿ ਉਹਨੇ ਜਾ ਕੇ ਉੱਥੇ ਆਪਦੇ ਆਪ ਨੂੰ ਕਿਹਾ ਕਿ ਮੈਂ DSP ਹਾਂ। ਹੁਣ ਇਹ ਗਿੱਲ ਸਾਹਿਬ ਦੇਖੋ ਜਾਂਚ ਦਾ ਵਿਸ਼ਾ ਹੈਗਾ ਕਿ ਵਾਕਈ ਉਹ ਨਕਲੀ DSP ਬਣ ਕੇ ਗਏ ਵਿਜੇ ਸਿੰਗਲਾ, ਜਾਂ ਉਹ ਤਾਂ ਨੋਨ ਪਰਸਨ ਹੈਗਾ ਪੰਜਾਬ ਦਾ, ਮਤਲਬ ਉਹ ਆਪਦੀ ਆਇਡੈਂਟੀਟੀ ਇਸ ਤਰੀਕੇ ਦੇ ਨਾਲ ਕਿਵੇਂ ਸ਼ੋਅ ਕਰੂਗਾ। ਜੇ ਕਰੀ ਉਹਨੇ ਵਾਕਈ ਤਾਂ ਬੜਾ ਗੰਭੀਰ ਮਸਲਾ ਹੈਗਾ। ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਜੀ। ਉਂਝ ਇਹਨਾਂ ਨੇ ਕਿਹਾ ਗਾ ਕਿ ਅਸੀਂ ਚੰਡੀਗੜ੍ਹ ਪੁਲਿਸ ਨੂੰ ਵੀ ਕਹਾਂਗੇ ਕਿ ਇਹਨਾਂ ਖਿਲਾਫ ਕੇਸ ਦਰਜ ਕੀਤਾ ਜਾਵੇ। ਉਹ ਕਹਿੰਦੇ 2 ਨਕਲੀ DSP ਬਣ ਕੇ ਗਏ ਨੇ, ਜਿਨ੍ਹਾਂ 'ਚ ਇੱਕ ਵਿਜੇ ਸਿੰਗਲਾ ਜੀ ਜਿਹੜੇ ਲਾ ਆਫੀਸਰ ਰਿਟਾਇਰ ਹੋਏ ਨੇ, ਤੇ ਦੂਜੇ ਵਿਜੀਲੈਂਸ ਦੇ ਡਿਪਟੀ ਡਾਇਰੈਕਟਰ ਜਤਿੰਦਰਵੀਰ ਸਿੰਘ। ਇਹ ਮਸਲਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਾਂਚ ਦਾ ਵਿਸ਼ਾ ਬਣੂਗਾ। ਔਰ ਗਿੱਲ ਸਾਹਿਬ ਵਾਕਈ ਹੁੰਦਾ ਵੀ ਇਹੀ ਆ ਕਿ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਦੀ ਆ, ਫਿਰ ਉਹ ਵਿਵਾਦਾਂ 'ਚ ਆਉਂਦੀ ਆ, ਫਿਰ ਨਵੀਂ ਟੀਮ ਬਣਦੀ ਆ। ਸੋ ਇਸ ਤਰੀਕੇ ਦੇ ਨਾਲ ਇਹ ਮਸਲਾ ਗਾ ਜਿਹੜਾ ਉਹ ਚੱਲਣਾ ਜੀ। ਅੱਛਾ, ਕਾਂਗਰਸ ਦਾ ਦੂਲੋਂ ਉਹਨਾਂ ਨੇ ਕਿਹੜੀ ਗੱਲ ਕਰ ਦਿੱਤੀ ਰਾਹੁਲ ਨੂੰ ਮਿਲ ਕੇ ਜੀ? ਜੀ ਗਿੱਲ ਸਾਹਿਬ ਦੇਖੋ, ਸ਼ਮਸ਼ੇਰ ਸਿੰਘ ਦੂਲੋਂ ਹੋਰਾਂ ਨੇ ਅੱਜ ਬੜੇ ਗੰਭੀਰ ਇਲਜ਼ਾਮ ਲਾਏ ਨੇ। ਦਰਅਸਲ ਇੱਕ ਤਾਂ ਰਾਹੁਲ ਗਾਂਧੀ ਧੜ ਮਿਲ ਰਿਹਾ, ਅੱਜ ਬਹੁਤ ਸਾਰੇ ਆਗੂਆਂ ਨੂੰ ਮਿਲਿਆ, ਉਹ ਮੰਤਰੀ ਨੂੰ ਵੀ ਮਿਲਿਆ, ਕੁਛ ਨੂੰ ਵਿਜੇਂਦਰ ਸਿੰਗਲਾ ਜਿਹੜੇ ਸਿੱਖਿਆ ਮੰਤਰੀ ਹੈ, ਕੈਪਟਨ ਅਮਰਿੰਦਰ ਸਿੰਘ ਦੇ OSD ਨੂੰ ਵੀ ਮਿਲਿਆ, ਉਹ ਸੰਦੀਪ ਸੰਧੂ ਨੂੰ, ਇਸ ਤੋਂ ਇਲਾਵਾ ਉਹ ਵਿਧਾਇਕਾਂ ਨੂੰ ਵੀ ਮਿਲਿਆ ਜਿਨ੍ਹਾਂ 'ਚ ਡੈਣੀ ਵੀ ਸੀ, ਹੋਰ ਬਹੁਤ ਸਾਰੇ MLA ਸੀ। ਇੱਕ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋਂ ਨੂੰ ਵੀ ਮਿਲਿਆ। ਦੂਲੋਂ ਕੈਪਟਨ ਅਮਰਿੰਦਰ ਦਾ ਕੱਟੜ ਵਿਰੋਧੀ ਆ। ਦੂਲੋਂ ਦਾ ਮੁੰਡਾ ਵੀ ਆਮ ਆਦਮੀ ਪਾਰਟੀ ਚਲਿਆ ਗਿਆ ਸੀ, ਦੂਲੋਂ ਦੇ ਜਾਣ ਦੀ ਤਿਆਰੀ ਬਾਰੇ ਦੱਸਿਆ ਜਾ ਰਿਹਾ ਸੀ। ਲੇਕਿਨ ਸ਼ਮਸ਼ੇਰ ਸਿੰਘ ਦੂਲੋਂ ਦੀ ਪਿਛਲੇ 4.5 ਸਾਲ ਤੋਂ ਕੈਪਟਨ ਅਮਰਿੰਦਰ ਸਿੰਘ ਨਾਲ ਕਦੇ ਨਹੀਂ ਬਣੀ, ਇਹ ਜੱਗ ਜ਼ਾਹਰ ਹੈਗਾ। ਔਰ ਹੁਣ ਜਦੋਂ ਇਹ ਚਰਚਾ ਚੱਲ ਰਹੀ ਹੈਗੀ ਕਿ ਦਲਿਤ ਉਪ ਮੁੱਖ ਮੰਤਰੀ ਬਣਾਇਆ ਜਾਣਾ ਚਾਹੀਦਾ, ਤਾਂ ਸ਼ਮਸ਼ੇਰ ਸਿੰਘ ਦੂਲੋਂ ਜ਼ਾਹਰਾ ਤੌਰ ਦੇ ਉੱਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਰਹੇ ਨੇ, ਵੱਡੇ ਲੀਡਰ ਰਹੇ ਨੇ, ਉਹ ਅੱਗੇ ਆਉਂਦੇ ਨੇ। ਹੁਣ ਦੂਲੋਂ ਹੋਰਾਂ ਨੇ ਕੈਪਟਨ ਅਮਰਿੰਦਰ ਸਿੰਘ ਬਾਰੇ 2-3 ਗੱਲਾਂ ਰਾਹੁਲ ਗਾਂਧੀ ਨੂੰ ਮਿਲਣ ਤੋਂ ਬਾਅਦ ਕਹੀਆਂ, ਜਿਹਦੇ ਤੋਂ ਇਹ ਵੀ ਸੰਕੇਤ ਮਿਲ ਗਿਆ ਕਿ ਕਿਤੇ ਨਾ ਕਿਤੇ ਰਾਹੁਲ ਗਾਂਧੀ ਵੀ ਕੈਪਟਨ ਦੇ ਖਿਲਾਫ ਆ। ਨਹੀਂ ਤਾਂ ਗਿੱਲ ਸਾਹਿਬ ਇਹ ਹੁੰਦਾ ਹੈ ਵੀ ਜਦੋਂ ਰਾਹੁਲ ਗਾਂਧੀ ਨੂੰ ਮਿਲ ਲਏ, ਕਾਂਗਰਸ ਪਾਰਟੀ ਦੇ ਪ੍ਰਧਾਨ ਨੂੰ ਮਿਲ ਲਏ, ਉਹੀ ਮਤਲਬ ਜੇ ਕੈਪਟਨ ਦੇ ਪੱਖ ਦੇ ਵਿੱਚ ਸਟੈਂਡ ਲਈ ਖੜਾ ਹੋਵੇ, ਉਹੀ ਝਿੜਕ ਦਿੰਦਾ ਹੁੰਦਾ ਵੀ ਕਾਕਾ ਬਾਹਰ ਨਹੀਂ ਬੋਲਣਾ, ਚਾਹੇ ਬਜ਼ੁਰਗ ਹੀ ਨੇ ਉਹਦੇ, ਤੇ ਇਹ ਵੀ ਕਹਿ ਸਕਦਾ ਵੀ ਤੁਹਾਡੇ ਮੁੱਖ ਮੰਤਰੀ ਆ, ਮੁੱਖ ਮੰਤਰੀ ਨੂੰ ਮੁੱਖ ਮੰਤਰੀ ਸਮਝੋ। ਲੇਕਿਨ ਮੈਨੂੰ ਤਾਂ ਸਥਿਤੀ ਇਹ ਲੱਗਦੀ ਹੈ ਵੀ ਸੁਨੀਲ ਜਾਖੜ ਮਿਲਦਾ ਰਾਹੁਲ ਗਾਂਧੀ ਨੂੰ, ਉਹ ਆ ਕੇ ਕੈਪਟਨ ਖਿਲਾਫ ਬਿਆਨ ਦੇਣੇ ਸ਼ੁਰੂ ਕਰ ਦਿੰਦਾ, ਜਿਹੜਾ ਵੀ ਮਿਲਦਾ ਉਹ ਆ ਕੇ ਕੈਪਟਨ ਖਿਲਾਫ ਬਿਆਨ ਦੇਣੇ ਸ਼ੁਰੂ ਕਰ ਦਿੰਦਾ। ਸੋ ਇਹ ਕਿਸ ਪਾਸੇ ਨੂੰ ਸਥਿਤੀ ਜਾਂਦੀ ਆਉਣ ਵਾਲੇ ਦਿਨਾਂ 'ਚ ਪਤਾ ਲੱਗੂ। ਲੇਕਿਨ ਸ਼ਮਸ਼ੇਰ ਸਿੰਘ ਦੂਲੋਂ ਹੋਰਾਂ ਨੇ ਇਹ ਕਿਹਾ ਕਿ ਗਿੱਲ ਸਾਹਿਬ, ਉਹ ਕਹਿੰਦਾ ਵੀ ਇੱਕ ਤਾਂ ਦਲ ਬਦਲੂ, ਕਹਿੰਦਾ ਕੈਪਟਨ ਅਮਰਿੰਦਰ ਸਿੰਘ ਆ, ਕਹਿੰਦਾ ਇਹ 2-3 ਪਾਰਟੀਆਂ ਬਦਲ ਕੇ ਆਇਆ, ਕਹਿੰਦਾ ਅਸੀਂ ਕੁਰਬਾਨੀਆਂ ਵਾਲੇ ਬੰਦੇ, ਅਸੀਂ ਸ਼ੁਰੂ ਤੋਂ ਕਾਂਗਰਸ 'ਚ, ਇਹ 2-3 ਪਾਰਟੀਆਂ ਬਦਲ ਕੇ ਆ ਕੇ ਕਹਿੰਦਾ ਸਾਡਾ ਲੀਡਰ ਬਣਾਤਾ। ਦੂਜਾ ਉਹ ਕਹਿੰਦਾ ਕਾਂਗਰਸ ਜਿਹੜੀ ਪੰਜਾਬ ਦੀ ਆ ਉਹਦੇ 'ਚ ਸਰਜੀਕਲ ਸਟ੍ਰਾਈਕ ਦੀ ਲੋੜ ਆ, ਕਹਿੰਦਾ ਵੱਡੀਆਂ ਤਬਦੀਲੀਆਂ ਦੀ ਲੋੜ ਆ। ਸੋ ਸਰਜੀਕਲ ਸਟ੍ਰਾਈਕ ਸ਼ਬਦ ਵੀ ਸ਼ਮਸ਼ੇਰ ਸਿੰਘ ਦੂਲੋਂ ਹੋਰਾਂ ਨੇ ਕਾਫੀ ਫੇਮਸ ਕਰਤਾ ਜੀ। ਸੋ ਇਹਦੇ 'ਚੋਂ ਲੱਗਦਾ ਤਾਂ ਇਹੀ ਆ ਫਿਲਹਾਲ ਕਿ ਕਾਂਗਰਸ ਦਾ ਕਲੇਸ਼ ਮੁੱਕਦਾ ਨਜ਼ਰ ਨਹੀਂ ਆ ਰਿਹਾ। ਨਵਜੋਤ ਸਿੰਘ ਸਿੱਧੂ ਅਲੱਗ ਧੜਾ ਬਣਾ ਕੇ ਖੜਾ ਹੈ, ਪ੍ਰਤਾਪ ਸਿੰਘ ਬਾਜਵਾ ਅਲੱਗ ਧੜਾ ਬਣਾ ਕੇ ਖੜਾ ਹੈ। ਬਾਜਵਾ ਪਰਿਵਾਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਪ੍ਰਤਾਪ ਬਾਜਵਾ ਦੇ ਭਤੀਜੇ ਨੂੰ ਥਾਣੇਦਾਰੀ ਦੇ ਕੇ, ਲੇਕਿਨ ਉਹ ਉਹਨਾਂ ਨੂੰ ਵਾਪਸ ਮੋੜ ਨਹੀਂ ਪਈ ਲੋਕਾਂ ਦੇ ਵਿਰੋਧ ਕਰਕੇ। ਸੋ ਹੁਣ ਕਿਸ ਪਾਸੇ ਨੂੰ ਸਥਿਤੀਆਂ ਜਾਣਗੀਆਂ ਪੰਜਾਬ ਕਾਂਗਰਸ ਦੀਆਂ, ਇਹ ਆਉਣ ਵਾਲੇ ਦਿਨਾਂ 'ਚ ਦੇਖਣਾ ਹੋਊ। ਲੇਕਿਨ ਫਿਲਹਾਲ ਇਹ ਲੱਗਦਾ ਕਿ ਕਾਂਗਰਸ ਦੇ ਵਿੱਚ ਕੁਝ ਵੀ ਅੱਛਾ ਹੈ ਨਹੀਂ ਜੀ। ਅਖੀਰ 'ਚ ਟਵਿੱਟਰ ਦਾ ਰੇੜਕਾ ਬਹੁਤ ਪਿਆ ਦਿੱਲੀ ਵਾਲਿਆਂ ਨਾਲ, ਹੁਣ ਟਵਿੱਟਰ ਵਾਲਿਆਂ ਨੇ ਰਵੀ ਸ਼ੰਕਰ ਜੀ ਲਾਤੇ। ਜੀ ਗਿੱਲ ਸਾਹਿਬ ਦੇਖੋ, ਇਹ ਭਾਰਤ ਸਰਕਾਰ ਵਾਲੇ ਕਾਨੂੰਨ ਸਿਖਾਉਂਦੇ ਸੀ ਟਵਿੱਟਰ ਵਾਲਿਆਂ ਨੂੰ। ਇਹ ਕਹਿੰਦੇ ਸੀ ਵੀ ਜਿਵੇਂ ਅਸੀਂ ਕਹਾਂਗੇ ਸਾਡੇ ਭਾਰਤ ਦੇ ਜੋ ਕਾਨੂੰਨ ਨੇ ਉਹਨਾਂ ਨੂੰ ਮੰਨਣਾ ਪਊਗਾ। ਲੇਕਿਨ ਟਵਿੱਟਰ ਵਾਲਿਆਂ ਨੇ ਅੱਜ ਇਹਨਾਂ ਨੂੰ ਕਾਨੂੰਨ ਸਿਖਾਤਾ। ਇਹ ਬੜਾ ਗੰਭੀਰ ਮਸਲਾ ਬਣਿਆ। ਸਿਖਾਇਆ ਵੀ ਉਹਨੂੰ ਜਿਹੜਾ ਇਨਫੋਰਮੇਸ਼ਨ ਟੈਕਨੋਲੋਜੀ ਸਾਡਾ ਮੰਤਰੀ ਹੈਗਾ, ਜਿਹੜਾ ਲਗਾਤਾਰ ਟਵਿੱਟਰ ਵਾਲਿਆਂ ਨੂੰ ਬੋਲ ਰਿਹਾ ਹੈਗਾ ਵੀ ਤੁਹਾਨੂੰ ਸਾਡੇ ਲਾ ਮੰਨਣੇ ਪੈਣਗੇ। ਅੱਜ ਉਹਨਾਂ ਨੇ 1 ਘੰਟੇ ਦੇ ਲਈ ਬਲੌਕ ਕਰਤਾ ਅਕਾਊਂਟ IT ਮਿਨਿਸਟਰ ਦਾ, ਔਰ ਨਾਲ ਉਹਨਾਂ ਨੇ ਕਿਹਾ ਵੀ ਤੁਸੀਂ ਜਿਹੜੀ ਉਲੰਘਣਾ ਕਰ ਰਹੇ ਹੋ ਅਮਰੀਕੀ ਜਿਹੜਾ ਐਕਟ ਹੈਗਾ ਉਸ ਦੀ ਉਲੰਘਣਾ ਕਰ ਰਹੇ ਹੋ, ਜਿਸ ਕਰਕੇ ਜੇ ਤੁਸੀਂ ਵਾਰ-ਵਾਰ ਕਰੋਗੇ ਤਾਂ ਅਸੀਂ ਫਿਰ ਅੱਗੇ ਤੋਂ ਜਿਹੜਾ ਉਹ ਮੁਕੰਮਲ ਤੌਰ ਦੇ ਉੱਤੇ ਬੰਦ ਕਰ ਸਕਦੇ ਹਾਂ, ਜਿਹਦੇ ਤੋਂ ਕਾਫੀ ਮਸਲਾ
ਉਲਝਿਆ ਹੋਇਆ। ਦਰਅਸਲ ਪਿਛਲੇ ਦਿਨਾਂ ਦੇ ਵਿੱਚ ਕੇਂਦਰ ਸਰਕਾਰ ਨੇ ਡਿਜੀਟਲ ਮੀਡੀਆ ਨੂੰ ਨੇਮਬੱਧ ਕਰਨ ਦੇ ਲਈ ਫਰਵਰੀ 2021 ਚ ਜਿਹੜੇ ਨਿਯਮ ਜਾਰੀ ਕੀਤੇ ਸੀ ਉਹਨੂੰ ਸਖਤੀ ਦੇ ਨਾਲ ਲਾਗੂ ਕਰਾਉਣ ਦੀ ਗੱਲ ਕੀਤੀ ਆ। ਔਰ ਹੁਣ ਗਿੱਲ ਸਾਹਿਬ 13 ਮੀਡੀਆ ਸੰਸਥਾਵਾਂ ਨੇ ਮਦਰਾਸ ਹਾਈਕੋਰਟ 'ਚ ਪਟੀਸ਼ਨ ਦਾਇਰ ਕਰਕੇ ਜਿਹੜਾ ਨਵਾਂ ਦੀ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਇਹਨਾਂ ਦੇ ਵੱਲੋਂ 2021 ਲਿਆਂਦਾ ਜਾ ਰਿਹਾ ਉਹਨੂੰ ਸੰਵਿਧਾਨ ਦੀ ਉਲੰਘਣਾ ਕਰਾਰ ਦਿੱਤਾ ਔਰ ਪਟੀਸ਼ਨ ਆ ਜਿਹੜੀ ਆ ਉਹ ਫਾਈਲ ਕੀਤੀ ਹੋਈ ਆ। ਸੋ ਮਸਲਾ ਦੋਨਾਂ ਦੇ ਵਿੱਚ ਉਲਝਦਾ ਨਜ਼ਰ ਆ ਰਿਹਾ ਹੈ ਜੀ। ਧੰਨਵਾਦ ਜੀ। ਤੇ ਸੋਮਵਾਰ ਫੇਰ ਗੱਲਬਾਤ ਤੁਹਾਡੇ ਨਾਲ ਹੋਏਗੀ 9:15 ਵਜੇ। ਖਿਆਲ ਰੱਖਣਾ ਆਪਣਾ ਤੇ ਚੜ੍ਹਦੀ ਕਲਾ। ਸ਼ੁਕਰੀਆ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਖਲਾਅ ਦੇ ਵਿੱਚ ਭਟਕਣ ਦੀ ਉਹ ਗੱਲ ਹੈ, ਬੰਦੇ ਦੇ ਹੱਥ ਤਾਂ ਹੈ ਨਹੀਂ ਕੁਛ, ਕੋਸ਼ਿਸ਼ ਕਰ ਰਿਹਾ ਬਹੁਤ। ਉਹ ਹੁਣ ਰੇਸ ਲੱਗੀ ਹੋਈ ਹੈ। ਇਲਨ ਮਸਕ ਨੇ ਜਾਣਾ ਆਪਣੇ ਭਾਈ ਦੇ ਨਾਲ, 100 ਕਿਲੋਮੀਟਰ ਉੱਚਾ ਉੱਡਣਾ, 10 ਮਿੰਟ ਦੀ ਰਾਈਡ ਹੈ। ਇੱਕ ਬੰਦੇ ਨੇ $20 ਮਿਲੀਅਨ ਦੇ ਨਾਲ ਉਸ ਨੂੰ ਬਿਡ ਦੇ ਨਾਲ ਜਿੱਤਿਆ। ਕੈਰਮਨ ਲਾਈਨ 'ਤੇ ਜਿੱਥੋਂ ਧਰਤੀ ਦਾ ਵਾਤਾਵਰਨ ਤੇ ਸਪੇਸ ਜਿਹੜਾ ਖਲਾਅ ਜਿੱਥੋਂ ਸ਼ੁਰੂ ਹੁੰਦਾ, ਪੁਲਾੜ ਕਹਿ ਲਓ, ਅਲੱਗ-ਅਲੱਗ ਨਾਉ ਨੇ, ਉੱਥੋਂ ਮੁੜ ਕੇ ਆਉਣਾ, ਮਤਲਬ ਕਾਰਨਰ ਤੋਂ। ਨਾਲ ਹੀ ਬ੍ਰੈਂਸਨ ਨੇ, ਰਿਚਰਡ ਬ੍ਰੈਂਸਨ ਜਿਹੜਾ ਵਰਜਨ ਐਟਲਾਂਟਿਕ ਵਾਲਾ, ਉਸ ਦੀ ਇੱਕ ਵਰਜਨ ਗਲੈਕਟਿਕ ਜਿਹੜੀ ਉਸ ਦੀ ਕੰਪਨੀ ਹੈ, ਉਹਨੂੰ ਵੀ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ FAA ਨੇ ਜਿਹੜੀ ਅਪਰੂਵਲ ਦੇ ਦਿੱਤੀ ਆ। ਉਹ ਕਹਿੰਦਾ ਮੈਂ ਵੀ ਜਾਣਾ, ਮੇਰੀ ਵੀ ਤਿਆਰੀ ਆ। ਉਸਨੇ 6 ਵਾਲਾ ਜਿਹੜਾ ਉਹਦੇ ਕੋਲ 6 ਜਿਹੜੇ ਯਾਤਰੂ ਜਾ ਸਕਦੇ ਨੇ, ਉਸ ਦਾ ਜਿਹੜਾ ਸਪੇਸ ਕਰਾਫਟ ਹੈ VSS ਯੂਨਿਟੀ, ਅਤੇ ਉਸ ਨੂੰ ਮਦਰਸ਼ਿਪ ਤੋਂ ਥੱਲਿਓਂ ਚੜ੍ਹਾ ਕੇ ਤੇ ਉੱਪਰ ਜਾ ਕੇ, ਉੱਚਾ ਜਾ ਕੇ ਛੱਡਣਾ, ਅਤੇ ਫਿਰ ਉਸਨੇ ਉੱਪਰ ਜਾਣਾ। ਉਸਨੇ ਵੀ ਮੁੜ ਕੇ ਆ ਜਾਣਾ ਅਤੇ ਗੇੜਾ ਲਾਉਣਾ। ਜ਼ਿਆਦਾਤਰ ਟੈਕਸਸ ਦੇ ਵਿੱਚ ਹੀ ਇਹ ਸਾਰੇ ਬੇਸ ਨੇ। ਇਹ ਬਹੁਤ ਵੱਡਾ ਇੱਕ ਜਿਹੜਾ ਬਿਜ਼ਨਸ ਹੋਣਾ ਆਉਣ ਵਾਲੇ ਸਮੇਂ 'ਚ। ਅੱਗੇ ਜਿਹੜੀ ਹਾਈਬਰ ਲੂਪ ਦੀ ਗੱਲ ਚੱਲ ਰਹੀ ਹੈ, ਹਾਈਬਰ ਲੂਪ ਇੱਕ ਮਤਲਬ ਗੋਲ ਟਿਊਬ ਨੁਮਾ ਹੋਏਗੀ, ਅਤੇ ਜਿਹਦੇ ਵਿੱਚ ਦੀ ਵੈਕਿਊਮ ਦੇ ਨਾਲ ਤੁਹਾਡੀ ਜਿਹੜਾ ਵਿੱਚ ਕਾਰਾਂ ਜਿਹੜੀਆਂ ਸੈੱਟ ਕੀਤੀਆਂ ਹੋਣਗੀਆਂ, ਗੋਲ ਉਸ ਤਰ੍ਹਾਂ ਟਿਊਬ ਵਾਂਗੂ ਹੀ, ਅਤੇ ਉਹਦੇ 'ਚ ਬੰਦੇ ਬੈਠਣਗੇ। 1000 ਕਿਲੋਮੀਟਰ ਪਰ ਆਵਰ। ਇੱਕ ਪ੍ਰਾਈਵੇਟ ਕੈਨੇਡੀਅਨ ਹਾਈਬਰ ਲੂਪ ਕੰਪਨੀ ਹੈ, ਉਹ ਕੋਸ਼ਿਸ਼ ਕਰ ਰਹੀ ਹੈ ਕਿ ਕੈਲਗਰੀ ਤੋਂ ਐਡਮਿੰਟਨ ਦਾ ਇਹ ਸਫ਼ਰ ਹੈ ਜਿਹੜਾ ਇੱਥੇ ਜਿਹੜੀ ਹੈ ਇਹ ਬਣਾਈ ਜਾਵੇ। ਅਤੇ ਬਹੁਤ ਵੱਡਾ ਪ੍ਰੋਜੈਕਟ ਆ ਉਹ, ਛੋਟਾ ਪ੍ਰੋਜੈਕਟ ਨਹੀਂ। 30-40 ਮਿਲੀਅਨ ਪਰ ਕਿਲੋਮੀਟਰ ਉੱਤੇ ਖਰਚਾ ਹੁੰਦਾ। ਇਹਦਾ 22 ਤੋਂ 23 ਬਿਲੀਅਨ ਡਾਲਰ ਇਸ 'ਤੇ ਖਰਚਾ ਹੋਣਾ। ਅਤੇ ਵੇਖਦੇ ਹਾਂ ਕਿ ਫੀਜ਼ੇਬਲ ਹੈ ਜਾਂ ਨਹੀਂ। ਬੜਾ ਕੁਛ ਜਿਹੜਾ ਨਵਾਂ ਚੱਲ ਰਿਹਾ ਜੀ, ਅਤੇ ਆਪਣੇ ਵੇਖਦੇ ਹਾਂ ਅਗਲੇ 15-20 ਸਾਲਾਂ 'ਚ ਬਹੁਤ ਕੁਛ ਬਦਲ ਜਾਣਾ। ਪਰ ਹੈ ਕੁਦਰਤ ਦੇ ਨਾਲ ਬਹੁਤ ਵੱਡਾ ਸਬਜੈਕਟ ਆ ਇਹ, ਕਿ ਕੁਦਰਤ ਨਾਲ ਛੇੜਛਾੜ ਜਿਹੜੀ ਹੈ ਉਹਦਾ ਪ੍ਰਣਾਮ ਕੀ ਹੋ ਸਕਦਾ। ਬੇਸਿਕਲੀ ਤਾਂ ਸਿਰ 'ਤੇ ਛੱਤ 'ਤੇ ਢਿੱਡ ਦੀ ਗੱਲ ਦੀ ਕਹਾਣੀ ਸੀ, ਅਤੇ ਕੁਦਰਤ ਤੋਂ ਸਭ ਕੁਛ ਪ੍ਰੋਵਾਈਡ ਕਰਦਾ ਸੀ। ਕੁਦਰਤ ਨੇ ਸਾਰਾ ਕੁਝ ਦਿੱਤਾ ਹੋਇਆ ਸੀ। ਮੂਲ ਵਾਸੀ ਜਿਵੇਂ ਇੱਥੇ ਦੇ, ਉਹ ਕੁਦਰਤ ਦੇ ਆਲੇ ਦੁਆਲੇ ਰਹਿੰਦੇ, ਉਹ ਕਹਿੰਦੇ ਕਰਤਾ ਖਰਾਬ, ਸਸਟੇਨੇਬਲ ਨਹੀਂ ਹੈ ਤੁਹਾਡਾ ਜਿਹੜਾ ਹੁਣ ਦਾ ਮਾਡਲ ਹੈ, ਇਹ ਬਰਬਾਦੀ ਹੋਏਗੀ। ਹੋਈ ਹੈ, ਅਤੇ ਜਦ ਉਸਨੇ ਰੋਕਣਾ ਤਾਂ ਉਹ ਰੋਕ ਦਿੰਦਾ, ਸਭ ਕੁਛ ਇਹ ਰੋਕ ਦਿੰਦਾ। ਰੁਕਿਆ ਤੁਹਾਡੇ ਸਾਹਮਣੇ। ਪੰਜਾਬ ਦੇ ਵਿੱਚ ਪਾਣੀ ਸਾਫ਼ ਹੋ ਗਏ ਸੀ, ਅਤੇ ਨਾਲ ਹੀ ਜਿਹੜਾ ਉਹ ਜਾਨਵਰ ਜਿਹੜੇ ਲੱਭਦੇ ਨਹੀਂ ਸੀ, ਦੇਖ ਲਓ ਕਿਵੇਂ ਆ ਗਏ ਸੀ। ਬਾਕੀ ਜਿਹੜੀਆਂ ਹੋਰ ਵੱਡੀਆਂ ਖਬਰਾਂ ਉਹਦੇ 'ਚ ਇਹ ਹੈ ਕਿ ਰਸ਼ੀਆ ਜਿਹੜਾ ਉਸਨੇ ਪਿਛਲੇ ਦਿਨੀ ਜਿਹੜਾ ਬ੍ਰਿਟਿਸ਼ ਵਾਰਸ਼ਿਪ ਸੀ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਅਤੇ ਹੁਣ ਡਰਿਲ ਕਰ ਰਿਹਾ ਮੈਡੀਟਰੇਨੀਅਨ ਦੇ ਵਿੱਚ। 4 ਤੇ ਜਹਾਜ਼ ਕਹਿੰਦਾ ਡਰਿਲ ਹੋ ਰਹੀ ਹੈ ਮੇਰੀ। ਅਤੇ ਅਲੱਗ-ਅਲੱਗ ਇਹਦੀਆਂ ਖਬਰਾਂ ਆ ਰਹੀਆਂ ਨੇ। ਰਸ਼ੀਆ ਨੇ ਕਿਹਾ, ਕਹਿੰਦਾ ਮੈਂ ਬੰਬਿੰਗ ਕਰਕੇ ਉਸ ਨੂੰ ਰੋਕਿਆ,
ਬੋਂਬਿੰਗ ਨਹੀਂ, ਉਹਦੇ ਸਾਹਮਣੇ ਰਾਜ ਸੁੱਟੇ, ਕਹਿੰਦਾ ਮੇਰੇ ਵਾਲੇ ਪਾਸੇ ਨੂੰ ਕਰਚ ਦੀ ਖਾੜੀ 'ਚ ਨੂੰ ਐਜ਼ ਆਫ ਸਮੁੰਦਰ ਵੱਲ ਨੂੰ ਆ ਰਿਹਾ ਸੀ ਅਤੇ ਅਸੀਂ ਰਾਹ ਦੇ ਵਿੱਚ ਬੰਬ ਸਿੱਟਿਆ। ਇਹ ਯੂਕਰੇਨੀਅਨ ਪਾਣੀ ਕ੍ਰਾਈਮੀਆ ਤੋਂ ਉੱਪਰਲੇ ਬੰਨੇ ਜਾ ਰਿਹਾ ਸੀ। ਉਹ ਇੱਕ ਬੜਾ ਰੇੜਕਾ ਹੈ ਅਤੇ ਜਿਹੜਾ ਕਿ ਅੱਗੇ ਨਿਬੜਨੀ ਨਹੀਂ ਹੈ ਗੱਲ। ਅਤੇ ਇਹ ਜਿਹੜੀ ਅਸਲ ਉਸ ਖਿੱਤੇ ਦੇ ਵਿੱਚ ਜਿਹੜੇ ਨੇ ਪਿੱਛੇ ਜੇ ਡਰਿਲ ਨਾਲ ਜਿਹੜੀ ਨੈਟੋ ਦੀਆਂ ਐਲਾਈਜ਼ ਨੇ ਨਾ, ਉਹਦੇ ਨਾਲ ਰੂਸ ਦੇ ਸਰਹੱਦਾਂ ਦੇ ਨੇੜੇ ਜਿਹੜੀਆਂ ਨਾ ਇਹ ਵੀ ਕਰਦੇ ਨੇ, ਗੇੜਾ ਦਿੰਦੇ ਆ, ਮੁੜ ਮੁੜ ਕੇ ਉੱਥੇ ਨੂੰ ਕੱਢਦੇ ਆ। ਰਸ਼ੀਆ ਨੇ ਵਾਰਨ ਕੀਤਾ ਅਮਰੀਕਾ ਨੂੰ ਅਤੇ ਇੰਗਲੈਂਡ ਨੂੰ ਬਈ ਟਿਕ ਜਾਓ, ਇਹ ਨਾ ਕਰੋ, ਵਾਰਸ਼ਿਪ ਜਿਹੜੇ ਬਲੈਕ ਸੀ ਦੇ ਵਿੱਚ ਕਾਲੇ ਸਾਗਰ 'ਚ ਨਾ ਭੇਜੋ, ਇਹ ਗਲਤ ਹੈ। ਕਿਉਂਕਿ ਉੱਥੇ ਉਹਦੀ ਸਰਦਾਰੀ ਹੈ। ਜਿਵੇਂ ਰਸ਼ੀਆ ਦੇ ਸ਼ਿਪ ਜਿਹੜੇ ਐਟਲਾਂਟਿਕ ਦੇ ਵਿੱਚ ਆ ਕੇ ਆਲੇ ਦੁਆਲੇ ਤੁਰੇ ਫਿਰਨ ਅਮਰੀਕਾ ਦੇ, ਇਸ ਤਰ੍ਹਾਂ ਮਾੜਾ ਮੰਦਾ ਵੱਡੀਆਂ ਜਿਹੜੀਆਂ ਪਾਵਰਸ ਨੇ ਉਹ ਨਹੀਂ ਦਿਖਾਉਣਾ ਚਾਹੁੰਦੀਆਂ ਕੁਛ ਬਈ ਸਾਡੇ ਵੱਲ ਨੂੰ ਕੋਈ ਆਵੇ। ਗੁਰੂ ਹਰਗੋਬਿੰਦ ਸਾਹਿਬ ਦੇ ਅੱਜ ਪ੍ਰਕਾਸ਼ ਪੁਰਬ 'ਤੇ ਥੋੜ੍ਹਾ ਜਿਹਾ ਸੰਖੇਪ ਉਹਨਾਂ ਦੇ ਜੀਵਨ ਦੇ ਬਾਰੇ ਆਉਣ ਵਾਲੇ 10-15 ਮਿੰਟ ਗੱਲਬਾਤ ਮੈਂ ਕਰਨੀ ਚਾਹੁੰਦਾ ਕਿ ਗੁਰੂ ਦੀ ਵਡਾਲੀ ਦੇ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ। ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਘਰੇ, ਅਤੇ ਆਪ ਜੀ ਦੇ ਅੱਗੇ ਜਿਹੜੇ ਨੇ 5 ਸਪੁੱਤਰ ਨੇ, ਬਾਬਾ ਗੁਰਦਿੱਤਾ ਜੀ ਜਿਨ੍ਹਾਂ ਦਾ ਉਦਾਸੀ ਸੰਪਰਦਾ ਸ਼ੁਰੂ ਹੋਈ ਹੈ, ਜਿਨ੍ਹਾਂ ਦੇ ਪੁੱਤਰ ਗੁਰੂ ਹਰ ਰਾਏ ਪਾਤਸ਼ਾਹ 6ਵੇਂ ਪਾਤਸ਼ਾਹ ਬਣੇ, ਬਾਬਾ ਅਣੀ ਰਾਏ ਜੀ, ਬਾਬਾ ਅਟਲ ਰਾਏ ਜੀ, ਬਾਬਾ ਸੂਰਜਮਲ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ, ਅਤੇ ਬੀਬੀ ਬੀਰੋ ਜਿਹੜੀ ਉਹ ਆਪ ਜੀ ਦੇ ਸਪੁੱਤਰੀ ਸਨ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਭੂਆ ਦੇ ਪੁੱਤ ਸੰਗੋ ਸ਼ਾਹ ਸ਼ਹੀਦ, ਅਤੇ ਬੀਰੋ ਭੂਆ ਜੀ ਲੱਗਦੇ ਸਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ, ਅਤੇ ਉਹਨਾਂ ਦੇ ਪੁੱਤਰਾਂ ਨੇ ਭੰਗਾਣੀ ਦੀ ਯੁੱਧ ਦੇ ਵਿੱਚ ਸ਼ਹੀਦੀ ਜਿਹੜੀ ਹੈ ਉਹ ਲਈ ਸੀ। ਧਾਰਮਿਕ ਅਸਥਾਨ ਜਿਹੜੇ ਨੇ ਕਿਲ੍ਹਾ ਲੋਹਗੜ੍ਹ, ਅਕਾਲ ਤਖਤ ਸਾਹਿਬ, ਡੇਰਾ ਸਾਹਿਬ, ਕੀਰਤਪੁਰ, ਮਹਾਰਾਜ, ਫਿਰੋਜ਼ਪੁਰ, ਕੌਲਸਰ, ਵਿਵੇਕਸਰ, ਗੁਰੂਸਰ। ਯੁੱਧ ਜਿਹੜੇ ਹੋਏ ਨੇ, ਅੰਮ੍ਰਿਤਸਰ ਸਾਹਿਬ ਦਾ ਹੋਇਆ, ਸ਼੍ਰੀ ਹਰਗੋਬਿੰਦਪੁਰ ਦਾ ਹੋਇਆ, ਗੁਰੂਸਰ ਮਹਾਰਾਜ ਦਾ ਹੋਇਆ, ਕਰਤਾਰਪੁਰ ਜਲੰਧਰ ਦਾ ਹੋਇਆ। ਬਚਪਨ ਦਾ ਤੁਹਾਨੂੰ ਪਤਾ ਹੀ ਹੈ ਕਿ ਬਾਲ ਅਵਸਥਾ ਦੇ ਵਿੱਚ ਤਾਏ ਨੇ, ਪ੍ਰਿਥੀ ਚੰਦ ਨੇ ਗੁਰੂ ਸਾਹਿਬ ਨੂੰ ਮਾਰ ਮੁਕਾਉਣ ਦੇ ਲਈ ਕੀ ਕੁਛ ਕੀਤਾ ਹੈ, ਪਰ ਨਹੀਂ, ਇਹ ਗੱਲਾਂ ਨਾ ਹੋਈਆਂ। ਸਾਹਿਬ ਦੀ ਜਿਹੜੀ ਵਿੱਦਿਆ ਅਤੇ ਯੁੱਧ ਕਲਾ ਜਿਹੜੀ ਆ ਬਾਬਾ ਬੁੱਢਾ ਜੀ ਦੀਆਂ ਜਿਹੜੀਆਂ ਉਹਨਾਂ ਦੀ ਦੇਖ ਰੇਖ ਥੱਲੇ ਹੋਈ। ਉਸ ਸਮੇਂ ਜਹਾਂਗੀਰ ਬਾਦਸ਼ਾਹ ਸੀ। ਜਹਾਂਗੀਰ ਬਾਦਸ਼ਾਹ ਜਿਹੜਾ ਹੈ ਅਤੇ ਗੁਰੂ ਅਰਜਨ ਪਾਤਸ਼ਾਹ ਦੀ ਸ਼ਹੀਦੀ, ਚੰਦੂ ਦਾ ਬਹੁਤ ਵੱਡਾ ਇਹ 'ਤੇ ਰੋਲ ਹੈ। ਚੰਦੂ ਨੂੰ ਇਹਦੇ 'ਚ ਮਨਫੀ ਕੀਤਾ ਜਾ ਰਿਹਾ, ਬੜੀਆਂ ਕਿਤਾਬਾਂ ਇਹਦੇ ਬਾਰੇ ਲਿਖੀਆਂ ਨੇ, ਪਰ ਚੰਦੂ ਦੇ ਆਲੇ ਦੁਆਲੇ ਸਾਰਾ ਕੁਛ ਘੁੰਮਦਾ। ਗੁਰਿਆਈ ਦੇ ਸਮੇਂ ਸੇਲੀ ਟੋਪੀ ਪਹਿਨਣ ਦੀ ਗੱਲ ਜਿਹੜੀ ਸੀ, ਇੱਕ ਮਾਲਾ ਅਤੇ ਸਿਰ 'ਤੇ ਟੋਪੀ, ਉਹਦੀ ਜਗ੍ਹਾ ਫਿਰ 2 ਤਲਵਾਰਾਂ ਜਿਹੜੀਆਂ ਬੱਧੀਆਂ, ਇੱਕ ਮੀਰ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟਗੜ੍ਹ ਦਰਵਾਜ਼ਾ ਬਲਖ ਵਖੀਰ ਦੀ, ਨਾਲ ਸਿਪਾਹੀ ਨੀਲ ਨਾਲ ਕਰ ਦੁਸ਼ਟਾਂ ਮਾਰੇ ਕਰੇ ਤਗੀਰ ਜੀ, ਪੱਗ ਤੇਰੀ ਕੀ ਜਹਾਂਗੀਰ ਦੀ। 42 ਅਤੇ 44 ਇੰਚ ਦੀਆਂ ਸਿੱਧੇ ਪਾਸੇ ਆ ਜਿਹੜੀ 44 ਇੰਚ ਦੀ ਹੈ, 42 ਇੰਚ ਦੀ ਦੂਜੇ ਪਾਸੇ ਆ। ਭਗਤੀ ਅਤੇ ਸ਼ਕਤੀ ਬਰਾਬਰ ਕਰਤੀ, ਧਰਮ ਅਤੇ ਰਾਜਨੀਤੀ ਬਰਾਬਰ ਕਰਤੀ, ਜਿਹਨੂੰ ਅੱਜ ਤੱਕ ਸਮਝ ਨਹੀਂ ਸਕੇ ਲੋਕ। ਦੁਨੀਆ ਦੇ ਚੱਕਰ ਦੇ ਵਿੱਚ ਧਰਮ ਤੋਂ ਦੂਰ ਜਿੰਨੇ ਨੇ ਉਹ ਕਹਿੰਦੇ ਨਹੀਂ, ਭਗਤੀ ਅਤੇ ਸ਼ਕਤੀ ਜਿਹੜੀ ਆ ਧਰਮ ਅਤੇ ਰਾਜਨੀਤੀ ਇਕੱਠੀ ਨਹੀਂ ਹੋਣੀ ਚਾਹੀਦੀ। ਚਲੋ ਜਿਹੜੀ ਗੱਲ ਹੋਈ ਕਰ ਦਿੱਤੀ ਤਾਂ ਕਰ ਦਿੱਤੀ। ਰਾਜਨੀਤੀ ਅਤੇ ਧਰਮ ਦਾ ਜੇ ਕੁੰਡਾ ਹੋਊਗੀ ਤਾਂ ਰਾਜਨੀਤੀ ਬਹੁਤ ਵਧੀਆ ਚੱਲਦੀ ਹੈ। ਜਿਹੜੇ ਡਰਦੇ ਨਹੀਂ ਉਹ ਫਿਰ ਪੁੱਠੀਆਂ ਗੱਲਾਂ ਕਰਦੇ। ਹਰਿਮੰਦਰ ਸਾਹਿਬ, ਦਰਬਾਰ ਸਾਹਿਬ ਦੇ ਪੈਰਾਂ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਆ, ਬਹੁਤ ਖੁੱਲ੍ਹਾ। ਅੰਮ੍ਰਿਤਸਰ ਸਾਹਿਬ 'ਤੇ ਜਿੱਥੇ ਮਰਜ਼ੀ ਬਣਾ ਦਿੰਦੇ। ਉੱਥੋਂ ਗੱਲ ਸੁੱਧ ਕੀਤੀ ਹੈ ਕਿ ਭਗਤੀ ਵੱਡੀ ਹੈ, ਸ਼ਕਤੀ ਛੋਟੀ ਹੈ। ਭਗਤੀ ਦੇ ਪੈਰਾਂ ਦੇ ਵਿੱਚ ਸ਼ਕਤੀ ਹੈ। ਭਗਤੀ ਉੱਤਮ ਹੈ, ਜਾਂ ਭਗਤੀ ਨੂੰ ਕੋਈ ਹੱਥ ਪਾਵੇ ਸ਼ਕਤੀ ਹੈ ਫਿਰ। ਅਤੇ
ਕਿਲ੍ਹਾ ਲੋਹਗੜ੍ਹ ਬਣਾਇਆ। ਉਹਦੇ ਬਾਅਦ ਚੰਦੂ ਨੇ ਗੱਲ ਜਿਹੜੀ ਜਹਾਂਗੀਰ ਕੋਲ ਕਰਤੀ ਸ਼ੁਰੂ, ਬਈ ਇਹ ਤਾਂ ਗੁਰੂ ਸਾਹਿਬ ਦੀ ਸ਼ਹੀਦੀ ਦਾ ਬਦਲਾ ਲਊਗਾ। ਅਖੀਰ ਦਿੱਲੀ ਜਹਾਂਗੀਰ ਨੇ ਸਾਹਿਬ ਨੂੰ ਸੱਦਿਆ ਅਤੇ 300 ਸੂਰਮਿਆਂ ਨਾਲ ਉਹ ਦਿੱਲੀ ਨੂੰ ਗਏ ਨੇ। ਤਰਨਤਾਰਨ ਗੋਇੰਦਵਾਲ ਦੁਆਬੇ ਦੇ ਵਿੱਚ ਦੀ ਲੰਘਦੇ ਫਿਰ ਜਹਾਂਗੀਰ ਦੇ ਨਾਲ ਰਹੇ ਅਤੇ ਜਹਾਂਗੀਰ ਦੇ ਨਾਲ ਸ਼ਿਕਾਰ ਵੀ ਖੇਡੇ। ਪਰ ਜਹਾਂਗੀਰ ਦੇ ਦਿਲ ਦਾ ਪਾਪ ਜਿਹੜਾ ਸੀ ਵੀ ਨਹੀਂ, ਇਹ ਜਿਹੜਾ ਇਹ ਗੱਲ ਠੀਕ ਨਹੀਂ ਹੋਣੀ। ਅਖੀਰ ਗਵਾਲੀਅਰ ਦਾ ਸਮਾਂ ਅਤੇ ਗਵਾਲੀਅਰ ਦੇ ਵਿੱਚ 52 ਰਾਜਿਆਂ ਨੂੰ ਨਾਲ ਲੈ ਕੇ ਆਏ, ਜਿਨ੍ਹਾਂ 'ਚੋਂ ਜ਼ਿਆਦਾਤਰ ਉਹ ਸਨ ਜਿਹੜੇ ਪਹਾੜੀ ਸੀ ਰਾਜੇ, ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਿੰਘ ਸਾਹਿਬ ਦੇ ਖਿਲਾਫ ਵੱਧ ਲੜਾਈਆਂ ਜਿਹੜੀਆਂ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਹੋਈਆਂ ਪਹਾੜੀ ਰਾਜਿਆਂ ਨਾਲ ਹੋਈਆਂ। ਸਮਝਣ ਦੀ ਲੋੜ ਆ, ਮੁਗਲਾਂ ਨਾਲ ਨਹੀਂ ਹੋਈਆਂ, ਨਰੰਗੇ ਨਾਲ ਘੱਟ ਹੋਈਆਂ। ਅਤੇ ਦਿੱਲੀ ਆਏ ਵਾਪਸ। ਦਿੱਲੀ ਆ ਕੇ ਮਜਨੂ ਕੇ ਟਿੱਲੇ 'ਤੇ ਠਹਿਰੇ ਅਤੇ ਇੱਥੇ ਬਾਦਸ਼ਾਹ ਆਪ ਦਰਸ਼ਨਾਂ ਨੂੰ ਆਇਆ ਅਤੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਸਾਰਾ ਕੰਮ ਚੰਦੂ ਦਾ। ਕਹਿੰਦੇ ਆ ਲੈ ਜਾਓ ਜੀ ਚੰਦੂ ਨੂੰ ਮੁਸ਼ਕਾਂ ਦੇ ਕੇ ਦਿੱਲੀੋਂ ਲਾਹੌਰ ਲਿਆ ਕੇ ਸਾਹਿਬ ਨੇ ਲਾਹੌਰ ਦੇ ਵਿੱਚ ਫੇਰਿਆ। ਅਤੇ ਫਿਰ ਗੁਰਦਿੱਤਾ ਭੜਪੂੰਜਾ ਜੀ ਨੇ ਸਾਹਿਬ ਦੇ ਸਿਰ 'ਤੇ, ਅਰਜਨ ਪਾਤਸ਼ਾਹ ਦੇ ਸਿਰ 'ਤੇ ਤੱਤੀ ਰੇਤ ਪਾਈ ਸੀ, ਉਹਦੇ ਤੋਂ ਉਹੀ ਕੜਛੇ ਨਾਲ ਉਹਨੇ ਕੁੱਟ-ਕੁੱਟ ਕੇ ਚੰਦੂ ਨੂੰ ਮਾਰਿਆ। ਅਤੇ ਫਿਰ ਸਾਹਿਬ ਦੇ ਜਿਹੜੇ ਗੁਰੂ ਕੇ ਮਹਿਲ ਨੇ ਸੰਨ 1604 ਦੇ ਵਿੱਚ ਪਿੰਡ ਡੱਲਾ ਦੇ ਨਿਵਾਸ ਦੇ ਵਿੱਚ ਮਾਤਾ ਦਮੋਦਰੀ ਦੇ ਨਾਲ ਗੁਰੂ ਸਾਹਿਬ ਦੇ ਗੁਰੂ ਦੇ ਮਹਿਲ ਬਣੇ। ਪਹਿਲੇ ਜਿਹੜੇ ਸਾਹਿਬਜ਼ਾਦੇ ਸੀ ਬਾਬਾ ਗੁਰਦਿੱਤਾ ਜੀ ਸੀ, ਜਿਨ੍ਹਾਂ ਦੇ ਗਾਂ 2 ਪੁੱਤ ਅਤੇ ਧੀਰਮਲ ਅਤੇ ਗੁਰੂ ਹਰਿ ਪਾਤਸ਼ਾਹ। ਧੀਰਮੱਲੀਆਂ ਨੇ ਬੜਾ ਚੱਕਰ ਪਾਇਆ। ਗੁਰੂ 9ਵੇਂ ਪਾਤਸ਼ਾਹ ਦੇ ਵੇਲੇ ਧੀਰਮਲ ਆਪ ਬਣਨਾ ਚਾਹੁੰਦਾ ਸੀ ਅਤੇ ਬੀੜ ਵੀ ਪਹਿਲੀ ਧੀਰਮੱਲੀਆਂ ਨੇ ਰੱਖ ਲਈ ਸੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਉਹ ਬੀੜ ਉਹਨਾਂ ਨੂੰ ਦੇ ਕੇ ਰੱਖੀ। ਸਿੰਘ ਲੈ ਆਏ ਸੀ ਖੋ ਕੇ, ਉਹ ਕਹਿੰਦਾ ਇਹਨਾਂ ਨੂੰ ਮੋੜੋ। ਬੀਬੀ ਬੀਰੋ ਅਤੇ ਉਸ ਤੋਂ ਬਾਅਦ ਬਾਬਾ ਸੂਰਜਮਲ, ਬਾਬਾ ਅਣੀ ਰਾਏ, ਬਾਬਾ ਅਟਲ ਰਾਏ, ਗੁਰੂ ਤੇਗ ਬਹਾਦਰ ਸਾਹਿਬ। ਅਤੇ ਗੁਰਮਤਿ ਦਾ ਜਿਹੜਾ ਪ੍ਰਚਾਰ ਆਪ ਨੇ ਕੀਤਾ ਉਹ ਬਹੁਤ ਲੰਮਾ ਕੀਤਾ। ਅੰਮ੍ਰਿਤਸਰ ਤੋਂ ਚੱਲ ਕੇ ਲਾਹੌਰ ਅਤੇ ਬੌਲੀ ਸਾਹਿਬ ਅਤੇ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਵਸ ਸਥਾਨ ਨੂੰ ਧਰਮਸਾਲ ਬਣਾਇਆ। ਅਤੇ ਇੱਥੇ ਤੋਂ ਬਾਅਦ ਫਿਰ ਜਿਹੜੇ ਨੇ ਇੱਕ ਵਾਰ ਸ਼੍ਰੀਨਗਰ ਕਸ਼ਮੀਰ ਦੇ ਵਿੱਚ ਕਈ ਜਿਹੜੇ ਇਤਿਹਾਸਕਾਰ ਨੇ ਉਹ ਇਹਨੂੰ ਸ਼੍ਰੀਨਗਰ ਉੱਤਰਾਖੰਡ ਦਾ ਕਹਿੰਦੇ ਨੇ, ਗੜਵਾਲ ਵਾਲਾ। ਕੁਝ ਨੇ ਜਿਹੜੇ ਇਹਨੂੰ ਕਸ਼ਮੀਰ ਵਾਲਾ ਕਹਿੰਦੇ ਨੇ, ਜਿੱਥੇ ਮਰਹੱਟੇ ਸ਼ਿਵਾ ਜੀ ਦਾ ਗੁਰੂ ਸਮਰੱਥ ਰਾਮਦਾਸ ਜਿਹੜਾ ਉਹ ਗੁਰੂ ਸਾਹਿਬ ਨੂੰ ਮਿਲਿਆ ਅਤੇ ਉਹਨੇ ਕੁਝ ਸਵਾਲ ਕੀਤੇ, ਜਿਨ੍ਹਾਂ ਨੂੰ ਸਾਹਿਬ ਨੇ ਬਹੁਤ ਜਿਹੜੀਆਂ ਚੀਜ਼ਾਂ ਜਿਹੜੀਆਂ ਕਲੀਅਰ ਗੁਰੂ ਘਰ ਦੀਆਂ ਕੀਤੀਆਂ ਅਤੇ ਗੁਰੂ ਸਾਹਿਬ ਦੇ ਜੀਵਨ ਬਾਰੇ ਕੀਤੀਆਂ। ਖਬਰਾਂ ਦਾ ਸਮਾਂ ਹੋ ਗਿਆ, ਆ ਕੇ ਇਸ ਨੂੰ ਪੂਰਾ ਕਰਦਾ ਅਤੇ ਤੁਸੀਂ ਸ਼ਾਮਲ ਹੋਣਾ ਫਿਰ 604 204 0600 'ਤੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਬਾਰੇ ਕੁਝ ਸਮਾਂ ਆਪਾਂ ਪਹਿਲੇ ਘੰਟੇ 'ਚ ਗੱਲਾਂ ਬਾਤਾਂ ਕਰਾਂਗੇ। ਫਿਰ ਧਰਮ ਵਾਲੇ ਪਾਸੇ ਨੂੰ ਇਹਦੇ ਨਾਲ ਹੀ ਰਿਲੇਟਡ ਗੱਲ ਤੋਰਨੀ, ਸਾਹਿਬ ਦੀ ਗੱਲ ਕਰਕੇ ਫਿਰ ਤੁਹਾਡੇ ਨਾਲ ਕੋਈ ਗੱਲ ਵੀ ਕਰਾਂਗੇ। ਅਤੇ ਹਰਮਨਜੀਤ ਉਹਨਾਂ ਨੇ ਬਹੁਤ ਵਧੀਆ ਸਾਹਿਬ ਬਾਰੇ ਲਿਖਿਆ ਅਤੇ ਮਨਪ੍ਰੀਤ ਨੇ ਗਾਇਆ। ਅਸਲ ਸਾਰੇ ਗੁਰੂ ਸਾਹਿਬਾਨ ਦੇ ਬਾਰੇ ਹਰਮਨਜੀਤ ਨੇ ਜਿਹੜੇ ਨੇ 12 ਗੀਤ ਪਿਛਲੇ ਸਾਲ ਲਿਖੇ ਸੀ, 12 ਹੀ ਮਹੀਨਿਆਂ ਦੇ, ਅਤੇ ਜਿਸ ਦਾ 19 'ਚ ਜਿਸ ਨੂੰ 1 ਜਨਵਰੀ 2019 ਤੋਂ 12 ਗੀਤਾਂ ਦਾ ਜਿਹੜੀ ਲੜੀ ਉਹਨਾਂ ਨੇ ਜਿਹੜੀ ਸੀ ਉਹ ਕੀਤੀ ਸੀ। ਅਤੇ ਉਹ ਸੁਣਨ ਵਾਲੇ ਨੇ 12 ਦੇ 12 ਗੀਤ। 6ਵਾਂ ਗੀਤ 6ਵੇਂ ਪਾਤਸ਼ਾਹ ਲਈ ਚਾਨਣ ਦੀ ਚੌਂਕੀ 1 ਜੂਨ ਨੂੰ। ਅੱਛਾ, ਸ਼੍ਰੀਨਗਰ 'ਚ ਜਿੱਥੇ ਸਮਰੱਥ ਰਾਮਦਾਸ ਮਿਲਿਆ ਮਰਹੱਟੇ ਦਾ ਗੁਰੂ, ਉਹ ਕਹਿੰਦਾ ਵੀ ਤੁਸੀਂ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ 'ਤੇ ਹੋ, ਗੁਰੂ ਸਾਹਿਬ ਦਾ ਤਿਆਗੀ ਸਾਧੂ ਸਨ, ਤੁਸੀਂ ਸ਼ਸਤਰ ਪਹਿਨੇ ਨੇ, ਤਿਆਰੀਆਂ ਜਿਹੜੀਆਂ ਪੂਰੀਆਂ ਮੇਰੀ ਪੀਰੀ ਦੀਆਂ ਸ੍ਰੀ ਸਾਹਿਬਾਂ ਘੋੜ ਸਵਾਰ ਨੇ, ਸੱਚੇ ਪਾਤਸ਼ਾਹ ਕਹਾਉਂਦੇ ਹੋ, ਇਹ ਕਿਉਂ? ਸਾਹਿਬ ਨੇ ਕਿਹਾ, ਕਹਿੰਦੇ ਬਾਤਨ ਫਕੀਰੀ ਜ਼ਾਹਰ ਮੇਰੀ, ਸ਼ਸਤਰ ਗਰੀਬ ਦੀ ਰੱਖਿਆ,
ਜਰਵਾਣੇ ਕੀ ਪੱਖਿਆ। ਸਾਹਿਬ ਨੇ ਪਹਿਲੇ ਪਾਤਸ਼ਾਹ ਨੇ ਸੰਸਾਰ ਨਹੀਂ ਸੀ ਤਿਆਗਿਆ, ਮਾਇਆ ਹੀ ਤਿਆਗੀ ਸੀ। ਫਿਰ ਵਾਪਸ ਜਦ ਆਏ ਤਾਂ ਇੱਥੋਂ ਬਾਰਾਮੂਲਾ ਹੋ ਕੇ ਪੰਜਾਬ ਆਏ ਅਤੇ ਗੁਜਰਾਤ ਪਹੁੰਚੇ। ਉੱਥੇ ਫਕੀਰ ਸ਼ਾਹ ਦੌਲਾ ਮਿਲਿਆ, ਜਿਹੜਾ ਉਹਨਾਂ ਨੇ ਸਵਾਲ ਜਿਹੜੇ ਕੀਤੇ ਕਿ ਹਿੰਦੂ ਕੀ ਤੇ ਫਕੀਰੀ ਕੀ, ਔਰਤ ਕੀ ਤੇ ਪੀਰੀ ਕੀ, ਪੁੱਤਰ ਕੀ ਤੇ ਵੈਰਾਗ ਕੀ, ਦੌਲਤ ਕੀ ਤੇ ਤਿਆਗ ਕੀ। ਉਹਦਾ ਮਤਲਬ ਇਹ ਸੀ ਵੀ ਆਪ ਨੂੰ ਫਕੀਰੀ, ਪੀਰੀ, ਵਿਰਾਗ ਤੇ ਤਿਆਗ ਦਾ ਮਾਲਕ ਕਿਹਾ ਜਾਂਦਾ, ਇਹ ਦਰੁਸਤ ਨਹੀਂ। ਫਕੀਰ ਮੁਸਲਮਾਨ ਹੋ ਸਕਦੇ ਆ, ਤੁਸੀਂ ਹਿੰਦੂ ਹੋ, ਇਸ ਕਰਕੇ ਤੁਸੀਂ ਫਕੀਰ ਨਹੀਂ ਹੋ ਸਕਦੇ। ਵਿਆਹ ਹੋਣ ਕਰਕੇ ਉਸਨੇ ਸ਼ਾਹਦੌਲਾ, ਕਿਉਂਕਿ ਮੁਸਲਮਾਨ ਸੀ ਤਾਂ ਉਹ ਹਿੰਦੂ ਦੇ ਤੌਰ 'ਤੇ ਸਾਹਿਬ ਨੂੰ, ਛੇਵੇਂ ਪਾਤਸ਼ਾਹ ਨੂੰ ਵੇਖਦਾ ਸੀ। ਅਜਿਹੀ ਗੱਲ ਕੋਈ ਨਹੀਂ ਸੀ। ਇੱਕ ਨਿਰਮਲ ਪੰਥ ਪਹਿਲੀ ਪਾਤਸ਼ਾਹ ਤੋਂ ਚੱਲਿਆ। ਠੀਕ ਹੈ, ਇਸ ਨੂੰ ਬਹੁਤ ਉਸ ਸਮੇਂ ਦੇ ਗੋਕੁਲ ਚੰਦ ਨਾਰੰਗ ਵਰਗੇ ਕਹਿੰਦੇ ਨੇ ਕਿ ਇਹ ਸਾਡਾ ਵਾਰੀਅਰ ਗਰੁੱਪ ਆ, 10ਵੇਂ ਪਾਤਸ਼ਾਹ ਨੇ ਲੜਨ ਵਾਲੇ ਬਣਾਏ ਨੇ, ਪਰ ਇਹੋ ਜਿਹੀ ਕੋਈ ਗੱਲ ਨਹੀਂ ਸੀ। ਜਦ ਸਿੱਕਾ ਮਾਰਿਆ ਅਤੇ ਇੱਕ ਅਲੱਗ ਨਿਰਮਲ ਪੰਥ ਚਲਾਇਆ ਤਾਂ ਉਹਦੇ ਵਿੱਚ ਫਿਰ ਇਹ ਜ਼ਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਮਾਨਸ ਦੀ ਜਾਤ ਸੀ ਅਤੇ ਦੁਨੀਆ ਦਾ ਇੱਕ ਵੱਡਾ ਜਿਹੜਾ ਧਰਮ, ਜਿਹੜਾ ਦੁਨੀਆ ਨੂੰ ਸਾਰੇ ਦੇ ਸੱਦਿਆਂ ਤੋਂ ਉੱਪਰ ਲਿਜਾ ਕੇ, ਜੇ ਫਿਰ ਧਰਮ ਦੇ ਵਿੱਚ ਅਤੇ ਜ਼ਾਤ ਅਤੇ ਕੁੱਲ ਦੀ ਗੱਲ ਹੁੰਦੀ, ਫਿਰ ਪੰਜਾਬ ਤੋਂ ਬਾਹਰ ਪਹਿਲੇ ਪਾਤਸ਼ਾਹ ਨੂੰ ਜਾਣ ਦੀ ਲੋੜ ਨਹੀਂ ਸੀ। ਫਕੀਰੋਂ ਵਿਆਹੇ ਹੋਏ ਹੋ, ਪੀਰੀ ਦੇ ਹੱਕਦਾਰ ਨਹੀਂ, ਜਵਾਕ ਜੱਲਾ ਤੁਹਾਡਾ, ਅਤੇ ਵਿਰਾਗੀ ਨਹੀਂ ਹੋ ਸਕਦੇ, ਧਨ ਦੌਲਤ ਵਾਲਿਓ ਤਿਆਗੀ ਕਿਵੇਂ ਹੋ ਸਕਦੇ। ਸਾਹਿਬ ਨੇ ਫਿਰ ਕਿਹਾ ਕਿ ਔਰਤ ਇਮਾਨ, ਪੁੱਤਰ ਨਿਸ਼ਾਨ, ਦੌਲਤ ਗੁਜ਼ਰਾਨ, ਫਕੀਰ ਨਾ ਹਿੰਦੂ ਨਾ ਮੁਸਲਮਾਨ। ਫਕੀਰ ਤਾਂ ਫਕੀਰ ਹੈ। ਜਵਾਬ ਇਹ ਸੀ ਕਿ ਇਨਸਾਨ ਲਈ ਔਰਤ ਉਸਦੇ ਆਚਰਣ ਨੂੰ ਸੰਭਾਲਦੀ ਹੈ, ਪੁੱਤਰ ਉਸਦੀ ਯਾਦਗਾਰੀ ਕਾਇਮ ਰੱਖਦੇ ਨੇ, ਧਨ ਦੌਲਤ ਗੁਜ਼ਾਰੇ ਲਈ ਹੈ, ਫਕੀਰ ਰੱਬ ਦਾ ਪਿਆਰਾ। ਅਤੇ ਫਿਰ ਗੋਰਖਮਤੇ ਵੀ ਗਏ ਨੇ ਅਤੇ ਲੋਹਗੜ੍ਹ ਦਾ ਕਿਲ੍ਹਾ ਜਿਹੜਾ ਉਹਨਾਂ ਨੇ ਬਣਾਇਆ, ਸ਼੍ਰੀ ਅਕਾਲ ਤਖਤ ਸਾਹਿਬ ਦੀ ਤਾਮੀਰ ਕਰਾਈ, ਡੇਰਾ ਸਾਹਿਬ ਗੁਰੂ ਅਰਜਨ ਪਾਤਸ਼ਾਹ ਦੀ ਸ਼ਹੀਦੀ ਦਾ, ਕੀਰਤਪੁਰ ਸਾਹਿਬ ਜਿਹੜਾ ਪਹਾੜੀ ਇਲਾਕੇ ਸਤਲੁਜ ਨਹਿਰ ਦੇ ਆਪਣੇ ਦਰਿਆ ਦੇ ਨੇੜੇ ਆਪ ਜਿਹੜਾ 1683 'ਚ ਵਸਾਇਆ। ਮਹਾਰਾਜ ਵੀ ਕਹਿੰਦੇ ਨੇ, ਫਿਰੋਜ਼ਪੁਰ 'ਚ ਵੱਡਾ ਨਗਰ ਹੈ। ਅਤੇ ਕੌਲਸਰ ਅੰਮ੍ਰਿਤਸਰ ਸਾਹਿਬ ਦੇ ਵਿੱਚ ਬੀਬੀ ਕੌਲਾਂ ਨਾਲ ਸੰਬੰਧਿਤ ਜਿਹੜੀ ਲਾਹੌਰ ਨਿਵਾਸੀ ਕਾਜੀ ਰੁਸਤਮ ਖਾਂ ਮਜੰਗ ਨੇ ਮੁੱਲ ਖਰੀਦ ਕੇ ਗੋਲੀ ਪਾਲੀ ਸੀ। ਇਸਲਾਮ ਵਿਦਿਆ ਨੇ ਉਹਨੂੰ ਬਦਮਾਨ ਬਣਾਇਆ, ਪਰ ਬੀਬੀ ਦਾ ਝੁਕਾਓ ਸਿੱਖੀ ਵੱਲ ਸੀ ਅਤੇ ਗੁਰੂ ਸ਼ਰਨ ਲੈ ਕੇ ਸਿੱਖੀ ਧਾਰਨ ਕੀਤੀ, ਅਤੇ ਉਹ ਉਹਨਾਂ ਦੇ ਨਾਂ 'ਤੇ ਵਿਵੇਕਸਰ, ਅਤੇ ਉਹਦੇ ਬਾਅਦ ਗੁਰੂਸਰ ਫਿਰੋਜ਼ਪੁਰ। ਗੁਰੂ ਹਰਗੋਬਿੰਦ ਸਾਹਿਬ ਦੇ ਜਿਹੜੇ ਜਿੱਤੇ ਗਏ ਯੁੱਧ ਸੀ, ਅੰਮ੍ਰਿਤਸਰ ਪਿਪਲੀ ਸਾਹਿਬ ਦੀ ਜੰਗ, ਜਿਹੜੀ ਬਾਜ ਤਾਜ ਸਭੇ ਮੈਂ ਲੀਨਾ, ਜਿੱਥੇ ਕਿਹਾ ਬਾਜ ਲਾਇਆ ਅਤੇ ਤਾਜ ਦੀ ਗੱਲ ਕੀਤੀ, ਜਦ ਪਹਿਲੀ ਵੱਡੀ ਗੱਲ ਸੀ ਕਿ ਮੁਗਲ ਦੇ ਤਾਜ ਦੀ ਗੱਲ ਹੋਈ। ਬਾਜ ਦਾ ਬਹਾਨਾ ਸੀ। ਇਸ ਤਰ੍ਹਾਂ ਹੀ ਬੜੀਆਂ ਜੰਗਾਂ ਕਈ ਬਹਾਨੇ ਨਾਲ ਲੜੀਆਂ ਜਾਂਦੀਆਂ, ਜਿਹਦੇ ਨਾਲ ਕੌਮ ਫਿਰ ਜਾਗਦੀ ਹੈ। ਸ਼੍ਰੀ ਹਰਗੋਬਿੰਦਪੁਰ ਸਾਹਿਬ ਦੀ ਜੰਗ, ਗੁਰੂ ਸਰ ਮਹਾਰਾਜ ਦੀ, ਕਰਤਾਰਪੁਰ ਦੀ। ਜੋਤੀ ਜੋਤ ਆਪ ਸਮਾਏ ਨੇ, ਜਿਹੜੇ 48 ਸਾਲ 8 ਮਹੀਨੇ 15 ਦਿਨ ਭੋਗ ਕੇ, ਅਤੇ ਗੁਰੂ ਹਰਿਰਾਏ ਪਾਤਸ਼ਾਹ ਨੂੰ ਜਿਹੜੀ ਗੁਰਤਾ ਗੱਦੀ ਦਿੱਤੀ, ਅਤੇ 37 ਸਾਲ 10 ਮਹੀਨੇ ਆਪ ਗੁਰੂ ਦੀ ਜਗ੍ਹਾ 'ਤੇ ਰਹੇ। ਅਤੇ ਭਾਈ ਗੁਰਦਾਸ ਜੀ ਨੇ ਜਿਹੜਾ ਬਹੁਤ ਜ਼ਿਆਦਾ ਵਧੀਆ ਲਿਖਿਆ, ਜਿਹਦੇ 'ਚ ਦੇਹਾਂ ਪਲਟਣ ਦੀ ਗੱਲ ਕੀਤੀ, ਸਰੀਰ ਦੀ ਗੱਲ, ਜ਼ੋਤ ਟ੍ਰਾਂਜੀਸ਼ਨ ਦੀ ਗੱਲ ਕੀਤੀ, 5 ਪਿਆਲੇ 5 ਪੀਰ, 6ਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ, ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ, ਵਾਰੋ ਵਾਰੀ ਦਲ ਭੰਜਨ ਗੁਰਸੂਰਮਾ, ਬੜ ਜੋਧਾ ਬਹੁ ਪਰਕ ਉਪਕਾਰੀ, ਪੁੱਛਣ ਸਿੱਖ ਅਰਦਾਸ ਕਰ ਛੇ, ਮਹਿਲਾਂ ਤੱਕ ਦਰਸ ਨਿਹਾਰੀ, ਅਗਮ ਅਗੋਚਰ ਸਤਿਗੁਰੂ ਬੋਲੇ ਮੁਕਤੇ ਸੁਣੋ ਸੰਸਾਰੀ, ਕਲਯੁਗ ਪੀੜੀ ਸੋਢੀਆਂ ਨਿਹਚਲ ਨੀਬ, ਉਸਾਰ ਖਿਲਾਰੀ, ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਸੋ ਛੇਵੇਂ ਪਾਤਸ਼ਾਹ ਦਾ ਟਰਨਿੰਗ ਪੁਆਇੰਟ ਹੈ। ਟਰਨਿੰਗ ਪੁਆਇੰਟ ਨਹੀਂ ਇਹਨੂੰ ਮੈਂ ਕਹਿ ਸਕਦਾ, ਜਦ ਉਹਨਾਂ ਨੇ ਸ਼ਸਤਰ ਪਹਿਨੇ। 10 ਗੁਰੂਆਂ ਦੀ ਜੇ ਤੁਸੀਂ ਸਮੇਂ ਦੀ ਗੱਲ, ਪ੍ਰਿੰਸੀਪਲ ਸਤਵੀਰ ਸਿੰਘ ਦੀ ਗੁਰ ਇਤਿਹਾਸ 'ਚ ਜੇ 10 ਪਾਤਸ਼ਾਹਾਂ ਤੁਸੀਂ ਦੇਖੋ, ਉਹਨਾਂ ਦੇ ਸਮੇਂ 'ਚ ਜੀਵਨ ਦੇ ਵਿੱਚ ਕੀ ਹੋਇਆ, ਬਹੁਤ ਅਲੱਗ ਚੀਜ਼ਾਂ ਹੋਈਆਂ। ਇਹ ਕਾਲਰ ਨਾਲ ਗੱਲ ਕਰ ਲਈਏ ਜੀ, ਅਤੇ ਫਿਰ ਤੁਹਾਨੂੰ ਮੈਂ ਗੀਤ ਸੁਣਾਉਣਾ ਹਰਮਨਜੀਤ ਦਾ ਲਿਖਿਆ ਹੋਇਆ।
ਕੁਲਵੀਰ ਸਿੰਘ ਲੇਹਲ ਜੀ ਲਾਈਨ ਨੰਬਰ 1। ਹਾਂਜੀ, ਸਤਿ ਸ਼੍ਰੀ ਅਕਾਲ ਗੱਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਜਿਹੜੀ ਤੁਸੀਂ ਗੱਲ ਕਰ ਰਹੇ ਆ ਛੇਵੇਂ ਪਾਤਸ਼ਾਹ ਦੀ, ਇਹ ਸਾਡੇ ਪਿੰਡ ਦਾ ਨਾਨਕੇ ਆ ਛੇਵੇਂ ਪਾਤਸ਼ਾਹ ਜੀ ਦੇ। ਮਾਤਾ ਗੰਗਾ ਜੀ ਦਾ ਪੇਗਾ ਪਿੰਡ ਆ ਤੇ ਗੁਰੂ ਅਰਜਨ ਦੇਵ ਜੀ ਵਿਆਹਣ ਆਏ ਸੀ ਨਾ। ਬਿਲਕੁਲ। ਹਾਂਜੀ, ਹੁਣ ਉਹਨਾਂ ਦਾ ਵਿਆਹ ਪਰਵਾਣਾ ਹਾੜ ਨੂੰ 21/22 ਹਾੜ ਦਾ ਹੁੰਦਾ, ਬਹੁਤ ਮੇਲਾ ਭਰਦਾ। ਦੇਖੋ ਜੀ, ਇਹਨਾਂ ਨੇ ਮੀਰੀ ਪੀਰੀ ਦੇ ਵਿੱਚ ਦੇਖੋ ਬਹੁਤ ਵਧੀਆ ਸਾਨੂੰ ਸਬਜੈਕਟ ਦਿੱਤਾ ਸੀਗਾ ਵੀ ਆਪਾਂ ਇਹ ਨੂੰ ਪਹਿਨ ਕੇ ਜਾਂ ਇਹਨੂੰ ਕਿਰਪਾਨਾਂ ਨੂੰ ਪਹਿਨ ਕੇ ਆਪਾਂ ਕਿੱਦਾਂ ਚੱਲਣਾ ਨਾ। ਅਸੀਂ ਧਰਮ ਨੂੰ ਤੇ ਉਸ ਚੀਜ਼ ਨੂੰ ਨਾਲ ਜੋੜ ਕੇ ਚੱਲ ਪਏ, ਧਰਮ ਨੂੰ ਪਿੱਛੇ ਕਰਤਾ ਜਿਹੜੀ ਅੱਜ ਦੀ ਸਮੇਂ ਦੇ ਵਿੱਚ, ਤੇ ਜਿਹੜੀ ਆਪਣੀ ਰਾਜਨੀਤਿਕ ਹੈ ਉਹਨੂੰ ਉੱਪਰ ਲੈ ਆਂਦਾ ਨਾ। ਉਹ ਚੀਜ਼ ਸਾਡੀ ਬਹੁਤ ਗਲਤ ਹੋ ਰਹੀ ਆ। ਉਹਦੇ ਵਿੱਚ ਜੇ ਆਪਾਂ ਧਰਮ ਨੂੰ ਫੋਲੋ ਕਰਕੇ ਰਾਜਨੀਤੀ ਚਲਾਵਾਂਗੇ ਤਾਂ ਬਹੁਤ ਵਧੀਆ ਚੱਲੂਗੀ ਨਾ। ਉਹ ਇਹ ਹੋ ਗਈ ਵੀ ਮਨਮਤ ਹੋ ਗਈ ਆਪਣੀ ਨਾ, ਵੀ ਅਸੀਂ ਆਪਣੀ ਮਰਜ਼ੀ ਕਰਨੀ ਆ, ਧਰਮ ਤੋਂ ਉੱਪਰ ਉੱਠ ਕੇ ਅਸੀਂ ਆਪਣੀ ਗੱਲ ਕਰ ਰਹੇ ਹਾਂ। ਛੇਵੇਂ ਪਾਤਸ਼ਾਹ ਨੇ ਤਾਂ ਇੰਨਾ ਯੋਧਾ ਸੀ, ਦੇਖੋ ਕਿੱਡਾ ਤਕੜਾ ਸੀਗਾ, ਉਹਨੇ ਸਾਰੀਆਂ ਜੰਗਾਂ ਲੜੀਆਂ ਤੇ ਆਪਣੇ ਲਈ ਕਿੰਨਾ ਵਧੀਆ ਉਹ ਕਰਕੇ ਗਏ, ਸਾਨੂੰ ਤਖਤ ਬਣਾ ਕੇ ਦੇ ਗਏ ਆ ਵੱਖਰਾ ਆਪਣਾ ਨਾ, ਵੀ ਤੁਸੀਂ ਇੱਥੇ ਆਪਣੇ ਫੈਸਲੇ ਕਰਨੇ ਆ। ਜਿਹੜੇ ਸਾਡੇ ਫੈਸਲੇ ਕਰਨੇ ਹੁੰਦੇ ਆ ਉਹ ਸਾਡੇ ਜਿਹੜੇ ਸੁੱਚਾ ਸਿੰਘ ਲਗਾਹ ਵਰਗਿਆਂ ਦੇ ਹੁਣ ਉਹ ਜਾ ਕੇ ਉੱਥੇ ਬਹਿੰਦੇ ਆ ਨਾ। ਦੇਖੋ ਉਹ ਆਪਾਂ ਉਹ ਮਾਫੀ ਮੰਗ ਰਿਹਾ, ਆਪਾਂ ਉਹਦੇ ਬਾਰੇ ਸੋਚਦੇ ਹਾਂ ਵੀ ਉਸ ਤਖਤ ਤੇ ਬਹਿ ਕੇ ਉਹ ਕਿੱਦਾਂ ਮਾਫ ਹੋ ਜਾਊਗਾ ਨਾ ਇਹ ਬੰਦਾ। ਇਹਨੂੰ ਮਾਫੀ ਨਹੀਂ ਚਾਹੀਦੀ, ਇਹਨੂੰ ਤਾਂ ਸਜ਼ਾ ਚਾਹੀਦੀ ਵੱਧ ਤੋਂ ਵੱਧ ਹੈ ਨਾ। ਇਹਨੇ ਇੰਨਾ ਘਿਨੌਣੀ ਹਰਕਤ ਕੀਤੀ। ਜਿਹੜਾ ਹੁਣ ਤੁਸੀਂ ਜਿਹੜਾ ਗੰਗਸਰ ਗੁਰਦੁਆਰਾ ਸਾਹਿਬ ਜਿੱਥੇ ਹੁਣ ਹੋਈ ਆ, ਉਹ ਇਦੋਂ ਵੀ ਸ਼ਰਮਨਾਕ ਘਟਨਾ ਹੋਈ ਆ। ਆਪਣਾ ਧਰਮ ਨੂੰ ਕਿੱਥੇ ਥੱਲੇ ਰੱਖਤਾ ਸੀ ਨਾ, ਇੱਕ ਸਿਆਸਤ ਦੀ ਖਾਤਰ। ਸਿਰਫ ਸਿਆਸਤਾਂ ਦੇ ਕਰਕੇ ਲੋਕ ਇਹੀ ਹਰਕਤਾਂ ਕਰਦੇ ਆ ਆਪਣੇ ਧਾਰਮਿਕ ਸਥਾਨਾਂ ਦੇ ਵਿੱਚ ਨਾ। ਸਾਡੇ ਛੇਵਾਂ ਪਾਤਸ਼ਾਹ ਨੇ ਕਿੰਨਾ ਉੱਚਾ ਸੁੱਚਾ ਇਸ ਧਰਮ ਨੂੰ ਸਮਝ ਕੇ ਕਿੱਥੇ ਐਡੀ ਉੱਚੀ ਦਿੱਤੀ ਪਦਵੀ ਵੀ ਆਪਣੀ ਜਿਹੜੀ ਤੁਸੀਂ ਅਦਾਲਤ ਆਪਣੀ ਲਾਓ, ਆਪਣੇ ਫੈਸਲੇ ਕਰੋ ਹਨਾ ਜੀ। ਸਾਡੇ ਫੈਸਲੇ ਫੇਰ ਅਦਾਲਤ ਕਰਦੀ ਆ, ਜਿਹੜੀ ਲੋਕਾਂ ਦੇ ਗੌਰਮੈਂਟ ਜਿਹੜੀ ਕਰਦੀ ਆ ਨਾ। ਦੇਖੋ ਸਾਨੂੰ ਕਿੱਥੇ ਲਿਆ ਕੇ ਇਸ ਲੋਕਾਂ ਨੇ ਸਿੱਟ ਦਿੱਤਾ ਆ। ਸਾਨੂੰ ਸਮਝਣ ਦੀ ਲੋੜ ਆ, ਇਸ ਧਰਮ ਨੂੰ ਉੱਚਾ ਚੱਕੀਏ ਤੇ ਉੱਚਾ ਸੁੱਚਾ ਰੱਖੀਏ ਇਹਨੂੰ ਨਾ। ਧੰਨਵਾਦ ਜੀ ਬਾਈ ਜੀ, ਬਹੁਤ ਬਹੁਤ। ਸਰਦਾਰ ਰਣਜੀਤ ਸਿੰਘ ਜੀ ਲਾਈਨ ਨੰਬਰ 3। ਵਾਹਿ ਖਾਲਸਾ ਵਾਹਿ ਫਤਿਹ। ਹਰਜੀਤ ਸਿੰਘ ਜੀ ਕਾ ਖਾਲਸਾ ਵਾਹਿ ਜੀ ਫਤਿਹ ਜੀ। ਪਹਿਲਾਂ ਤੁਹਾਨੂੰ ਤੇ ਤੁਹਾਡੇ ਸਾਰੇ ਸਟਾਫ ਤੇ ਜੋ ਵੀ ਤੁਹਾਡੇ ਸਰੋਤੇ ਸਾਰਿਆਂ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪ੍ਰਕਾਸ਼ ਦੀ ਲੱਖ ਲੱਖ ਵਧਾਈ ਹੋਵੇ ਜੀ। ਵਧਾਈ। तो सतगुरु जी ने दे बारे हैगा भी एक एक को धर लूंगा शमशीर के आगे, रख दूंगा दिलों सीना चीर के रख आगे। दुनिया पहला दुनिया झुकती सी तकदीर के आगे, अब तकदीर भी झुकेगी मेरी शमशीर दे आगे जी। शस्त्र ते शस्त्र इन्हां दोनों की गल बाबा नानक ने हाथ च खुंडा रखिया। जब ये बहुत सारे लोगों को भुलेखा भी सैंत जड़ा मीरी पीरी का सिद्धांत है गुरु नानक साहब जी ने नहीं रखी हुई सी। बिल्कुल जिथे भी गए उन्होंने मेरे ख्याल निहंगा में कुत्तका कहते समथिंग लाइक दैट, वो हमेशा हाथ च रखते। सो इंडिकेशन सी राजियां दे नाल टक्कर लैनी। सो ज्यों ज्यों साडे विच डेरावाद वड़िया, खास करके डेरावाद ने जड़ा साडा मीरी ते पीरी का सिद्धांत सी, इन्हां ने गल च सिरी साह पाउणी, बहुत इस तरह दी जड़ियां गिरावट लियाउंदे साडा जड़ा असली सिद्धांत सीगा मीरी पीरी का, श्री अकाल तख्त साहब तो ये तकरीबन जिन्ने भी डेरावाद है सारे मुकरे हुए, इन्हां ने मुख मोड़िया होया। निशान साहब नहीं लाउंदे सीगे, दस्तार नहीं सजाउंदे सीगे, ते छोटियां छोटियां केसकियां बन्नण, मतलब सानू साडा जड़ा एक पक्ष सीगा मीरी ते पीरी दा, उहदे नालों इन्हां ने तोड़ के अकाल तख्त साहब नालों सानू दूर कीता। सो अज यही लोड़ आ। संत जरनैल सिंह जी 20वीं सदी के महान योद्धा ने आके इस सिद्धांत नूं फिर एक बारी नवीं रोशनी दी ते लोग उठे जागे। अज भी देखो जिहड़ा संघर्ष चल रहा उत्थे बार बार कही जाते हैं। अज मेरे ख्याल 26 उन्होंने रखा होया कोई राजपाल नूं घराओ ते पार्लीमेंट का करना सी। सो गोंगलूआं नालों मिट्टी झाड़ी जाती। असली जिहड़ा सिद्धांत आ सो गुरु नानक दे पातशाह ने ये नहीं रखी सी मीरी पीरी दी, उदों तो ही चले आए सी जिन्हों परता, क्योंकि गुरु अर्जन देव पातशाह जो नेजा मार के पटदे ने मुढ़, उतों भी किन्नी शास्त्र विद्या जिहड़ी सीगी वो गुरु साहब दे मुढ़ तो ही चली आउंदी सी। ये नहीं भी गुरु अर्जन देव पातशाह नूं उदन उन्हां कोई करामात ना पट्टिया सी, नहीं। जदों गुरु गोबिंद सिंह महाराज तीर चलाउंदे ने उदों भी वो बादशाह कहंदा भी यार करामात, कहंदे नहीं करामात नहीं, ये साडा अभ्यास है।
ਸੋ ਇਹਨਾਂ ਚੀਜ਼ਾਂ ਨੂੰ ਇਗਨੋਰ ਕੀਤਾ, ਅੱਜ ਤਾਂ ਹੀ ਕੌਮ ਇਸ ਖੱਡੇ ਵਿੱਚ ਡਿੱਗੀ ਹੋਈ ਆ। ਸੋ ਇਹ ਜਾਗਣ ਦੀ ਲੋੜ ਆ ਸਾਨੂੰ, ਉਹਨਾਂ ਸਿਧਾਂਤਾਂ ਨੂੰ ਅਪਣਾਉਣ ਦੀ ਲੋੜ ਆ ਜੋ ਸਾਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨਹੀਂ, ਗੁਰੂ ਨਾਨਕ ਸਾਹਿਬ ਤੋਂ ਇਹ ਨਹੀਂ ਰੱਖੀ ਗਈ ਸੀ ਕਿ ਸ਼ਾਸਤਰ ਤੇ ਸ਼ਾਸਤਰ ਇਹਨਾਂ ਦੋਨਾਂ ਨੂੰ ਲੈ ਕੇ ਚੱਲਣਾ। ਤਾਂ ਤੁਸੀਂ, ਕਿਉਂਕਿ ਸਰਵਾਈਵਲ ਇਜ਼ ਦਾ ਫਿਟੈਸਟ, ਇਹ ਦੁਨੀਆ ਦਾ ਸਿਧਾਂਤ ਆ ਕਿ ਦੁਨੀਆ ਵਿੱਚ ਉਹੀ ਜੀ ਸਕਦੇ ਨੇ ਜਿਨ੍ਹਾਂ ਨੂੰ ਜੀਣ ਦਾ ਹੱਕ ਹੈ। ਇੱਕ ਛੋਟੀ ਜਿਹੀ ਇਨਫੋਰਮੇਸ਼ਨ ਹੈ ਹਰਜੀਤ ਸਿੰਘ ਜੀ, ਜੇ ਤੁਸੀਂ ਕਹੋ ਤਾਂ ਮੈਂ ਤੁਹਾਡੇ ਨਾਲ ਸਾਂਝੀ ਕਰ ਸਕਦਾ। ਹਾਂਜੀ ਹਾਂਜੀ ਕਰੋ ਜੀ। ਹੈਲੋ। ਹਾਂਜੀ ਹਾਂਜੀ ਕਰੋ। ਅੱਛਾ, ਉਹ ਜਿਹੜੇ 750 ਬੱਚੇ ਹੋਰ ਆਪਣੇ ਜਿਹੜੇ ਮਿਲੇ ਆ ਜੀ, ਸੋ ਅਸੀਂ ਰੱਖਿਆ ਕੱਲ ਨੂੰ ਮਾਰਚ ਸ਼ਾਮ ਨੂੰ 6 ਵਜੇ ਜਿੱਥੇ ਮੋਰਚਾ ਲੱਗਦਾ ਕਿਸਾਨ ਮੋਰਚਾ, ਉੱਥੋਂ ਚੱਲ ਕੇ ਸਿਟੀ ਹਾਲ ਜਾ ਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਾਂਗੇ। ਮੈਂ ਬੇਨਤੀ ਕਰੂੰਗਾ, ਜੇ ਆਪਾਂ ਲੋਕਾਂ ਲਈ ਖੜਾਂਗੇ, ਜੇ ਆਪਾਂ ਜਿਹੜੀ ਬੇਇਨਸਾਫੀ ਹੋਈ ਆ, ਸ਼ਾਇਦ ਫਿਰ ਲੋਕ ਸਾਡੇ ਲਈ ਵੀ ਖੜਨਗੇ। ਸਾਡਾ ਫਰਜ਼ ਬਣਦਾ, ਅਸੀਂ ਸਿੱਖ ਉਸ ਕੌਮ ਨਾਲ ਸੰਬੰਧ ਕਰਦੇ ਹਾਂ ਜਿਹੜੀ ਹਮੇਸ਼ਾ ਹਾਂ ਦਾ ਨਾਰਾ ਮਾਰਦੀ ਹੈ। ਸੋ ਕੱਲ ਨੂੰ ਸ਼ਾਮ ਨੂੰ 6 ਵਜੇ ਅਸੀਂ ਜਿਹੜਾ ਉੱਥੋਂ ਤੋਂ ਚੱਲਾਂਗੇ ਤੇ ਸਿਟੀ ਹਾਲ ਵਿੱਚ ਜਾ ਕੇ ਉਹਨਾਂ ਨੂੰ ਜਿਹੜੀ ਸ਼ਰਧਾਂਜਲੀ ਭੇਟ ਕਰਾਂਗੇ ਜੀ। ਧੰਨਵਾਦ ਜੀ। ਇਸ ਦੇ ਨਾਲ ਹੀ ਅੱਗੇ ਚੱਲੀਏ, ਉਹ ਇਹ ਕਿ ਪਿਛਲੇ ਦਿਨੀ ਜਿਹੜਾ ਜੈਨੋਸਾਈਡ ਕਾਰਨੇਜ ਜਿਹੜੀ ਹੋਈ ਹੈ, ਬੱਚਿਆਂ ਦੇ ਸਰੀਰ ਮਿਲ ਰਹੇ ਨੇ, ਕਦੇ ਕੈਮਲੂਪਸ ਕਦੇ ਸਸਕੈਚੂਨ 'ਚ, ਤੇ ਕੱਲ ਆਪਾਂ ਚੀਫ ਵਿਲਸਨ ਨਾਲ ਗੱਲ ਕੀਤੀ ਸੀ। 139 ਕਹਿੰਦਾ ਸਾਈਟਸ ਨੇ ਰੈਜ਼ੀਡੈਂਸ਼ੀਅਲ ਸਕੂਲ ਦੀਆਂ, ਹਰ ਦੇ ਵਿੱਚ 100 150 ਬੱਚਾ ਜਿਹੜਾ ਉਹ ਦੱਬਿਆ ਹੋਇਆ ਇਹਨਾਂ ਨੇ, 1.25 ਲੱਖ ਹੋ ਗਿਆ। ਕੌਮਾਂ ਤੇ ਨਸਲ ਕੁਸ਼ੀਆਂ ਜਿਹੜੀਆਂ ਦੁਨੀਆ ਦੇ ਇਤਿਹਾਸ 'ਚ ਵੇਖੋ ਹਰ ਜਗ੍ਹਾ ਹੁੰਦੀਆਂ, ਕੱਲੀਆਂ ਸਿੱਖਾਂ ਤੇ ਨਹੀਂ ਹੋਈਆਂ। ਕਿਹੜੀ ਕੌਮ ਆ ਜਿਹਨੂੰ ਪੁੱਠਾ ਨਹੀਂ ਟੰਗਿਆ ਗਿਆ? ਵੱਡੇ ਧਰਮਾਂ ਦੀ ਵੀ, ਮੁਸਲਮਾਨਾਂ ਦੀ, ਈਸਾਈਆਂ ਦੀ, ਬੋਧੀਆਂ ਦੀ। ਬੋਧੀ ਤੱਕ ਖਤਮ ਕਰਤੇ। ਬੋਧੀ ਤਾਂ ਤਿੱਬਤ ਚੜ੍ਹ ਗਏ ਪਹਾੜੀਆਂ ਉੱਪਰ ਨੂੰ। ਜਿਹੜਾ ਹੁਣ ਦੇਵ ਭੂਮੀ ਹੈ, ਉੱਥੇ ਸਭ ਤੋਂ ਵੱਡੇ ਮੱਠ ਸੀ, ਬਦਰੀਨਾਥ ਸਭ ਤੋਂ ਵੱਡਾ ਮੱਠ ਸੀ ਬੋਧੀਆਂ ਦਾ। ਬਹੁਤ ਵੱਡੀ ਬੁੱਧ ਦੀ ਮੂਰਤੀ ਸੀ, ਅਲਕਨੰਦਾ ਦੇ ਵਿੱਚ ਤੋੜ ਕੇ ਸਿੱਟਤੀ ਸ਼ੰਕਰਾਚਾਰੀਆਂ ਨੇ ਜਦ ਚਾੜੇ। ਇੰਨਾ ਜ਼ੁਲਮ ਕੀਤਾ ਬੋਧੀਆਂ ਦੇ ਪਿੰਡਾਂ ਨੂੰ, ਬਾਹਰ ਲਿਖਣਾ ਪਿਆ ਕਿ ਅਸੀਂ ਬੋਧੀ ਨਹੀਂ ਹੈ, ਬਾਹਰਲੇ ਬੰਨੇ ਲਿਖਿਆ। ਜਿੱਥੇ ਉਹਨੇ ਪਾਠ ਕੀਤਾ ਉਹ ਦਰਖਤ ਨੂੰ ਸਾੜ ਬੁੱਧ ਦੇ ਨੂੰ। ਤੇ ਆ ਵੀ ਹੁਣ ਜਿਹੜਾ ਕ੍ਰਿਸਚੈਨਿਟੀ ਦਾ ਫਲਾਦ ਜਿਹੜਾ ਕੀਤਾ, ਪਹਿਲਾਂ ਤਾਂ ਆ ਗਏ ਰੋਟੀ ਪਾਣੀ ਖਾਣ ਦੇ ਲਈ, ਇੱਥੋਂ ਜੀ ਅਸੀਂ ਲੈ ਕੇ ਜਾਵਾਂਗੇ ਜੀ, ਅਸੀਂ ਤੁਹਾਡੇ ਨਾਲ ਵਪਾਰ ਕਰਾਂਗੇ। ਫਿਰ ਧਰਮ ਨੂੰ ਖਤਮ। ਜਿਹੜੇ ਇੰਡੀਜਨਸ ਲੋਕ ਸੀ ਕੈਨੇਡਾ ਦੇ, ਉਹਨਾਂ ਦਾ ਧਰਮ ਕੋਈ ਵੀ ਨਹੀਂ ਸੀ। ਉਹ ਕਿੱਥੇ ਧਰਮ ਵਾਲੇ ਪਾਸੇ ਸੀ, ਉਹ ਤਾਂ ਕੁਦਰਤ ਉਹਨਾਂ ਦਾ ਧਰਮ ਸੀ। ਸਾਰਾ ਕੁਛ ਕੁਦਰਤ ਤੇ ਕੁਦਰਤ ਤੇ ਕੁਦਰਤ, ਬਸ ਉਹਦੇ ਆਲੇ ਦੁਆਲੇ ਕੁਦਰਤ ਦੇ ਹਿਸਾਬ ਦੇ ਨਾਲ ਹੀ ਉਹ ਮਾਈਗ੍ਰੇਸ਼ਨ ਕਰਦੇ ਸਾਰੇ ਕੈਨੇਡਾ 'ਚ। ਠੰਡ ਵੇਲੇ, ਗਰਮੀ ਵੇਲੇ, ਪਾਣੀ ਵੇਲੇ ਕਿੱਥੇ ਆ, ਤੇ ਹੁਣ ਕਿੱਥੋਂ ਅਸੀਂ ਸ਼ਿਕਾਰ ਕਰਨਾ ਹੈ ਤੇ ਕੀ ਕਰਨਾ। ਇਹ ਗੱਲ ਹੁਣ ਮੈਂ ਤੁਹਾਡੇ ਨਾਲ ਜਿਹੜੀ ਕਰਨੀ ਚਾਹੁੰਦਾ, ਧਰਮ ਹੈ ਜਿਹੜਾ, ਜਿਹੜੇ ਧਰਮੀ ਲੋਕ ਨੇ, ਰੱਬ ਦੇ ਰਾਹ ਵਾਲੇ ਲੋਕ ਨੇ, ਸਾਰੇ ਧਰਮਾਂ ਦੇ ਰਾਹ ਜਿਹੜੇ ਨੇ ਇੱਕ ਜਗ੍ਹਾ ਜਾ ਕੇ ਮੁੱਕ ਜਾਂਦੇ ਆ। ਉਹ ਰੱਬ ਹੈ, ਉਹ ਅੱਲਾ ਹੈ, ਉਹ ਗੋਡ ਹੈ, ਉਹ ਭਗਵਾਨ ਹੈ, ਉਹ ਸੱਚਾ ਪਾਤਸ਼ਾਹ ਹੈ, ਸਤਿਗੁਰ ਹੈ, ਨੌ ਨੇ। ਪਰ ਹੁਣ ਧਰਮ ਜਿਹੜਾ ਹੈ ਉਹ ਇੱਕ ਦੂਜੇ ਨੂੰ ਕਿਉਂ ਖਾ ਰਿਹਾ ਹੈ? ਜਦ ਉਹਨੂੰ ਸਮਾਂ ਮਿਲਦਾ ਹੈ ਉਹ ਕਿਉਂ ਅਡੰਬਰ ਕਰਦਾ ਹੈ? ਆ ਪਿਛਲੇ ਜੇ ਦਿਨੀ ਦਿੱਲੀ 'ਚ ਕੁਤਬ ਮੀਨਾਰ ਬਣਾਤਾ, ਨਾਲ ਗੇਟਵੇ ਆਫ ਇੰਡੀਆ ਬਣਾਤਾ, ਨਾਲ ਤਾਜ ਮਹਿਲ ਬਣਾਤਾ। ਤਿੰਨਾਂ ਦਾ ਕਿਹੜਾ ਧਰਮ ਨਾਲ ਸੰਬੰਧ ਹੈ? ਜਿਹੜਾ ਮੀਨਾਰ ਬਣਾਇਆ ਉਹ ਧਰਤੀ ਨੂੰ ਇਨਵੇਡ ਕਰਕੇ ਦਿੱਲੀ ਜਦ ਫਤਿਹ ਕੀਤੀ ਤਾਂ ਬਣਾਇਆ। ਉਹ ਦੂਜੇ ਨੇ, ਸ਼ਾਹਜਹਾਂ ਨੇ ਆਪਣੀ ਘਰ ਵਾਲੀ ਦੇ ਸ਼ੌਕ 'ਚ ਬਣਾਇਆ, ਉੱਥੇ ਕਬਰਾਂ ਨੇ। ਤੀਜੇ ਦੀ ਗੁਲਾਮੀ ਹੈ। ਜਾਰਜ ਪੰਜਵਾਂ ਜਦ ਭਾਰਤ ਆਇਆ, ਰਵਿੰਦਰਨਾਥ ਟੈਗੋਰ ਨੇ ਜ਼ਿਆਦਾ ਰਾਸ਼ਟਰੀ ਗੀਤ ਗਾਇਆ, ਉਹ ਉਹਨਾਂ ਨੇ ਜਦ ਬਣਾਇਆ ਵੀ ਆ ਦੇਖ ਤੇਰੇ ਲਈ ਰਾਹ ਬਣਾਇਆ, ਗੇਟਵੇ। ਦਰਬਾਰ ਸਾਹਿਬ ਦਾ ਮਾਡਲ ਉਸ ਜਗ੍ਹਾ ਨਾਲ ਕਿਵੇਂ ਬਣ ਸਕਦਾ ਹੈ? ਉਹਦਾ ਕਾਰਨ ਕੀ ਹੈ? ਉਹ ਚੂੰਡੀ ਹੈ ਵੀ ਦੇਖੋ ਤਾਂ ਚਸਕ ਪੈਂਦੀ ਆ, ਜਿਉਂਦੇ ਆ ਹਲੇ, ਰਹਿੰਦੇ ਆ ਹਲੇ। ਇਸੇ ਤਰ੍ਹਾਂ ਬਾਕੀ ਧਰਮਾਂ ਦਾ ਹੈ। ਆਹ ਹੁਣ ਜਿਹੜੀ ਕ੍ਰਿਸਚੈਨਿਟੀ ਦੇ ਥੱਲੇ ਪੋਪ ਬੋਲ ਨਹੀਂ ਰਿਹਾ। ਪੋਪ ਬੋਲੂ ਕਿਵੇਂ? ਪੋਪ ਦਾ ਤਾਂ ਵਿਕ ਜੂ ਸਾਰਾ ਕੁਝ। ਜਦ ਕੰਪਨਸੇਸ਼ਨ ਦੇ ਕੇਸ ਹੋਣੇ ਨੇ, ਐਕਨੋਲਜ ਨਹੀਂ ਕਰ ਰਿਹਾ ਉਹ ਇਹ ਚੀਜ਼ ਨੂੰ। ਸੋ ਇਹ ਜਿਹੜੀ ਗੱਲ ਕਿ ਧਰਮ ਹੈ ਜਿਹੜਾ,
ਇੱਕ ਦੂਜੇ ਦੇ ਧਰਮ ਨੂੰ ਦੱਬਣ ਦਾ ਕੀ ਕਾਰਨ ਹੈ? 604 204 0600 ਹਰ ਇੱਕ ਆਪਣੇ ਧਰਮ 'ਚ ਰਹੇ ਤਾਂ ਹੀ ਸਰਬ ਦੁਨੀਆ ਦਾ ਜਿਹੜਾ ਸਾਂਝੇ ਧਰਮ ਦੇ ਤੌਰ ਤੇ ਸਿੱਖ ਧਰਮ ਨੇ ਇਸੇ ਗੱਲ ਤੇ ਜ਼ੋਰ ਦਿੱਤਾ ਵੀ ਜਿਵੇਂ ਤੂੰ ਹੈ ਉਕਣੇ ਹੀ ਰਹਿ, ਤੂੰ ਮੇਰੇ ਕਰਕੇ ਬਦਲਣ ਦੀ ਨਹੀਂ ਲੋੜ, ਸਰਬ ਸਾਂਝਾ ਰੱਬ ਹੈ ਆਪਣਾ। ਸਿੱਖ ਬਣ। ਹੁਣ ਜਿਨ੍ਹਾਂ ਤੇ ਜਦ ਸਰਕਾਰਾਂ ਇੱਕ ਵਿਲਨ ਬਣਾਉਂਦੀਆਂ ਨੇ, ਖਲਨਾਇਕ ਬਣਾਉਂਦੀਆਂ ਨੇ, ਜਿਵੇਂ ਬਣਾਇਆ ਗਿਆ ਸੰਤ ਜਰਨੈਲ ਸਿੰਘ ਉਹਨਾਂ ਨੂੰ, ਇੱਕ ਵੀ ਕਿਸੇ ਸੀਡੀ ਦੇ ਵਿੱਚ ਸੁਣਿਆ ਕਿਤੇ ਹਿੰਦੂ ਧਰਮ ਦੇ ਬਾਰੇ, ਮੁਸਲਮਾਨ ਧਰਮ ਦੇ ਬਾਰੇ, ਕ੍ਰਿਸਚੀਅਨਟੀ ਦੇ ਬਾਰੇ ਕਿਤੇ ਗੱਲ ਕੀਤੀ ਹੋਵੇ? 1.5 ਘੰਟੇ ਦੀ ਇੰਟਰਵਿਊ ਹੈ ਇੱਕ ਜਿਹੜਾ ਇੱਥੋਂ ਗਿਆ ਸੀ ਸਵਾਮੀ, ਉਹਦੇ ਸਾਰੇ ਜਵਾਬ ਦਿੱਤੇ, ਔਰ ਕਿਤੇ ਵੀ ਇਹ ਗੱਲ ਨਹੀਂ ਕਹਿੰਦਾ ਸਾਡਾ ਆਪਣਾ ਪਿਆਰ ਹੈ, ਤੁਹਾਡੇ ਨਾਲ ਵੀ ਪਿਆਰ ਹੈ, ਪਰ ਤੁਸੀਂ ਆਪਣੇ ਧਰਮ 'ਚ ਪੱਕੇ ਰਹੋ, ਮੈਂ ਆਪਣੇ ਧਰਮ 'ਚ ਪੱਕਾ। ਇੱਕ ਦੂਜੇ 'ਚ ਇੰਟਰਵੀਨ ਨਹੀਂ ਕਰਨਾ। ਇਉਂ ਹੀ ਸਾਡੀ ਜਿਹੜੀ ਸਭਾ ਹੈ ਸਿੱਖਾਂ ਨੂੰ, ਤਾਂ ਜਿਹੜੀ ਧਰਮਸਾਲ ਹੈ ਜਾਂ ਅਸੀਂ ਇਕੱਠੇ ਬੈਠ ਕੇ ਬਹਿਣਾ, ਅਸੀਂ 10 ਅਲੱਗ-ਅਲੱਗ ਸੋਚਣੀ ਦੇ ਅਸੀਂ ਇਕੱਠੇ ਬਹਿ ਜਾਈਏ। ਹਰ ਇੱਕ ਦੀ ਸੋਚਣੀ ਨੂੰ ਸਤਿਕਾਰ ਹੈ ਵੀ ਬਿਲਕੁਲ ਠੀਕ ਹੈ, ਤੇਰੀ ਸੋਚਣੀ ਇਹ, ਤੇਰੀ ਸੋਚਣੀ ਹੈ, ਬਿਲਕੁਲ ਠੀਕ ਹੈ। ਹਾਂ, ਜਿੱਥੇ ਉਹ ਇੰਟਰਵੀਨ ਕਰ ਰਿਹਾ ਹੈ, ਜਿੱਥੇ ਉਹ ਕੁਛ ਖਰਾਬ ਕਰ ਰਿਹਾ ਹੈ, ਸੋਚਣੀ ਦੇ ਨਾਂ ਤੇ ਖਲਜਗਣ ਪਾ ਰਿਹਾ, ਉੱਥੇ ਸਾਡਾ ਧਰਮ ਹੈ ਉਹਨੂੰ ਰੋਕਣ ਦਾ, ਉੱਥੇ ਸੱਚ ਸੁਣਾਉਣ ਦੀ ਜ਼ਰੂਰਤ ਹੈ। ਪਰ ਮੈਂ ਥੋਪ ਨਹੀਂ ਸਕਦਾ ਜਿਹੜੀ ਮੇਰੀ ਸੋਚਣੀ ਆ ਵੀ ਮੈਂ ਫਲਾਣੇ ਤੇ ਥੋਪਣੀ ਆ, ਨਹੀਂ, ਇਹ ਨਹੀਂ ਗੱਲ। ਉਹ ਆਪਣੀ ਸੋਚਣੀ ਦਾ ਮਾਲਕ ਹੈ। ਉਹ ਜਿਸ ਤਰ੍ਹਾਂ ਅਪਬ੍ਰਿੰਗਿੰਗ ਉਹਦੀ ਹੋਈ, ਜਿਸ ਤਰ੍ਹਾਂ ਉਹਨੇ ਪੜ੍ਹਿਆ, ਜਿਸ ਤਰ੍ਹਾਂ ਦੇ ਪਰਿਵਾਰ 'ਚ ਰਿਹਾ, ਜਿਸ ਤਰ੍ਹਾਂ ਉਹਦੇ ਆਲੇ ਦੁਆਲੇ ਇਕੱਠ 'ਚ ਰਿਹਾ, ਉਹਦੀ ਸੋਚਣੀ ਹੈ। ਮੇਰੀ ਆਪਣੀ ਸੋਚਣੀ ਹੈ। ਮੈਂ ਧਰਮ ਨੂੰ ਆਪਣੇ ਹਿਸਾਬ ਨਾਲ ਲੈਣਾ। ਹੁਣ ਸਾਡੇ ਦੇ ਵਿੱਚ ਬਹੁਤ ਨੇ ਜਿਨ੍ਹਾਂ ਨੂੰ ਸੁੱਚਮ ਵਾਲਾ ਚੱਕਰ ਬਹੁਤ ਹੈ, ਉਹ ਟੂਟੀਆਂ ਮੰਜੀ ਜਾਂਦੇ ਨੇ ਪਾਣੀ ਭਰਨ ਤੋਂ ਪਹਿਲਾਂ। ਨਹੀਂ, ਉਹ ਕਈ ਨੇ ਹੁਣ ਬਹੁਤ ਦਸਤਾਰ ਦਾ ਰੰਗ, ਦਸਤਾਰ ਦੀ ਲੰਬਾਈ, ਸ੍ਰੀ ਸਾਹਿਬ ਦੀ ਲੰਬਾਈ, ਚੋਲੇ ਕਿਹੋ ਜਿਹੇ ਨੇ, ਕਛਹਿਰੇ ਦਾ ਸਾਈਜ਼ ਕੀ ਹੈ, ਤੇ ਕਿੱਥੇ ਉਹ ਛਕਣਾ ਕਿੱਥੇ ਨਹੀਂ ਛਕਣਾ, ਕਿਹੜੀ ਬਾਣੀ ਪੜ੍ਹਨੀ ਹੈ ਨਹੀਂ ਪੜ੍ਹਨੀ ਹੈ, ਤੇ ਉਹ ਆਪਣਾ ਠੀਕ ਹੈ। ਉਹਨਾਂ ਦਾ ਇੱਕ ਜਿਹੜੀ ਚੱਲ, ਮੈਂ ਉਸ ਨੂੰ ਲੈਜਿਟ ਨਹੀਂ ਕਹਿੰਦਾ ਵੀ ਉਹ ਠੀਕ ਹੈ, ਪਰ ਉਸ ਨੂੰ ਬਦਲਣ ਦੇ ਲਈ ਵੀ ਮੇਰੇ ਕੋਲ ਕੋਈ ਹੱਕ ਨਹੀਂ। ਮੈਂ ਉਹਨੂੰ ਕਹਾਂ ਵੀ ਨਾ ਵੀ ਛੋਟੀ ਦਸਤਾਰ ਬੰਨ੍ਹ, ਤੂੰ ਕਛਹਿਰਾ ਜਿਹੜਾ ਰੇਬ ਹੈ ਇਹ ਗੋਡਿਆਂ ਤੱਕ ਤੂੰ ਕਿਉਂ ਪਾਉਣਾ, ਮੈਂ ਛੋਟਾ ਪਾਉਣਾ, ਤੂੰ ਕਿਉਂ ਨਹੀਂ ਛੋਟਾ ਪਾਉਣਾ, ਇਹ ਨਹੀਂ ਗੱਲ ਹੈ। ਇਸ ਤਰ੍ਹਾਂ ਹੀ ਸਾਡੀ ਸੋਚਣੀ ਦੇ ਵਿੱਚ ਵੀ ਸਾਡੇ, ਆਪਾਂ ਗੱਲਾਂ ਬਾਤਾਂ ਕਰਦੇ ਟਾਕ ਸ਼ੋਅ ਦੇ ਵਿੱਚ ਬਹੁਤ ਗੱਲਾਂ ਹੁੰਦੀਆਂ ਨੇ ਜਿਹੜੀਆਂ ਹਰ ਇੱਕ ਗੱਲ ਨਾਲ ਅਸੀਂ ਸਹਿਮਤ ਨਹੀਂ ਇੱਕ ਦੂਜੇ ਨਾਲ, ਪਰ ਉਹਦਾ ਸਤਿਕਾਰ ਹੈ ਬਈ ਇੱਕ ਅਸੀਂ ਇਕੱਠ 'ਚ ਬੈਠੇ ਹਾਂ, ਆਪਣੀ ਆਪਣੀ ਗੱਲ ਕਰ ਰਹੇ ਹਾਂ, ਜਿਹੜੀ ਗੱਲ ਕਰ ਰਹੇ ਹਾਂ ਠੀਕ ਹੈ ਤੇਰੀ ਗੱਲ ਬਿਲਕੁਲ। ਹਾਂ, ਕਿਤੇ ਕਰਮ ਕਾਂਡ ਹੈ ਉਸ ਦੇ ਖਿਲਾਫ ਬੋਲਣ ਦਾ ਸਾਡਾ ਫਰਜ਼ ਹੈ। ਮੈਨੂੰ ਨਹੀਂ ਪਤਾ ਇਹ ਧਰਮ ਤੇ, ਖਾਸ ਤੌਰ ਤੇ ਮੈਂ ਜੇ ਆਪਣੇ ਧਰਮ ਦੀ ਗੱਲ, ਸਿੱਖ ਧਰਮ ਦੀ ਗੱਲ ਕਰਾਂ, ਇੱਕ ਵੀ ਗੁਰੂ ਸਾਹਿਬ ਤੋਂ ਲੈ ਕੇ ਪਹਿਲੇ ਪਾਤਸ਼ਾਹ ਤੋਂ ਅੱਜ ਤੱਕ 500-550 ਸਾਲਾਂ ਦੇ ਵਿੱਚ, 553 ਸਾਲਾਂ, ਚਲੋ ਜਦ ਵੱਡੇ ਹੋਏ ਜਦ ਦੀ ਗੱਲ ਕਰ ਲਈਏ, 1480 ਤੋਂ ਨੇੜੇ ਦੀ ਗੱਲ ਕਰ ਲਈਏ, ਤੇ ਇੱਕ ਵੀ ਇੰਸੀਡੈਂਟ ਨਹੀਂ ਜਿੱਥੇ ਸਿੱਖ ਧਰਮ ਦੇ ਕਿਸੇ ਬਾਨੀ ਨੇ, ਕਿਸੇ ਗੁਰੂ ਨੇ, ਸਿੱਖ ਧਰਮ ਨੂੰ ਪ੍ਰਣਾਉਣ ਵਾਲਿਆਂ ਨੇ ਕਿਸੇ ਧਰਮ ਤੇ ਹਮਲਾ ਕਰਕੇ ਉਸ ਧਰਮ ਨੂੰ ਬਦਲਣ ਲਈ ਜਾਂ ਉਸ ਧਰਮ ਦੇ ਬੰਦਿਆਂ ਨੂੰ ਸਿੱਖ ਬਣਾਉਣ ਲਈ ਕੁਝ ਕੀਤਾ ਹੋਵੇ। ਪਰ ਇਸ ਧਰਮ ਦੇ ਲਈ ਨਿੱਤ ਕੋਈ ਨਾ ਕੋਈ ਸਿਆਪਾ ਪੈਂਦਾ, ਇੱਥੋਂ ਕਰ ਲਾ, ਇੱਥੋਂ ਕਰ ਲਾ, ਇੱਥੋਂ ਆ, ਇਹਨੂੰ ਰੋਡ ਦੇ ਆਹ ਕਰਦੇ, ਉਹ ਕਰ, ਪਤਾ ਨਹੀਂ ਉਹਦਾ ਕਾਰਨ ਕੀ ਹੈ, ਸਮਝਣਾ ਔਖਾ, ਸਮਝ ਤੋਂ ਬਾਹਰ ਹੈ ਗੱਲ। ਹੁਣ ਉਹ ਤਿੰਨ ਜਿਹੜੇ, ਕੋਈ ਪਿਆਰ ਵਾਲਾ ਹੈ, ਕੋਈ ਕਿਸੇ ਤੇ ਜ਼ੁਲਮ ਦੀ ਦਾਸਤਾਂ, ਕਿਤੇ ਗੁਲਾਮੀ, ਉਹਦੇ ਨਾਲ ਦਰਬਾਰ ਸਾਹਿਬ ਦਾ ਹੁਣ ਚਾਹੇ ਉਹ ਉਠਾਤਾ ਲਾਤਾ, ਪਰ ਇੱਕ ਵਾਰ ਤਾਂ ਦੇਖਿਆ ਨਾ, ਕਦੇ ਦਰਬਾਰ ਸਾਹਿਬ ਵਾਂਗੂ ਕਿਤੇ ਪੰਡਾਲ ਬਣਾ ਲਿਆ, ਕਿਤੇ ਮੱਧ ਪ੍ਰਦੇਸ਼ 'ਚ ਬਣਾ ਲਿਆ, ਕਦੇ ਕਲਕੱਤੇ ਬਣਾ ਲਿਆ। ਇਹ ਜਿਹੜਾ ਤੁਹਾਨੂੰ ਇਹਦੇ ਤੋਂ ਫਿਰ ਬੰਦੇ ਕੋਫਤ ਕਰਦੇ ਆ, ਇਹ 'ਚੋਂ ਦੁੱਖ ਕਰਦੇ ਆ, ਨੇੜੇ ਬਹਿਣ ਕੇ ਗੱਲਾਂ ਕਰਨ ਦੀਆਂ ਗੱਲਾਂ ਕਰਦੇ ਕਰਦੇ ਫਿਰ ਵਿਗੜੋ ਪੈਂਦੀ ਆ ਵੀ ਯਾਰ ਇਹ ਕਿਉਂ ਕਰਦੇ ਨੇ। ਮੈਂ ਪਰ ਫਿਰ ਵੀ ਕਹਾਂ, ਚਾਹੇ ਕੋਈ ਹਮਲਾ ਕਰਦਾ ਨਹੀਂ ਕਰਦਾ, ਅਸੀਂ ਆਪਣੇ ਆਪ ਨੂੰ ਗਵਾਉਣਾ ਨਹੀਂ। ਅਸੀਂ ਇਸ ਜਗ੍ਹਾ ਤੇ ਨਹੀਂ ਆਉਣਾ ਵੀ ਅਸੀਂ ਵੀ ਤਲਵਾਰਾਂ ਉਹਨਾਂ ਵਾਂਗੂ ਸੂਤਣੀਆਂ ਨੇ, ਨਹੀਂ। ਪਰ ਉੱਥੇ ਹੀ ਪਾਪੀ ਨੂੰ ਦੰਡ ਦੇਣ ਦੀ ਗੱਲ ਜਿਹੜੀ ਉਹ ਬਰਾਬਰ ਪੈਰਲਲ ਚੱਲਦੀ ਹੈ ਧਰਮ ਦੇ ਵਿੱਚ। ਜੇ ਭਗਤੀ ਦੀ ਗੱਲ ਹੈ ਤਾਂ ਸ਼ਕਤੀ ਦੀ ਗੱਲ ਨਾਲ ਚੱਲਦੀ ਹੈ। ਜੇ ਤੁਸੀਂ ਕਹੀ ਹੋਈ ਉਈਓ ਵੀ ਤੁਸੀਂ ਵੀ ਬਸ ਜੀ ਬਸ ਤੇ ਬਸ ਮਣ ਕੇ ਤੇ ਮਣਕਾ ਠਾ ਮਣਕਾ ਹੀ ਹੈ, ਤੇ ਜਾਂ ਫਿਰ ਨਹੀਂ 4 ਫੁੱਟ ਦੀ ਨਾਲ ਤਾਂ ਜਿੰਨੇ 80 ਵੱਢ ਤੇ 20 ਰਹਿ ਗਏ ਉਹ ਵੱਢ ਦੇਣੇ ਆ, ਉਹ ਵੀ ਗਲਤ ਹੈ।
604 204 0600 ਤੇ ਸਰਦਾਰ ਸ਼ਮਸ਼ੇਰ ਸਿੰਘ ਜੀ ਲਾਈਨ ਨੰਬਰ 1। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਇੱਕ ਤਾਂ ਜੀ ਅੱਜ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਬੇਟੇ ਅਜੇ ਸਿੰਘ ਦੀ ਵੀ ਸ਼ਹੀਦੀ ਦਿਵਸ ਆ ਜੀ। ਹੈਲੋ, ਦੱਸੀ ਚਲੋ ਜੀ, ਮੈਂ ਸੁਣ ਰਿਹਾ ਜੀ, ਤੁਸੀਂ ਗੱਲ ਹਾਂਜੀ ਕਰੋ। ਹਾਂਜੀ ਹਾਂਜੀ। ਤੇ ਇੱਕ ਜੀ ਆਪਣਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਦਿਨ ਹੈ ਜੀ, ਸਾਰੇ ਸਿੱਖ ਕੌਮ ਨੂੰ ਮੁਬਾਰਕਾਂ ਜੀ ਉਹਦੀਆਂ। ਤੇ ਇੱਕ ਨਾ ਜੀ ਗੱਲ ਕਲੀਅਰ ਕਰਿਓ ਜੀ ਵੀ ਜਿਹੜਾ ਆਪਣਾ ਧਰਮ ਤੇ ਆਪਾਂ ਕਹਿੰਦੇ ਹਾਂ ਧਰਮ ਤੇ ਰਾਜਨੀਤੀ ਇਕੱਠੇ ਚੱਲ ਸਕਦੇ ਆ, ਇਹ ਕਿਵੇਂ ਚੱਲ ਸਕਦੇ ਆ ਜੀ? ਇਹਦੇ ਬਾਬਤ ਥੋੜੀ ਜਾਣਕਾਰੀ ਕਲੀਅਰ ਕਰ ਦਿਓ ਜੀ ਥੋੜਾ ਜਿਹਾ। ਸੈਮ ਜੀ ਲਾਈਨ ਨੰਬਰ 2। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਮੈਂ ਤਾਂ ਵੈਸੇ ਇਹ ਕਹੂੰਗਾ ਵੀ ਸੱਚ ਬੋਲਣਾ ਜਾਂ ਸਾਡਾ ਧਰਮ ਜਿਹੜਾ ਇਹ ਕੋਈ ਕਿਸੇ ਨੇ ਆਪਾਂ ਨੂੰ ਦੇਣਾ ਨਹੀਂ, ਮੋਸਟਲੀ ਆਪਾਂ ਸਾਰੇ ਗ੍ਰਹਿਣ ਕਰ ਚੁੱਕੇ ਆ, ਆਪਾਂ ਨੂੰ ਪਤਾ ਆ ਧਰਮ ਕੀ ਆ। ਬਾਕੀ ਜਿਹੜਾ ਸਾਈਡ ਆ ਉਹ ਮਜ਼ਹਬ ਸਾਈਡ ਆ। ਮਜ਼ਹਬ ਸਾਈਡ ਤੇ ਤਾਂ ਬਹੁਤ ਚੀਜ਼ਾਂ ਗਲਤ ਹੋ ਰਹੀਆਂ, ਸਾਨੂੰ ਪਤਾ ਹੁੰਦਾ ਵੀ ਨਹੀਂ ਯਾਰ ਆਹ ਜਗ੍ਹਾ ਸਹੀ ਆ, ਇੱਥੋਂ ਤਾਂ ਵਾਧੂ ਜਿਹੀਆਂ ਚੀਜ਼ਾਂ ਪਾਈਆਂ ਪਰ ਫਿਰ ਵੀ ਕਰਦੇ ਆ। ਆਈ ਡੋਂਟ ਨੋ ਕਿਹੜਾ ਪਾਰਟ, ਉਹ ਪਾਰਟੀ ਇੱਕ ਦੂਜੇ ਨਾਲ ਲੜਦਾ ਆ, ਧਰਮ ਨਾਲ ਪਾਰਟ ਨਹੀਂ ਆਪਣਾ ਲੜਦਾ ਕਿਸੇ ਨਾਲ, ਉਹ ਤਾਂ ਐਨ ਠੀਕ ਰਹਿੰਦਾ। ਉਹਦਾ ਹਿੰਦੂ ਸਿੱਖਾਂ ਨਾਲ ਬੜਾ ਪਿਆਰ, ਜੱਫੀਆਂ ਪੈਂਦੀਆਂ, ਸਿੱਖ ਮੁਸਲਮਾਨਾਂ ਨਾਲ ਜੱਫੀਆਂ ਪਾਉਂਦੇ, ਸਾਰੇ ਬਹੁਤ ਵਧੀਆ ਇਕੱਠੇ ਰਹਿੰਦੇ ਆਪਾਂ। ਆਪਣਾ ਉਹ ਧਰਮ ਉਹ ਸਾਈਡ ਕਦੀ ਸ਼ੇਡ ਹੀ ਨਹੀਂ ਹੁੰਦੀ, ਪਰ ਉਹ ਮਜ਼ਹਬ ਸਾਈਡ ਹੀ ਤੰਗ ਕਰਦੀ ਹੈ, ਜਿਹਦੇ ਵਿੱਚ ਮੇਰਾ ਖਿਆਲ ਪਹਿਲਾਂ ਸਟਾਰਟਿੰਗ ਦੇ ਵਿੱਚ ਜਦੋਂ ਸਿੱਖ ਧਰਮ ਆਇਆ, ਬਾਅਦ ਵਿੱਚ ਜਿਹੜੇ ਪਹਿਲੇ ਧਰਮ ਆ ਉਹ ਤਾਂ ਧਰਮ ਹੀ ਧਰਮਾਂ ਤੇ, ਜਦੋਂ ਕਬੀਲਿਆਂ ਚੋਂ ਨਿਕਲ ਕੇ ਧਰਮ ਹੀ ਧਰਮਾਂ ਤੇ ਅਟੈਕ ਕਰਦੇ ਰਹੇ ਆ। ਇੱਕ ਧਰਮ ਨੂੰ ਬਣਾਉਣ ਨੂੰ ਦੂਜਾ ਧਰਮ ਆ ਗਿਆ, ਇਹ ਕਰਦੇ ਰਹੇ। ਮੁਸਲਮਾਨਾਂ ਨੇ ਹਿੰਦੂ ਮਾਰੇ, ਹਿੰਦੂਆਂ ਨੇ ਬੋਧੀ ਮਾਰੇ, ਇਹ ਚੱਲਦਾ ਰਿਹਾ ਆ। ਕ੍ਰਿਸਚਨਾਂ ਨੇ ਵੀ ਇਹੀ ਕੀਤਾ ਆ। ਔਰ ਮੇਰਾ ਖਿਆਲ ਉਹ ਪਹਿਲੇ ਧਰਮਾਂ ਨਾਲੋਂ ਸਿੱਖ ਧਰਮ ਤਾਂ ਵੱਖਰਾ ਆ ਕਿਉਂਕਿ ਇਹ ਨਵਾਂ ਧਰਮ ਆ, ਔਰ ਅੱਜ ਵੀ ਹੋਰ ਨਵਾਂ ਹੋ ਗਿਆ। ਹੁਣ ਮੈਨੂੰ ਲੱਗਦਾ ਸ਼ਾਇਦ ਇਹ ਸੋਚਣੀ ਚਾਹੀਦੀ, ਲਿਆਉਣਾ ਚਾਹੀਦਾ ਵੀ ਮਜ਼ਹਬਾਂ ਨਾਲੋਂ ਨਿਕਲ ਕੇ ਅਗਰ ਤੁਸੀਂ ਧਰਮਾਂ ਨੂੰ ਆਓਗੇ, ਆਪਸੀ ਪਿਆਰ ਵਧੂਗਾ, ਦੁਨੀਆ ਬੈਟਰ ਬਣੂਗੀ। ਇਹ ਹਾਰਡ ਨਹੀਂ ਹੈਗਾ, ਕੋਈ ਰਾਕਟ ਸਾਇੰਸ ਨਹੀਂ। ਹਰ ਇੱਕ ਨੂੰ ਪਤਾ ਵੀ ਕਦੋਂ ਕਿਸੇ ਨਾਲ ਇਨਸਾਫ ਕਰਨਾ ਆ ਤੇ ਕਦੋਂ ਕਿਸੇ ਨੂੰ ਨਫ਼ਰਤ ਕਰਨੀ। ਕੋਈ ਵੀ ਗਲਤ ਕਰਦਾ ਆ ਉਹ ਗਲਤ ਹੈ, ਚਾਹੇ ਉਹ ਸਿੱਖ ਹੈ, ਚਾਹੇ ਹਿੰਦੂ ਆ, ਚਾਹੇ ਕੋਈ ਵੀ ਹੈ। ਧੰਨਵਾਦ ਜੀ। ਪ੍ਰਭਜੋਤਪਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਹਾਂਜੀ, ਜਿੱਦਾਂ ਅੱਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਦਿਨ ਆ ਤੇ ਗੱਲ ਜਿਹੜੀ ਆ ਆਪਣੀ ਰਾਜਨੀਤੀ ਤੇ ਧਰਮ ਦੀ ਜੇ ਸਮਝਣੀ ਆ, ਜੇ ਅੱਜ ਨਹੀਂ ਸਾਨੂੰ ਇਸ ਗੱਲ ਦੀ ਸਮਝ ਆਈ ਤਾਂ ਫੇਰ ਆਪਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਗੱਲ ਨੂੰ ਹੀ ਨਹੀਂ ਸਮਝ ਸਕੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਗੁਰੂ ਨਾਨਕ ਸਾਹਿਬ ਤੋਂ ਕੋਈ ਵੱਖਰੀ ਗੱਲ ਨਹੀਂ ਕੀਤੀ। ਜਦੋਂ ਬਾਬਰ ਦੇ ਖਿਲਾਫ ਗੁਰੂ ਨਾਨਕ ਸਾਹਿਬ ਬੋਲਦੇ ਆ, ਉੱਥੇ ਹੀ ਗੁਰੂ ਸਾਹਿਬ ਨੇ ਜਿੱਥੇ ਧਰਮ ਦੀ ਦਾ ਸੰਦੇਸ਼ ਦਿੱਤਾ, ਉਹ ਪਰਮਾਤਮਾ ਦੀ ਗੱਲ ਕੀਤੀ ਆ। ਉੱਥੇ ਜਿਹੜਾ ਗਲਤ ਹੋ ਰਹੀ ਰਾਜਨੀਤੀ ਆ, ਧਰਮ ਤੋਂ ਹੋਣੀ ਜਿਹੜੀ ਰਾਜਨੀਤੀ ਆ, ਉਹਦੇ ਖਿਲਾਫ ਉੱਥੇ ਗੱਲ ਕਰ ਦਿੱਤੀ। ਤੇ ਸਾਡੇ ਗੁਰੂਆਂ ਨੇ ਸੁਨੇਹਾ ਹੀ ਇਹੋ ਦਿੱਤਾ ਹੈਗਾ ਵੀ ਜਿਹੜਾ ਰਾਜਨੀਤੀ ਆ ਧਰਮ ਦੇ ਅਨੁਸਾਰ ਚੱਲੇ। ਹੁਣ ਜਿਹੜੇ ਧਰਮ ਦੇ ਨਾਂ ਦੇ ਉੱਤੇ ਕੋਈ ਵੀ ਕੋਈ ਗੱਲ ਕਰਦਾ ਹੈਗਾ, ਕੋਈ ਕਿਸੇ ਨੂੰ ਮਾਰਦਾ ਆ, ਉਹ ਅਸੀਂ ਜੇ ਧਰਮ ਨੂੰ ਦੋਸ਼ ਦਿੰਦੇ ਆ ਤੇ ਉਹਦੇ ਵਿੱਚ ਮੇਰਾ ਖਿਆਲ ਹੈ ਸਾਡੀ ਕਮਜ਼ੋਰੀ ਹੈਗੀ ਆ। ਅਸੀਂ ਧਰਮ ਨੂੰ ਸਮਝ ਹੀ ਨਹੀਂ ਸਕੇ, ਸਾਡੇ ਕੋਲ ਉਹ ਐਜੂਕੇਸ਼ਨ ਹੈ ਨਹੀਂ, ਸਾਡੇ ਕੋਲ ਉਹ ਨੌਲੇਜ ਨਹੀਂ ਜੋ ਧਰਮ ਦੇ ਰਿਹਾ, ਤੇ ਅਸੀਂ ਆਪਣੀ ਮਨਮਰਜ਼ੀ ਨਾਲ ਫਿਰ ਅਸੀਂ ਕਹਿੰਦੇ ਆ ਵੀ ਜੋ ਮੈਂ ਕਰਦਾ ਆ ਉਹੀ ਸਭ ਕੁਛ ਹੈਗਾ ਆ, ਏਦਾਂ ਹੀ ਸਾਰਿਆਂ ਨੂੰ ਕਰਨਾ ਚਾਹੀਦਾ ਆ। ਸਾਡੇ ਗੁਰੂ ਸਾਹਿਬਾਨ ਨੇ ਵੀ ਕਿਤੇ ਵੀ ਜਾ ਕੇ ਕਿਸੇ ਵੀ ਧਰਮ ਦੇ ਕਿਸੇ ਵੀ ਬੰਦੇ ਨੂੰ ਇਹ ਨਹੀਂ ਕਿਹਾ ਵੀ ਤੂੰ ਆਹ ਨਹੀਂ ਕਰਨਾ, ਤੂੰ ਨਾ ਕਰ। ਸਿਰਫ ਤੇ ਸਿਰਫ ਉੱਥੇ ਸਵਾਲ ਉਠਾਇਆ ਵੀ ਆਹ ਗੱਲ ਭਾਈ ਏਦਾਂ ਆ, ਆਹ ਏਦਾਂ ਆ, ਆਹ ਕਾਹਤੇ ਆ, ਇਹ ਗੱਲ ਏਦਾਂ ਨਹੀਂ ਏਦਾਂ ਹੋ ਸਕਦੀ ਆ, ਉਹਨੂੰ ਦੱਸਣ ਦੀ ਕੋਸ਼ਿਸ਼ ਕੀਤੀ ਆ। ਕਿਤੇ ਜਾ ਕੇ ਇਹ ਨਹੀਂ ਕਿਹਾ ਵੀ ਆਪ ਹੁਣ ਮੈਂ ਤਾਂ ਜਾ ਕੇ ਨਾ ਸਿਰ ਸਾਹਿਬ ਚੁੱਕ ਲਿਆ ਜਾਂ ਡਾਂਗ ਚੁੱਕ ਲਈ ਆ ਵੀ ਤੈਨੂੰ ਬਦਲ ਕੇ ਰਹਿਣਾ ਆ। ਸੋ ਜਿੱਥੇ ਵੀ ਅਸੀਂ ਕਿਸੇ ਨੂੰ ਜਾ ਕੇ ਕਹਿੰਦੇ ਜੇ ਸਾਨੂੰ ਆ ਕੇ ਕੋਈ ਕਹਿੰਦਾ ਹੈਗਾ ਆ, ਉੱਥੇ ਜਿਹੜਾ ਆ ਕੌਨਫਲਿਕਟ ਪੈਦਾ ਹੁੰਦਾ। ਹੁਣ ਆ ਜਿਹੜਾ ਜਿੱਦਾਂ ਤੁਸੀਂ ਗੱਲ ਕੀਤੀ ਹਰਿਮੰਦਰ ਸਾਹਿਬ ਦੇ ਜਿਹੜਾ ਬਣਾਉਣਾ ਹੈਗਾ ਆ, ਉੱਥੇ ਜੇ ਤਾਂ ਧਰਮ ਦਾ ਪ੍ਰਚਾਰ ਹੁੰਦਾ ਤਾਂ ਅਸੀਂ ਝਲਕੀਆਂ ਬਹੁਤ ਹੀ ਸ੍ਰੀ ਹਰਿਮੰਦਰ ਸਾਹਿਬ ਦੀਆਂ ਪ੍ਰੈਜ਼ੈਂਟ ਕਰਦੇ ਹੈਗੇ ਆ, ਪਰ ਗੱਲ ਜਦੋਂ ਉਹ ਧਰਮ ਤੋਂ ਵੱਖਰੀ ਲਿਜਾ ਕੇ ਕਿਸੇ ਹੋਰ ਆਈਡੀਓਲੋਜੀ ਨਾਲ ਜੋੜ ਕੇ ਧਰਮ ਨੂੰ ਤੁਸੀਂ ਜਿੱਦਾਂ ਜਿਹੜੇ ਕਈ ਡੇਰੇ ਚੱਲੇ ਹੈਗੇ ਆ, ਡੇਰਿਆਂ ਦੇ ਵਿੱਚ ਬੈਠੇ ਜਿਹੜੇ ਉਹਨਾਂ ਦੇ ਪ੍ਰਚਾਰਕ ਹੈਗੇ ਆ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨੀਵਾਂ ਦਿਖਾ ਕੇ ਆਪ ਉੱਤੇ ਹੁੰਦੇ ਆ, ਤੇ ਉੱਥੇ ਆ ਕੇ ਫਿਰ ਮਸਲਾ ਇਹੋ ਧਰਮ ਦਾ ਬਣ ਜਾਂਦਾ। ਉੱਥੇ ਜਾ ਕੇ ਫਿਰ ਉਹ ਮਸਲਾ ਹੱਲ ਕਰਨਾ ਬਣਦਾ। ਇਸੇ ਤਰ੍ਹਾਂ ਇਹ ਜਿਹੜੀ ਆਈਡੀਓਲੋਜੀ ਦਾ ਜਿੱਦਾਂ ਇੱਥੇ ਵਖਰੇਵਾਂ ਹੋਣ ਕਰਕੇ ਉੱਥੇ ਦਰਬਾਰ ਸਾਹਿਬ ਦੇ ਮਾਡਲ ਤੇ ਸਾਨੂੰ ਤਕਲੀਫ ਹੈਗੀ ਆ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ।
ਸੋ ਜਸਵੀਰ ਸਿੰਘ ਜੀ ਲਾਈਨ ਨੰਬਰ 4। ਧੰਨਵਾਦ ਸਰਦਾਰ ਜੀ। ਜਿਹੜਾ ਮਸਲਾ ਬੇਸਿਕਲੀ ਸੰਸਾਰ ਦੇ ਵਿੱਚ ਚੱਲ ਰਿਹਾ ਉਹਦਾ ਮੁੱਢ ਕਦੀਮ ਜਿਹੜਾ ਆਰੰਭ ਹੈ ਉਹ ਹੈਗੀ ਆ ਤਾਕਤ। ਜੀ। ਤੇ ਮਨੁੱਖ ਨੇ ਇਹ ਵੇਖਿਆ ਕਿ ਤਾਕਤ ਨੂੰ ਹਾਸਲ ਕਰਨ ਦੀ ਖਾਤਰ ਕਿਹੜੇ ਟੂਲ ਨੇ ਜਿਹੜੇ ਕਾਰਗਰ ਤੇ ਸੁਖਾਲੇ ਵਰਤੇ ਜਾ ਸਕਦੇ ਨੇ। ਉਹਨਾਂ ਚੋਂ ਇੱਕ ਟੂਲ ਜਿਹੜਾ ਉਹ ਧਰਮ ਦੇ ਨਾਂ ਤੇ ਵਰਤਿਆ ਗਿਆ। ਮਨੁੱਖ ਕਰਦਾ ਤੇ ਖੁਦ ਆਪਣੀ ਇੱਛਾ ਪੂਰੀ ਹੈ, ਲੇਕਿਨ ਨਾਂ ਰੱਬ ਦਾ ਲਾਉਂਦਾ। ਰੱਬ ਇਉਂ ਕਹਿੰਦਾ, ਰੱਬ ਨੇ ਇਉਂ ਕਿਹਾ, ਰੱਬ ਇਉਂ ਚਾਹੁੰਦਾ। ਹੁਣ ਇਹਦੀਆਂ ਉਦਾਹਰਨਾਂ ਆਮ ਧਰਮਾਂ ਦੇ ਵਿੱਚ ਮਿਲਦੀਆਂ। ਇੱਕ ਜਿਹੜੀ ਅਸੀਂ ਧਾਰਨਾ ਆਮ ਤੌਰ ਤੇ ਮਹਿਸੂਸ ਕਰਦੇ ਆ ਜਾਂ ਬੋਲੀ ਜਾਂਦੀ ਹੈ ਜੀ, ਸਾਰੇ ਧਰਮ ਇੱਕੋ ਹੀ ਉਪਦੇਸ਼ ਦਿੰਦੇ ਨੇ। ਇਹ ਬਿਲਕੁਲ ਗਲਤ ਹੈ ਬਾਈ ਜੀ। ਅਗਰ ਤੁਸੀਂ ਦੇਖੋ ਹਿੰਦੂ ਧਰਮ ਨੂੰ ਵੇਖੀਏ, ਹਿੰਦੂ ਧਰਮ ਦੇ ਵਿੱਚ ਪ੍ਰਮਾਤਮਾ ਦੀ, ਅਕਾਲ ਦੀ ਤਾਂ ਕੋਈ ਗੱਲ ਹੀ ਨਹੀਂ ਹੈ। ਉੱਥੇ ਤਾਂ ਵਿਅਕਤੀਆਂ ਦੀ ਗੱਲ ਹੈ। ਵੱਖਰੇ ਵੱਖਰੇ ਰੱਬ ਨੇ। ਜਿਹੜਾ ਰੱਬ ਤਕੜਾ, ਕੋਈ ਮਾੜਾ, ਕੋਈ ਚੰਗਾ, ਕੋਈ ਕਿਸੇ ਕੋਲ ਸ਼ਕਤੀ ਕੋਈ ਹੈ, ਕਿਸੇ ਕੋਲ ਕੋਈ ਹੈ। ਉੱਥੇ ਕੋਈ ਇੱਕ ਰੱਬ ਹੈ ਨਹੀਂ। ਕ੍ਰਿਸਚਨ ਜਿਹੜੀ ਨੂੰ ਵੇਖੋ ਉਹ ਅਕਾਲ ਦੀ ਗੱਲ ਨਹੀਂ ਕਰਦੇ। ਉਹ ਕਹਿੰਦੇ ਨੇ ਬਈ ਜੇ ਅਕਾਲ ਨੂੰ ਮਿਲਣਾ, ਜੇ ਰੱਬ ਨੂੰ ਮਿਲਣਾ ਤਾਂ ਇੱਕੋ ਹੀ ਰਸਤਾ ਹੈ, ਉਹ ਜਿਸ ਦੇ ਥਰੂ ਜਾ ਸਕਦਾ। ਉਹਨਾਂ ਦਾ ਬਿਲੀਫ ਹੈ ਵਿਚ ਇਜ਼ ਗੁੱਡ। ਮੇਰਾ ਮਤਲਬ ਕਹਿਣ ਦਾ ਇਹ ਹੈ ਵੀ ਗੁਰੂ ਨਾਨਕ ਨੇ ਜਿਹੜੀ ਗੱਲ ਕੀਤੀ ਸੀ, ਉਹਨਾਂ ਨੇ ਕੀਤੀ ਸੀ ਯੂਨੀਵਰਸਲ ਗੱਲ ਕੀਤੀ ਸੀ। ਇਸੇ ਕਰਕੇ ਸਿੱਖ ਧਰਮ ਦੇ ਵਿੱਚ ਕਿਸੇ ਵੀ ਵਿਅਕਤੀ ਨੂੰ ਜ਼ੋਰ ਜ਼ਰਬੀ ਦੇ ਨਾਲ ਤਬਦੀਲ ਕਰਨ ਦੀ ਗੱਲ ਨਹੀਂ ਕੀਤੀ ਜਾਂਦੀ। ਹੁਣ ਤਬਦੀਲ ਕਰਨਾ ਕਿਉਂ ਆ, ਪਹਿਲਾਂ ਇਹ ਸੋਚਣ ਦੀ ਲੋੜ ਹੈ। ਮਨੁੱਖ ਤਬਦੀਲ ਤਾਂ ਦੂਸਰੇ ਨੂੰ ਕਰਦਾ ਹੈ ਕਿ ਉਹ ਮੇਰੇ ਵਰਗਾ ਹੋ ਜਾਵੇ। ਗੁਰੂ ਨਾਨਕ ਨੇ ਤਾਂ ਸਾਰਿਆਂ ਨੂੰ ਇਕੱਠੇ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਲਾਇਆ ਜਾਂਦਾ। ਹੁਣ ਕਿਹਨੂੰ ਤਬਦੀਲ ਕਰੀਏ? ਸੋ ਇਹ ਚੀਜ਼ਾਂ ਸਾਨੂੰ ਸਮਝਣ ਦੀਆਂ ਲੋੜ ਨੇ ਕਿ ਬੇਸਿਕਲੀ ਜਿਹੜਾ ਮਨੁੱਖ ਦਾ ਧਰਮ ਹੈ, ਬੋਲੀਏ ਸੱਚ। ਧਰਮ ਸੱਚ ਕੀ ਹੈ? ਨਿਯਮ। ਨਿਯਮ ਉਹ ਆ ਜਿਹੜਾ ਕੁਦਰਤ ਦੇ ਸਿਧਾਂਤ ਮੁਤਾਬਕ ਸੰਸਾਰ ਵਿੱਚ ਵਿਚਰ ਰਿਹਾ। ਜਿਹੜੇ ਮਨੁੱਖ ਉਸ ਸਿਧਾਂਤ ਨੂੰ ਅਪਣਾ ਕੇ ਉਹਦੇ ਮੁਤਾਬਕ ਜੀਵਨ ਜਿਉਣਾ ਚਾਹੁੰਦੇ ਨੇ, ਉਹ ਉਸ ਖੁਸ਼ਹਾਲੀ ਦੇ ਰਾਹ ਤੇ ਤੁਰ ਸਕਦੇ ਨੇ। ਉਹ ਕੋਈ ਵੀ ਹੋ ਸਕਦਾ, ਹਿੰਦੂ ਹੋ ਸਕਦਾ, ਮੁਸਲਮਾਨ ਹੋ ਸਕਦਾ, ਸਿੱਖ ਹੋ ਸਕਦਾ, ਈਸਾਈ ਹੋ ਸਕਦਾ। ਪਰ ਇੱਕ ਗੱਲ ਸਾਨੂੰ ਬਹੁਤ ਵੱਡੀ ਸੰਸਾਰ 'ਚ ਭੁਲੇਖੇ 'ਚ ਹੈ ਕਿ ਕੋਈ ਵਿਅਕਤੀ ਜਿਹੜੇ ਮਨੌਤ ਦੇ ਮੰਨਣ ਵਾਲੇ ਧਰਮ ਦੇ ਘਰ ਜੰਮਦਾ, ਉਹ ਧਰਮੀ ਹੋ, ਉਹੋ ਜਿਹੇ ਧਰਮ ਦਾ ਉਹ ਪੈਰੋਕਾਰ ਹੋ ਜਾਂਦਾ। ਇਹ ਬਿਲਕੁਲ ਗਲਤ ਹੈ। ਸਿੱਖੀ ਦੇ ਵਿੱਚ ਸਿੱਖ ਦੇ ਘਰ ਜੰਮਣ ਵਾਲਾ ਸਿੱਖ ਨਹੀਂ ਹੁੰਦਾ, ਪਰ ਅਸੀਂ ਮੰਨਦੇ ਹਾਂ। ਹੁਣ ਜਿਹੜਾ ਬੰਦਾ ਤੰਬਾਕੂ ਪੀਂਦਾ, ਸਿਗਰਟ ਪੀਂਦਾ, ਸ਼ਰਾਬ ਪੀਂਦਾ, ਨਸ਼ੇ ਕਰਦਾ, ਬਾਲ ਕਤਲ ਕਰਦਾ, ਸਿੱਖਾਂ ਦੇ ਘਰ ਜੰਮ ਪਿਆ, ਉਹ ਵੀ ਕਹਿੰਦਾ ਮੈਂ ਵੀ ਸਿੱਖ ਹਾਂ। ਸਿਧਾਂਤ ਤੌਰ ਦੇ ਉੱਤੇ ਜੀਵਨ ਦੀ ਪ੍ਰਕਿਰਿਆ ਨੂੰ ਸਮਾਜ ਵਿੱਚ ਸੁਚੱਜੇ ਤਰੀਕੇ ਨਾਲ ਜਿਉਣ ਵਾਲੇ ਲੋਕ ਉਸ ਧਰਮ ਦੇ ਪੈਰੋਕਾਰ ਹੁੰਦੇ ਨੇ ਜਿਹੜੇ ਧਰਮ ਨੂੰ ਉਹ ਮੰਨਦੇ ਨੇ। ਅੱਜ ਜੋ ਕੋਈ ਵਿਅਕਤੀ ਕਿਸੇ ਦੇ ਘਰ ਜੰਮ ਪਿਆ, ਅਗਰ ਸਿੱਖਾਂ ਦੇ ਘਰ ਕੋਈ ਜੰਮਿਆ, ਉਹਦੇ ਬਾਲ ਨਾ ਰੱਖੋ, ਸ਼ੇਪ ਕਰ ਦਿਓ, ਉਹਨੂੰ ਸਿੱਖ ਕੋਈ ਕਹਿੰਦਾ ਹੀ ਨਹੀਂ। ਮੁਸਲਮਾਨ ਦੇ ਘਰ ਜਾਂ ਹਿੰਦੂ ਦੇ ਘਰ ਕੋਈ ਜੰਮ ਪਿਆ, ਉਹਦੇ ਬਾਲ ਰੱਖ ਲਓ, ਕੱਟੋ ਨਾ, ਉਹਨੂੰ ਵੇਖ ਕੇ ਲੱਗਣਗੇ ਵੀ ਇਹ ਸਿੱਖਾਂ ਦਾ ਮੁੰਡਾ। ਪਰ ਕਿਉਂਕਿ ਅਸੀਂ ਇਹ ਮਨੌਤ ਬਣਾਈ ਹੈ, ਸਾਨੂੰ ਪਾਤਸ਼ਾਹ ਦੇ ਅੱਜ ਪੁਰਬ ਦੇ ਉੱਤੇ ਮੇਰਾ ਖਿਆਲ ਅੱਜ ਦੀ ਡਿਸਕਸ਼ਨ ਜੇ ਤੁਸੀਂ ਕਰ ਰਹੇ ਹੋ, ਇਹ ਧਾਰਨਾ ਕਰਨ ਦੀ ਲੋੜ ਹੈ ਕਿ ਮੈਂ ਜਿਹੜੀ ਮਨੌਤ ਨੂੰ ਮੰਨ ਰਿਹਾ ਉਹ ਚੰਗੀ ਹੈ ਜਾਂ ਮਾੜੀ ਹੈ, ਇਹਦਾ ਨਹੀਂ ਮੈਨੂੰ ਪਤਾ, ਲੇਕਿਨ ਮੈਨੂੰ ਉਹਦੇ ਬਾਰੇ ਗਿਆਨ ਹਾਸਲ ਕਰਨਾ ਚਾਹੀਦਾ ਹੈ ਜੀ। ਬਾਕੀ ਦੇ ਧਰਮ ਆਪਣੇ ਆਪਣੇ ਥਾਂ ਦੇ ਉੱਤੇ ਚੰਗੇ ਨੇ, ਲੇਕਿਨ ਉਹਨਾਂ ਦੇ ਮੁਕਾਬਲੇ ਦੇ ਵਿੱਚ ਮੇਰੇ ਧਰਮ ਦੀ ਬਰਾਬਰਤਾ ਇਹ ਗਲਤ ਹੈ। ਥੈਂਕ ਯੂ। ਇਹਦੇ ਨਾਲ ਮਿਲਾਪ ਨਹੀਂ ਹੋ ਸਕਦਾ। ਸਾਨੂੰ ਇਹੋ ਸਮਝਣ ਦੀ ਲੋੜ ਹੈ। ਧੰਨਵਾਦ ਸਰਦਾਰ ਜੀ। ਧੰਨਵਾਦ ਜੀ। ਬਹੁਤ ਸਮਾਂ ਮੇਰੇ ਕੋਲ ਘਟਦਾ ਜਾਂਦਾ ਜੀ। ਕਾਲਰ ਨੇ, ਸਾਰਿਆਂ ਨਾਲ ਮੈਂ ਗੱਲ ਕਰਨੀ ਚਾਹੁੰਦਾ ਤੇ ਪਰ ਸਮੇਂ ਦਾ ਪਲੀਜ਼ ਖਿਆਲ ਰੱਖਿਓ। ਸਰ ਜਗਜੀਤ ਸਿੰਘ ਲਾਈਨ ਨੰਬਰ 5। ਹਾਂਜੀ ਸਰਦਾਰ ਹਰਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਹਾਂਜੀ, ਮੇਰੀ ਪੀਰ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਸਾਰੀਆਂ ਸੰਗਤਾਂ ਨੂੰ ਜੀ। ਤੁਸੀਂ ਬਹੁਤ ਵਿਸਤਾਰ ਦੇ ਨਾਲ ਗੱਲ ਕੀਤੀ ਹੈ ਤੇ ਬੜੇ ਸਿਆਣੇ ਸਰੋਤੇ ਆ ਗੱਲਬਾਤ ਕਰ ਰਹੇ ਨੇ। ਸੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿਹੜੀ ਇਹ ਨੇਕੀ ਤੇ ਬਦੀ ਦੀ ਜੰਗ ਆ ਸ਼ੁਰੂ ਕੀਤੀ ਹੈ, ਇਹਦੇ ਵਿੱਚ ਹੀ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਹੋਈ ਹੈ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਮੇਰੀ ਪੀਰ ਦੀਆਂ ਦੋ ਜਿਹੜੀਆਂ ਕਿਰਪਾਨਾਂ ਪਹਿਨ ਕੇ ਜੀ ਤੇ ਉਸ ਤੋਂ ਇੱਕ ਨਵਾਂ ਇੱਕ ਮੋੜ, ਜਿਵੇਂ ਆਪ ਜੀ ਨੇ ਵੀ ਕਿਹਾ, ਇੱਕ ਟਰਨਿੰਗ ਪੁਆਇੰਟ ਸ਼ੁਰੂ ਹੋਇਆ ਜੀ। ਤੇ ਇਹ ਜੰਗ ਚੱਲਦੀ ਆ, ਚੱਲਦੀ ਰਹਿਣੀ ਆ, ਹੁਣ ਵੀ ਚੱਲਦੀ ਆ। ਲੋੜ ਸਿਰਫ ਇਹੀ ਹੈ ਵੀ ਸਮੇਂ ਦੇ ਹਾਣੀ ਹੋਣ ਦੀ ਲੋੜ ਹੈ। ਦੇਖੋ ਕਿੰਨੇ ਉਸ ਸੋ ਕਾਲਡ ਧਰਮ ਨੇ ਜਿਹੜਾ ਉੱਥੇ ਚੱਲਦਾ ਵਾ ਮੇਨ, ਉਹਨੇ ਕਿੰਨੇ ਬੋਧੀ ਜੈਨੀ ਵੱਢ ਕੇ ਤੇ ਬਾਹਰ ਦੇ ਮੁਲਕਾਂ 'ਚ ਭੇਜ ਦਿੱਤੇ। ਤੇ ਇਹੀ ਇੱਕ ਮਹਾਰਾਜ ਸੱਚੇ ਪਾਤਸ਼ਾਹ ਦੂਰਅੰਦੇਸ਼ੀ ਦੇ ਮਾਲਕ ਸੀਗੇ, ਜਿਨ੍ਹਾਂ ਨੇ ਇਹਨੂੰ ਪ੍ਰੋਟੈਕਟ ਕਰਨ ਵਾਸਤੇ ਸਾਨੂੰ ਖੜਗ ਦਿੱਤੀ ਹੈ।
ਤੇ ਇਹ ਇਹਨਾਂ ਦਾ ਜ਼ੋਰ ਲੱਗ ਰਿਹਾ, ਚੱਲ ਰਿਹਾ। ਤੁਸੀਂ ਹਰ ਵੇਲੇ ਬੇਵਾਕੀ ਦੇ ਨਾਲ ਇਹਦੇ ਤੇ ਗੱਲ ਕਰਦੇ ਰਹਿੰਦੇ ਆ ਤੇ ਉਸ ਕਨਸੈਪਟ ਦੇ ਤੁਸੀਂ ਧਾਰਨੀ ਹੋ। ਗੱਲ ਸਾਹਿਬ, ਜਬ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀ ਹੈ ਕਿਛ ਕਹੀ ਹੈ, ਤੇ ਤੁਸੀਂ ਕਾਲਾਂ ਨੂੰ ਵੀ ਲਿਆਉਂਦੇ ਹੋ ਤੇ ਆਪ ਵੀ ਗੱਲਬਾਤ ਕਰਦੇ ਹੋ। ਏਦਾਂ ਡਟੇ ਰਹੋ ਤੇ ਸਾਰੇ ਤੁਹਾਡੇ ਨਾਲ ਹੀ ਆ, ਸਰੋਤੇ ਬਣ ਕੇ ਸੁਣਦੇ ਵੀ ਆ, ਗੱਲ ਵੀ ਕਰਦੇ ਆ। ਸਾਡਾ ਫਰਜ਼ ਵੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਜਗਜੀਤ ਸਿੰਘ ਦੁਸਾਂਝ ਜੀ, ਧੰਨਵਾਦ। ਸਰ ਗੁਰਮੁਖ ਸਿੰਘ ਦਿਓਲ ਜੀ, ਲਾਈਨ ਨੰਬਰ 4। ਸਤਿ ਸ਼੍ਰੀ ਅਕਾਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਸਾਹਿਬ ਦੇਖੋ, ਮਸਲਾ ਤਾਂ ਕਾਫੀ ਇਹ ਦੇਖੋ ਵਿਚਾਰ ਤੁਸੀਂ ਕਾਫੀ, ਜਦੋਂ ਧਰਮ ਤੇ ਅਧਰਮ ਰੱਖ ਲਓ ਬਈ, ਜਦੋਂ ਮਨੁੱਖ ਕੇਵਲ ਮੇਰੇ ਖਿਆਲ ਦੇ ਨਾਲ ਬਈ ਸੰਸਾਰ ਪੱਧਰ ਤੇ ਜਾਂ ਖੂਨ ਦੇ ਰਿਸ਼ਤਿਆਂ ਤੱਕ ਸੀਮਿਤ ਰਹਿ ਕੇ ਚੀਜ਼ਾਂ ਨੂੰ ਸਮਝਦਾ ਆ, ਆਪਣੇ ਸਰੀਰ ਨਾਲ ਜੁੜੀਆਂ, ਉਹ ਧਰਮ ਨਹੀਂ ਹੈਗਾ। ਕਿਉਂਕਿ ਧਰਮ ਦਾ ਸੰਬੰਧ ਜਿੱਦਾਂ ਹੁਣ ਤੁਸੀਂ ਗੁਰੂ ਇਤਿਹਾਸ ਲੈ ਲਓ ਜਾਂ ਗੁਰੂ ਪਾਤਸ਼ਾਹ ਲੈ ਲਓ, ਉਹਨਾਂ ਦੇ ਪਰਿਵਾਰਾਂ ਦੇ ਵਿੱਚ ਵੀ ਜਿਹੜੇ ਖੂਨ ਦੇ ਰਿਸ਼ਤੇ ਵਿੱਚ, ਜਿੱਦਾਂ ਪਿਰਤੀ ਚੰਦ ਹੋਏ ਜਾਂ ਧੀਰ ਮੱਲੀਏ ਆ, ਜਾਂ ਉਹਨਾਂ ਲੋਕਾਂ ਦਾ ਖੂਨ ਦੇ ਰਿਸ਼ਤੇ ਹੁੰਦੇ ਹੋਏ ਵੀ ਆਪਾਂ ਉਹਨਾਂ ਨੂੰ ਇਹ ਨਹੀਂ ਕਹਿ ਸਕਦੇ ਵੀ ਉਹ ਧਰਮ ਦੇ ਪੈਰੋਕਾਰ ਸੀਗੇ ਉਹਨਾਂ ਦੇ। ਮੇਰਾ ਕਹਿਣ ਤੋਂ ਭਾਵ ਵੀ ਕਿਸੇ ਸੰਸਾਰ 'ਚ ਕਿਸੇ ਦੇ ਘਰ ਜੰਮ ਪੈਣਾ ਉਹ ਅਲੱਗ ਮਸਲਾ, ਪਰ ਧਰਮ ਦਾ ਰਿਸ਼ਤਾ, ਸੰਸਾਰ ਦੀ ਸਾਨੂੰ ਲੋੜ ਹੈਗੀ, ਸੰਸਾਰ ਸਾਰਾ ਕੁਝ ਸੰਸਾਰੀ ਬਣਨ ਦੀ, ਪਰ ਇਹ ਤੋਂ ਉੱਪਰ ਉੱਠ ਕੇ ਜਦੋਂ ਤੁਸੀਂ ਵੱਡੇ ਮੰਨ ਲਓ ਇੱਕ ਦੇ ਪਸਾਰੇ ਵਿੱਚੋਂ ਚੀਜ਼ਾਂ ਸਮਝਦੇ ਆ, ਉੱਥੇ ਜਾ ਕੇ ਇਹਦੇ ਵਿੱਚ ਖਾਸ ਕਰਕੇ ਹੁਣ ਸਦੀਆਂ ਤੋਂ ਚਲੋ ਮਨੁੱਖ ਇਹਨਾਂ ਚੀਜ਼ਾਂ ਲਈ ਲੜਦਾ ਆਇਆ, ਪਰ ਅੱਜ ਜਿਹੜੀ ਗੱਲ ਆ, ਮੰਨ ਲਓ ਜਦੋਂ ਕੋਈ ਸਟੇਟ ਬਣ ਗਈ, ਉਹਦੇ ਵਿੱਚ ਜਿੱਦਾਂ ਸੰਵਿਧਾਨ ਬਣ ਗਿਆ ਜਾਂ ਉਹਦੇ ਕਾਨੂੰਨ ਬਣ ਗਏ, ਹੁਣ ਮਨੁੱਖ ਇਹ ਮੰਨ ਲਓ ਕਹੀ ਜਾਂਦਾ ਵੀ ਕਾਨੂੰਨਾਂ ਨੂੰ ਸਰਮਾਰ ਮੰਨੋ, ਜਦ ਕਿ ਜਿਹੜੀ ਮਰਿਆਦਾ ਜਾਂ ਕਾਨੂੰਨ ਆ ਉਹ ਜਿਹੜੇ ਕੁਦਰਤ ਦੇ ਕਾਨੂੰਨ ਆ, ਜਿੱਦਾਂ ਮੰਨ ਲਓ ਹਵਾ ਪਾਣੀ ਰੁੱਤਾਂ ਬਦਲਦੀਆਂ ਆ, ਜਿੱਦਾਂ ਆਪਣੇ ਸੂਰਜ ਚੜ੍ਹਦਾ ਸਾਰਿਆਂ ਨੂੰ ਇੱਕੋ ਜਿਹੀ ਰੌਸ਼ਨੀ ਦਿੰਦਾ ਆ, ਜਾਂ ਰਾਤ ਪੈਂਦੀ ਧੁੱਪ ਛਾਂ, ਉਹ ਇੱਦਾਂ ਦੇ ਮੰਨ ਲਓ ਚੀਜ਼ ਨਹੀਂ ਮਰਿਆਦਾ 'ਚ ਆਉਣ ਨੂੰ ਤਿਆਰ ਹੈਗਾ। ਹੁਣ ਜਿਹੜੀ ਆਪਣੀ ਮਨੁੱਖੀ ਮਰਿਆਦਾ ਜਦੋਂ ਲਾਗੂ ਕਰਦਾ, ਉਹ ਬੇਸ਼ੱਕ ਧਰਮ ਦਾ ਮੁਖੌਟਾ ਪਾ ਲਵੇ, ਮੇਰੇ ਖਿਆਲ ਨਾਲ ਉਹ ਫਿਰ ਧਰਮ ਬਣ ਜਾਂਦਾ। ਜਿਸ ਤਰ੍ਹਾਂ ਹੁਣ ਆਪਾਂ ਔਰੰਗਜ਼ੇਬ ਦੀ ਗੱਲ ਕਰਦੇ ਹਾਂ, ਔਰੰਗਜ਼ੇਬ ਨੂੰ ਦੇਖਣ ਨੂੰ ਤਾਂ ਇਸਲਾਮ ਦਾ ਪੈਰੋਕਾਰ ਆਪਾਂ ਨੂੰ ਲੱਗਦਾ, ਪਰ ਉਹਨੇ ਉਹ ਚੀਜ਼ਾਂ ਸਾਰੀਆਂ ਉਲਟ ਕੀਤੀਆਂ। ਆਪਣੇ ਬਾਪ ਨੂੰ ਵੀ ਜੇਲ੍ਹ 'ਚ ਸਿੱਟਿਆ 80 ਸਾਲਾਂ ਦੇ ਨੂੰ, ਆਪਣੇ 3 ਭਰਾ ਵੀ ਉਹਨੇ ਠੋਕ ਕੇ ਮੰਨ ਲਓ ਅੰਦਰ ਕੀਤੇ, ਆਪਣੀ ਭੈਣ ਵੀ ਮੰਨ ਲਓ ਕਤਲ ਕੀਤੇ। ਉਹ ਚੀਜ਼ਾਂ ਜਿਹੜੀਆਂ ਧਰਮ ਦੀਆਂ ਸਾਡੇ ਸਾਹਮਣੇ ਦੀਆਂ ਹੁੰਦੀਆਂ, ਤੇ ਮੇਰੇ ਖਿਆਲ ਦੇ ਨਾਲ ਧਰਮ ਤੇ ਇਹ ਚੀਜ਼ਾਂ ਅਲੱਗ-ਅਲੱਗ ਨਹੀਂ ਹੁੰਦੀਆਂ। ਰਾਜਨੀਤੀ ਮੰਨ ਲਓ ਧਰਮ ਤੋਂ ਸੇਧ ਲੈ ਕੇ ਹੀ ਸਿਆਸਤ ਹੋਣੀ ਹੈ, ਧਰਮ ਤੇ ਸਿਆਸਤ ਤੁਸੀਂ ਅਲੱਗ ਨਹੀਂ ਕਰ ਸਕਦੇ। ਖਾਸ ਕਰਕੇ ਜਦੋਂ ਆਪਾਂ ਕੋਈ ਵੀ ਬੰਦਾ ਨਿਰਪੱਖ ਨਹੀਂ, ਉਹਦਾ ਆਪਣਾ ਇੱਕ ਪੱਖ ਹੁੰਦਾ। ਜਦੋਂ ਤੁਸੀਂ ਵੀ ਕਹਿੰਦੇ ਵੀ ਆਮ ਤੌਰ ਤੇ ਬਹੁਤੇ ਲੋਕ ਕਹਿੰਦੇ ਨਹੀਂ ਜੀ ਸੈਕੂਲਰ ਜਾਂ ਨਿਰਪੱਖ ਆ, ਧਰਮ ਨਿਰਪੱਖ ਕੋਈ ਨਹੀਂ ਹੁੰਦਾ। ਇਹ ਅਸਲ 'ਚ ਆਪਣਾ ਤਰੀਬ ਲਕਾਉਣਾ ਹੁੰਦਾ। ਜੇ ਤੁਸੀਂ ਗੱਲ ਕਰਨੀ ਹੈ, ਤੁਸੀਂ ਸਿੱਖ ਪੱਖ ਤੋਂ ਗੱਲ ਕਰੋ, ਜੋ ਵੀ ਤੁਹਾਡਾ ਹੈਗਾ ਪੱਖ। ਤੁਸੀਂ ਕਦੇ ਕੰਜ਼ਰਵੇਟਿਵ, ਸੈਕੂਲਰ ਜਾਂ ਲਿਬਰਲ ਬਣ ਕੇ ਨਹੀਂ ਗੱਲ ਹੁੰਦੀ ਉਹ ਤਾਂ ਕੋਈ ਪੱਖੇ ਇਹ ਨਹੀਂ, ਉਹ 'ਚ ਤੁਸੀਂ ਦੱਸੇ ਨਹੀਂ ਸਕਦੇ ਵੀ ਤੁਸੀਂ ਕਿਹੜਾ ਪੱਖ ਪੇਸ਼ ਕਰ ਰਹੇ ਆ। ਜੋ ਹੈਗੇ ਤਰੀਬ, ਜੇ ਈਸਾਈ ਮਤ ਤੋਂ ਈਸਾਈ ਮਤ ਤੋਂ ਕਰੋ, ਕਿਉਂਕਿ ਫੇਰ ਤਾਂ ਤੁਹਾਡਾ ਜਿਹੜਾ ਜੇ ਸੈਕੂਲਰ ਲਿਬਰਲ ਇਹ ਤਾਂ ਟੋਟਲੀ ਮਟੀਰੀਅਲਿਸਟ ਪੱਖ ਹੈ। ਇਹਦੇ ਵਿੱਚ ਤਾਂ ਮਤਲਬ ਜਿਹੜੀਆਂ ਮਨੁੱਖ ਦੀ ਸੰਸਾਰ ਦੇ ਉੱਪਰ ਦੇ ਕਦਰਾਂ ਕੀਮਤਾਂ ਦਾ ਕੋਈ ਸੰਬੰਧ ਹੀ ਨਹੀਂ। ਇਹ 'ਚ ਪੌਣ ਪਾਣੀ ਹਵਾ ਨੂੰ ਤੁਸੀਂ ਕਿੱਦਾਂ ਦੇਖਦੇ ਆ। ਤੁਸੀਂ ਮਤਲਬ ਆਪਾਂ ਇੱਥੇ ਦੂਜੇ ਦੇਖਦੇ ਹੁਣ ਆਪਣੇ ਮੂਲ ਵਾਸੀਆਂ ਦੀਆਂ ਗੱਲਾਂ, ਜਿਹੜੇ ਉਹ ਛੋਟੇ ਛੋਟੇ ਜਿਹੜੇ ਕਬੀਲੇ ਜਾਂ ਉਹਨਾਂ ਦੀਆਂ ਕਦਰਾਂ ਕੀਮਤਾਂ ਦਾ ਅਸੀਂ ਖਿਆਲ ਹੀ ਨਹੀਂ ਰੱਖ ਸਕਦੇ ਜੇ ਇੱਦਾਂ ਦੀ ਸੈਕੂਲਰ ਸੋਚ ਲੈ ਕੇ ਚੱਲਾਂਗੇ। ਤੇ ਮੇਰੇ ਖਿਆਲ ਨਾਲ ਧਰਮ ਦਾ ਵਿਸ਼ਾ ਬਹੁਤ ਵੱਡਾ ਹੈ, ਜਿਹਦੇ 'ਚ ਵਿਸ਼ਾਲ ਸਾਰਾ ਬੰਦਾ ਆਪਣੇ ਅਕੀਦੇ ਤੋਂ ਮਤਲਬ ਛੋਟੀ ਜਿਹੜੀ ਆਪਣੇ ਕਬੀਲੇ ਤੋਂ ਵੀ ਉੱਪਰ ਉੱਠ ਖੜਦਾ। ਮੇਰਾ ਕਹਿਣ ਤੋਂ ਭਾਵ ਹੈ ਉਹ ਜਾਂ ਭਾਵੇਂ ਛੋਟੇ। ਓਕੇ, ਧੰਨਵਾਦ ਜੀ, ਧੰਨਵਾਦ। ਸ਼ਾਹ ਮੋਹਨ ਸਿੰਘ ਜੀ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਗਿੱਲ ਸਾਹਿਬ ਵਾਲੀਆਂ ਹੁਣ ਤੁਹਾਡਾ ਟਾਈਮ ਵੀ ਥੋੜਾ ਆ। ਜੀ ਜੀ। ਦੇਖੋ ਜਿੰਨਾ ਚਿਰ ਬੰਦਾ ਨਾ ਗੁਰਬਾਣੀ ਨਹੀਂ ਪੜੂਗਾ ਸਾਰੀ ਵਿਚਾਰ ਕੇ, ਉਹਨੂੰ ਪਤਾ ਨਹੀਂ ਲੱਗਣਾ। ਦੇਖੋ ਤੁਸੀਂ ਪੜ੍ਹਿਆ ਹੋਣਾ, ਪਹਿਲੇ ਛੋਟਾ ਕਾਇਦਾ ਹੁੰਦਾ, ਵੱਡਾ ਕਾਇਦਾ ਹੁੰਦਾ ਸੀਗਾ। ਸਾਡੀਆਂ ਜਿਹੜੀ 5 ਬਾਣੀਆਂ ਇਹ ਸਾਡੇ ਕੱਚੀ ਦਾ ਕਾਇਦਾ ਆ। ਅਸੀਂ ਗਾਹਾਂ ਤੋਂ ਜਾਣਾ ਆ, ਪਹਿਲਾਂ ਕਾਇਦਾ ਪੜ੍ਹਨਾ, ਫਿਰ ਦੂਆ ਪੜ੍ਹਨਾ, ਕਿਤਾਬਾਂ ਪੜ੍ਹ ਕੇ ਫਿਰ ਅਸੀਂ ਗਾਹਾਂ ਜਾਣਾ ਆ। ਅਸੀਂ ਤਾਂ ਉੱਥੇ ਟਹਿ ਗਏ 5 ਬਾਣੀਆਂ 'ਚ ਬਸ। ਜਦੋਂ ਤੁਹਾਨੂੰ ਯਾਦ ਹੋਣਾ ਅੰਮ੍ਰਿਤਸਰ ਦੇ ਵਿੱਚ ਆਪਣੇ 5 ਸਿੰਘਾਂ ਆਪਣੇ ਜਥੇਦਾਰ ਨੂੰ ਖਾਰਜ ਕਰਦਾ, ਤੁਹਾਨੂੰ ਯਾਦ ਹੋਣਾ ਜਿਹਨੇ ਖਾਰਜ ਕੀਤਾ, ਜਿਹਨੂੰ ਪੁੱਛਿਆ ਨਾ ਵੀ ਤੁਹਾਡੇ ਕੋਲ ਡਿਗਰੀਆਂ ਕਿਹੜੀ, ਤੂੰ ਕੀ ਪੜ੍ਹਾਈ ਕੀਤੀ ਆ, ਉਹ ਕਹਿੰਦੇ ਸਾਨੂੰ ਇੱਥੇ ਰੱਖਿਆ ਆਇਆ ਹੈਗਾ ਅੰਮ੍ਰਿਤ ਛਕਾਉਣ ਵਾਸਤੇ, ਲੋਕਾਂ ਨੂੰ ਅਸੀਂ ਅੰਮ੍ਰਿਤ ਛਕਾਉਣਾ। ਉਹ ਕਹਿੰਦੇ ਤੁਸੀਂ ਪੜ੍ਹਿਆ ਕੀ ਆ? ਉਹ ਕਹਿੰਦੇ ਸਾਡੇ ਇੱਥੇ ਰਿਵਾਜ ਆ, ਆਪਣਾ ਕਾਨੂੰਨ ਆ ਆਪਣੇ ਹਰਿਮੰਦਰ ਸਾਹਿਬ ਦੇ ਦਰਬਾਰ ਸਾਹਿਬ ਦੇ ਇੱਥੇ ਵੀ ਹੈਗਾ ਵੀ 5 ਬਾਣੀਆਂ ਜ਼ਬਾਨੀ ਆਉਂਦੀਆਂ ਚਾਹੀਦੀਆਂ। ਉਹ ਕਿ ਸਾਨੂੰ 7 ਆਉਂਦੀਆਂ ਬਾਣੀਆਂ, 7 ਨੂੰ ਪੜ੍ਹ ਲਈਆਂ, ਠੀਕ ਆ, ਕਸ਼ਹਿਰੇ ਹੀ ਪਾ ਲਿਆ ਮੇਰੇ ਵਾਂਗੂ, ਪਰ ਗਾਹਾਂ ਤੇ ਹਿੱਲਿਆ ਹੀ ਨਹੀਂ 7 ਬਾਣੀਆਂ ਵਿੱਚ ਟਹਿ ਗਿਆ। ਉਹਨੂੰ ਜੇ ਗਾਹਾਂ ਜਾਂਦੇ ਤਾਂ ਹੀ ਉਹਨੂੰ ਪਤਾ ਲੱਗਣਾ ਇਹ ਕੰਮ ਨਹੀਂ ਕਰਨਾ। ਹੁਣ ਜਿੰਨੇ ਵੀ ਮੇਰੇ ਬਾਰੇ ਚੋਰ ਡਾਕੂ ਆ, ਇਹਨੂੰ ਜਦੋਂ ਜਾਂਦੇ ਘਰ ਦੇ ਪੈਂਦੇ ਸਾਡਾ ਮੁੰਡਾ ਨਸ਼ਾ ਬਹੁਤ ਕਰਦਾ, ਸਾਡਾ ਮੁੰਡਾ ਚੋਰੀਆਂ ਕਰਦਾ, ਬਾਬਾ ਜੀ ਕਿੱਦਾਂ ਕਰੀਏ? ਬਾਬਾ ਕਹਿੰਦਾ ਅੰਮ੍ਰਿਤ ਛਕਾ ਦਿਓ, ਫੇਰ ਬਾਬਾ ਆਪੇ ਮਿਹਰ ਕਰੂ, ਰੱਬ ਆਪੇ ਮਿਹਰ ਕਰੂਗਾ। ਰੱਬ ਨੇ ਏਦਾਂ ਮਿਹਰ ਨਹੀਂ ਕਰਨੀ। ਅੰਮ੍ਰਿਤ ਛਕਿਓ, ਤੁਸੀਂ ਸਿੱਖਣਾ ਆ ਗਾਹਾਂ ਵਾਸਤੇ, ਸਭ ਕੁਝ ਆਪਣੇ ਬੱਚੇ ਨੂੰ ਸਿਖਾਉਣਾ। ਬਾਈ ਆਹ ਮਾੜਾ ਚੰਗਾ ਘਰਦਿਆਂ ਨੂੰ ਸਿਖਾਉਣ, ਵੀ ਆਹ ਮਾੜਾ ਚੰਗਾ ਨਹੀਂ ਕਰਨਾ ਤੈਂ।
ਹੁਣ ਬਸ ਇਹੀ ਗੱਲ ਹੈ, ਕਸ਼ਹਿਰਾ ਪਾਉਂਦੇ ਮੈਂ ਤਾਂ ਇੱਕਦਮ ਜਾਣਦਾ ਕਈ ਬੰਦੇ ਉਹ ਕਹਿਣਗੇ ਮੈਂ ਬਹੁਤ ਵਧੀਆ ਸਿੱਖਿਆ ਜੇ ਰੁਪਏ ਕਿੱਦਾਂ, ਉਹ ਕਹਿੰਦੇ ਮੈਂ ਕਸ਼ਹਿਰਾ ਪਾਉਣਾ ਬਦਲ ਵੀ ਕਰਦਾ, ਇੱਕ ਲੱਤ ਮੈਂ ਕੱਢਦਾ ਦੂਜੀ ਦੂਜੇ ਦੀ ਪਾ ਲੈਣਾ, ਦੂਜੀ ਕੱਢਦਾ ਮੈਂ ਦੂਜੇ ਪਾ ਲੈਣਾ, ਮੈਂ ਕਦੇ ਲੱਤਾਂ ਨੰਗੀ ਨਹੀਂ ਰੱਖਦਾ। ਦੱਸੋ ਇਹਦੇ ਵਿੱਚ ਕੀ ਫਾਇਦਾ ਹੈ? ਬੰਦਾ ਇੱਕ ਬਾਥਰੂਮ ਵਿੱਚ ਨਹਾ ਰਿਹਾ ਆ, ਜੋ ਮਰਜ਼ੀ ਕਰ ਰਿਹਾ, ਦੋ ਇਕੱਠੀਆਂ ਪਾ ਲੈ ਨਹੀਂ, ਉਹ ਕਹਿੰਦੇ ਸਾਡੀ ਮਰਿਆਦਾ ਸਾਨੂੰ ਨਿਦਲ ਸਿਖਾਈ ਆ। ਇਹਨਾਂ ਗੱਲਾਂ ਤੇ ਬੈਠੇ ਗਾਂ ਤੇ ਹਿਲਦੇ ਨਹੀਂ। ਗੱਲ ਸਾਹਿਬ ਦੇਖੋ ਜੋ ਹੋ ਰਿਹਾ ਦੁਨੀਆ ਤੇ ਹੋਣਾ ਹੀ ਆ, ਦੇਖੀ ਜਾਓ ਕੀ ਹੋ ਰਿਹਾ। ਥੈਂਕ ਯੂ ਜੀ। ਇਹ ਸੀ ਜੀ ਅੱਜ ਦਾ ਪ੍ਰੋਗਰਾਮ। ਸੋਮਵਾਰ ਨੂੰ ਮਿਲਾਂਗੇ ਤੇ ਚੜ੍ਹਦੀ ਕਲਾ।